वाहिगुरु जी का खालसा वाहिगुरु जी की फतेह जी। आप सारियां भैणां और वीरां दा गुरमत क्लास विच स्वागत है जी। आप सब नूं जी आया आख्या जांदा है। जिवें कि आप सब नूं पता है कि इस क्लास के अंदर असीं साहिब श्री गुरु नानक पातशाह जी दी उच्चारण कीती आसा की वार दी विचार सांझी कर रहे हां। ਅਸੀਂ ਇਸ ਤੋਂ ਪਹਿਲਾਂ 13 ਪੌੜੀਆਂ ਦੀ ਵਿਚਾਰ ਸਾਂਝੀ ਕਰ ਚੁੱਕੇ ਹਾਂ। 14ਵੀਂ ਪੌੜੀ ਦੀ ਵਿਚਾਰ ਆਪ ਜੀ ਦੇ ਨਾਲ ਅੱਜ ਸਾਂਝੀ ਕਰ ਰਹੇ ਹਾਂ। ਇਸ ਪਾਵਨ ਪੌੜੀ ਦੇ ਨਾਲ ਦੋ ਸ਼ਲੋਕ ਵੀ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਹੀ ਉਚਾਰਨ ਕੀਤੇ ਹੋਏ ਹਨ। ਇਹਨਾਂ ਸ਼ਲੋਕਾਂ ਰਾਹੀਂ ਪੌੜੀ ਰਾਹੀਂ ਗੁਰਦੇਵ ਪਾਤਸ਼ਾਹ ਜੀ ਮਨੁੱਖ ਮਾਤਰ ਨੂੰ ਇੱਕ ਐਸੇ ਜੀਵਨ ਦੀ ਜੁਗਤ ਸਮਝਾ ਰਹੇ ਹਨ जिस जीवन जुगत के अंदर कोई विखावा ना होवे, बनावट ना होवे, धोखा और छल कपट ना होवे, अते जिस जीवन के अंदर मनुख दूजियां दी सेवा कर सके, दूजियां दा सहयोग कर सके, दूजियां दा आदर मान कर सके और जो अधूरा है उन्होंने पूर्णता वल ले जा सके। नाल गुरुदेव ने सानू समझाया है कि ये संसार नाशमान है, यानी हर मनुख ने इस दुनिया नू एक ना एक दिन छड़ जाना है। तो ਇਹਦਾ मतलब कि साडे कोल सीमित समा है। इस सीमित समय के अंदर सानू चंगे कर्म करने चाहिए हैं ते जो भी जिंदगी सानू मिली है इस जीवन के अंदर हर इंसान नू अपने ही कीते हुए कर्म का फल सुख ਜਾਂ ਦੁੱਖ ਦੇ ਰੂਪ ਵਿੱਚ ਭੋਗਣਾ ਪੈਂਦਾ ਹੈ ਐਸੀ ਜ਼ਿੰਦਗੀ ਦੇ ਅੰਦਰ। ਤਾਂ ਆਓ ਬੜੇ ਪਿਆਰ ਦੇ ਨਾਲ ਵਿਚਾਰ ਕਰਨ ਦਾ ਯਤਨ ਕਰੀਏ। ਗੁਰਦੇਵ ਜੀ ਪਹਿਲਾ ਬਚਨ ਕਰਦੇ ਹਨ, ਸਿਮਲ ਰੁਖ ਸਰਾਇਰਾ ਅਤ ਦੀਰਘ ਅਤ ਮੁੱਚ। ਸਰਾਇਰਾ ਦਾ ਮਤਲਬ ਸਿੱਧਾ ਤੇ ਦੀਰਘ ਦਾ ਮਤਲਬ ਹੈ ਲੰਬਾ, ਮੁੱਚ ਦਾ ਮਤਲਬ ਵੱਡਾ ਯਾਨੀ ਮੋਟਾ। सिमल एक रुख का नाम है। गुरु जी कहते हैं सिमल का जो रुख है बड़ा सीधा है, बहुत लंबा है और बड़ा मोटा इहदा तना है। इहदे उत्ते सुंदर टहने टहनियां ने, इस दे उत्ते निक्के निक्के फल लगे ने और फुल लगे हैं। इसकी लंबाई और इसके तने की मोटाई, इहदा खलार, इहदे उत्ते लगे फुल और फल वेख के ये वृक्ष बड़ा सुहावना लगता है। ते इहदी इस सुंदरता और सुहावनापन नूं वेख के कुछ पंछी आउंदे ने। गुरु जी कहते हैं, ओए जे आवह आस कर जाहे निराशे कित। ओए दा मतलब वो पंछी इस वृक्ष के उत्ते आस करके आउंदे ने। ते पंछी आस कादी लैके आउंदे ने? भोजन दी, कि मैनू इथों खुराक मिलेगी, मेरी इथों लोड़ पूरी होगी। फुल ने, फल ने, पत्ते ने, कुछ भी खाण वास्ते मिलेगा, मैं अपने तन की भुख मिटावांगा और मेरे जीवन में खुशी आएगी और मैनू जिंदगी मिलेगी। ओए जे आवह आस कर, वो पंछी आस करके आउंदे ने। जाहे निराशे कित, कित दा मतलब क्यों? इस रुख ते आस करके आए ते गुरु जी कहते ने इथों निराश होकर क्यों चले गए? निराश मुड़े, निराशा होनी नहीं सी चाहिए, पर निराश क्यों मुड़े? ओदा कारण हुण अगली पंक्ति विच दसते ने। इथों निराश इस करके मुड़े ने कि फल फिक्के, ਇਹਦੇ फल ਜਿਹੜੇ ਨੇ ਉਹ ਫਿੱਕੇ ਨੇ। पंछी ने आन के चुंझ मारी, फल खान लगा, पर फल फिक्के सन। पंछी ने फुल नूं चुंझ मारी कि मैं फुल खा लेना, लेकिन फुल भी बक बके ने, जिस नाल जी कच्चा हुंदा है, खान दे काम नहीं आउंदे। कम ना आवे पत,
ਤੇ ਇਹਦੇ ਪੱਤੇ ਵੀ ਹੁਣ ਪੰਛੀ ਦੇ ਖਾਣ ਦੇ ਕੰਮ ਨਹੀਂ ਆਏ। ਇਸ ਕਰਕੇ ਪੰਛੀ ਇਥੋਂ ਨਿਰਾਸ਼ ਔਰ ਪਰੇਸ਼ਾਨ ਹੋ ਕੇ ਉੱਡ ਗਿਆ। ਹੁਣ ਅਗਲੀ ਤੁਕ ਵਿੱਚ ਕਹਿੰਦੇ ਨੇ, ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ। ਇਸ ਪੰਕਤੀ ਨੂੰ ਵਿਚਾਰਨ ਤੋਂ ਪਹਿਲਾਂ ਸਾਨੂੰ ਉੱਤੇ ਫਿਰ ਇੱਕ ਝਾਤ ਮਾਰਨੀ ਪਵੇਗੀ। ਹੁਣ ਸਿੰਮਲ ਰੁੱਖ ਇੱਕ ਪ੍ਰਤੀਕ ਵਜੋਂ ਵਰਤਿਆ ਹੈ ਤੇ ਸਿੰਮਲ ਰੁੱਖ ਦਾ ਪ੍ਰਤੀਕ ਲੈ ਕੇ ਮਨੁੱਖ ਮਾਤਰ ਦੀ ਜ਼ਿੰਦਗੀ ਬਿਆਨ ਕੀਤੀ ਹੈ। ਸਿੰਮਲ ਰੁੱਖ ਬਹੁਤ ਲੰਬਾ ਹੈ, ਇਹਦਾ ਤਣਾ ਬੜਾ ਮੋਟਾ ਮਜ਼ਬੂਤ ਹੈ, ਇਹਦਾ ਖਲਾਰਾ ਬੜਾ ਹੈ, ਫਲ ਫੁੱਲ ਔਰ ਪੱਤੇ ਬਹੁਤ ਨੇ। ਹੁਣ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਸ ਜਗਤ ਦੇ ਅੰਦਰ ਉਹ ਮਨੁੱਖ ਸਿੰਮਲ ਰੁੱਖ ਵਰਗੇ ਨੇ ਜਿਨ੍ਹਾਂ ਦਾ ਰਾਜਨੀਤਿਕ ਕੱਦ ਬੜਾ ਉੱਚਾ ਹੈ, ਜਿਨ੍ਹਾਂ ਦੀ ਆਰਥਿਕ ਪੋਜੀਸ਼ਨ ਬਹੁਤ ਮਜ਼ਬੂਤ ਹੈ ਔਰ ਜਿਨ੍ਹਾਂ ਦਾ ਸਮਾਜਿਕ ਖਲਾਰਾ ਵੀ ਬੜਾ ਹੈ। ਸਮਾਜਿਕ ਖਲਾਰਾ ਵੀ ਬੜਾ ਹੈ, ਧੀਆਂ ਪੁੱਤਰ ਨੇ, ਭੈਣ ਭਰਾ ਨੇ, ਰਿਸ਼ਤੇਦਾਰ ਨੇ, ਪੈਸਾ ਬਹੁਤ ਹੈ, ਫਾਈਨੈਂਸ਼ਲੀ ਮਜ਼ਬੂਤ ਨੇ, ਰਾਜਨੀਤਿਕ ਪਹੁੰਚ ਬੜੀ ਹੈ, ਵੱਡੇ ਲੀਡਰਾਂ ਦੇ ਨਾਲ ਬਹਿਣ ਉੱਠਣ ਜਾਂ ਖੁਦ ਲੀਡਰ ਨੇ, ਕੁਛ ਵੀ। ਹੁਣ ਪੰਛੀ ਕੌਣ ਹੈ? ਪੰਛੀ ਦਾ ਮਤਲਬ ਇੱਥੇ ਹੈ ਲੋੜਵੰਦ। ਇਸ ਜਗਤ ਦੇ ਅੰਦਰ ਬਹੁਤ ਲੋਕ ਲੋੜਵੰਦ ਨੇ ਨਾ। ਅੱਜ ਮੇਰੀਆਂ ਅੱਖਾਂ ਵਿੱਚ ਹੰਝੂ ਸਨ ਥੋੜੀ ਦੇਰ ਪਹਿਲਾਂ ਔਰ ਮਨ ਬਹੁਤ ਪਰੇਸ਼ਾਨ ਸੀ। ਉਹਦਾ ਰੀਜ਼ਨ, ਸੜਕ ਦੇ ਉੱਤੇ ਇੱਕ ਬੰਦਾ ਜਾ ਰਿਹਾ ਹੈ ਤੇ ਉਸ ਦੇ ਕੋਲ ਕੋਈ ਪੈਸਾ ਨਹੀਂ ਤੇ ਭੁੱਖਾ ਹੈ। ਪਤਾ ਨਹੀਂ ਕਿੰਨੇ ਦਿਨ ਦਾ ਭੁੱਖਾ ਹੋਏਗਾ। ਤੇ ਸੜਕ ਦੇ ਉੱਤੇ ਕਿਸੇ ਬੱਸ ਜਾਂ ਟਰੱਕ ਦੇ ਥੱਲੇ ਆ ਕੇ ਕੁੱਤਾ, ਕੋਈ ਜਾਨਵਰ ਮਰਿਆ ਹੋਇਆ ਤੇ ਉਹ ਬੰਦਾ ਉਸ ਜਾਨਵਰ ਨੂੰ ਖਾਣ ਵਾਸਤੇ ਬਹਿ ਗਿਆ, ਮਰੇ ਹੋਏ ਕੁੱਤੇ ਨੂੰ ਖਾਣ ਵਾਸਤੇ, ਆਪਣੇ ਪੇਟ ਦੀ ਭੁੱਖ ਮਿਟਾਉਣ। ਇਹ ਕੰਡੀਸ਼ਨ ਹੈ ਅੱਜ ਦੀ ਇੰਡੀਆ ਦੀ ਖਬਰ, ਹੁਣੇ ਹੀ ਮੈਂ ਦੇਖ ਰਿਹਾ ਸਾਂ। ਹੁਣ ਦੇਖੋ ਕਿੰਨੇ ਵੱਡੇ ਵੱਡੇ ਰਾਜਨੀਤਿਕ ਨੇ, ਕਿੰਨੇ ਆਰਥਿਕ ਤੌਰ ਤੇ ਸੰਪੰਨ ਲੋਕ ਨੇ, ਕਿੰਨੀਆਂ ਕਾਰਾਂ ਬੱਸਾਂ ਉੱਥੋਂ ਜਾ ਰਹੀਆਂ ਨੇ, ਲੇਕਿਨ ਇਸੇ ਸਾਡੇ ਇੱਕ ਵੱਡੇ ਪਰਿਵਾਰ ਦੇ ਅੰਦਰ ਇੱਕ ਬੰਦਾ ਮਰਿਆ ਹੋਇਆ ਜਾਨਵਰ ਖਾਣ ਵਾਸਤੇ ਮਜਬੂਰ ਹੈ। ਉਹ ਇਸ ਕਰਕੇ ਕਿ ਉਹਦੇ ਪੇਟ ਦੇ ਅੰਦਰ ਧੁੱਖ ਧੁਖੀ ਹੈ, ਅੱਗ ਹੈ, ਭੁੱਖ ਹੈ। ਸ਼ੁਕਰ ਹੈ ਕਿ ਉੱਥੋਂ ਇੱਕ ਕਾਰ ਵਾਲਾ ਬੰਦਾ ਲੰਘ ਰਿਹਾ ਕਿ ਉਸ ਕਾਰ ਵਾਲੇ ਬੰਦੇ ਨੇ ਕਾਰ ਰੋਕੀ, ਕਹਿਣ ਲੱਗਾ ਰੁਕ ਜਾ ਇੱਥੇ ਹੀ, ਕਿੰਨੇ ਦਿਨ ਦਾ ਭੁੱਖਾ ਹੈ। ਤੇ ਉਸ ਬੰਦੇ ਤੋਂ ਭੁੱਖ ਦੇ ਨਾਲ ਬੋਲਿਆ ਨਹੀਂ ਜਾ ਰਿਹਾ। ਕਹਿੰਦਾ ਛੱਡ ਦੇ, ਇਹਨੂੰ ਨਾ ਖਾਈ, ਬਿਮਾਰ ਹੋ ਜਾਏਗਾ, ਮੈਂ ਤੈਨੂੰ ਭੋਜਨ ਦੇਣਾ। ਉਹ ਆਪਣਾ ਜੋ ਟਿਫਨ ਲੈ ਕੇ ਜਾ ਰਿਹਾ ਸੀ ਨਾ, ਉਸ ਬੰਦੇ ਨੇ ਉਹਨੂੰ ਸਾਈਡ ਤੇ ਕਰਕੇ ਆਪਣਾ ਟਿਫਨ ਦਿੱਤਾ, ਪਾਣੀ ਦਿੱਤਾ ਤੇ ਫਿਰ ਉਸਨੂੰ ਕਿਹਾ ਹੈ ਤੂੰ ਇੱਥੇ ਵੇਟ ਕਰ, ਮੈਂ ਤੈਨੂੰ ਕੁਝ ਪੈਸੇ ਵੀ ਦੇਣਾ ਜਿਸ ਕਰਕੇ ਤੂੰ ਆਪਣੀ ਮੰਜ਼ਿਲ ਤੇ ਪਹੁੰਚ ਜਾਏ। ਹੁਣ ਦੇਖੋ ਸਿੰਮਲ ਕੌਣ ਹੈ? ਜਿਸ ਦਾ ਰਾਜਨੀਤਿਕ ਕੱਦ ਬੜਾ ਹੈ। ਹੁਣ ਆਪਣੇ ਦੇਸ਼ ਵੱਲ ਦੇਖੋ ਕਿ ਰਾਜਨੀਤਿਕ ਲੋਕਾਂ ਨੂੰ ਸੋਚਣਾ ਚਾਹੀਦਾ ਨਾ ਇਸ ਪਾਸੇ। ਜੋ ਪ੍ਰਜਾ ਟੈਕਸ ਦਿੰਦੀ ਹੈ ਤੇ ਅੱਜ ਲੋੜ ਹੈ ਤੇ ਅੱਜ ਉਹ ਰਾਜਨੀਤਿਕ ਲੋਕ ਕੰਮ ਨਾ ਆਉਣ, ਜਾਂ ਜਿਸ ਦੇ ਕੋਲ ਧਨ ਦੀ ਬਹੁਤਾਤ ਹੈ ਉਹ ਕੰਮ ਨਾ ਆਵੇ, ਤਾਂ ਸਿੰਮਲ ਰੁੱਖ ਹੋਇਆ ਨਾ। ਇਹਨੂੰ ਕਹਿੰਦੇ ਨੇ ਸਿੰਮਲ ਰੁੱਖ। ਜਿਸ ਮਨੁੱਖ ਦਾ ਰਾਜਨੀਤਿਕ ਕੱਦ ਬੜਾ ਲੰਬਾ ਹੈ, ਜਿਸ ਦੀ ਆਰਥਿਕ ਪੋਜੀਸ਼ਨ ਮਜ਼ਬੂਤ ਹੈ ਔਰ ਜਿਸ ਦਾ ਸਮਾਜਿਕ ਖਲਾਰਾ ਬੜਾ ਹੈ ਤੇ ਉਹਦਾ ਵਿਖਾਵਾ ਵੀ ਬੜਾ ਹੈ, ਫੁੱਲ ਔਰ ਫਲ ਵੀ ਬੜੇ ਨੇ, ਕੋਠੀ ਵੀ ਬੜੀ ਡਿਜ਼ਾਈਨਦਾਰ ਹੈ, ਕੱਪੜੇ ਬੜੇ ਸੁੰਦਰ ਪਾਏ ਨੇ। ਹੋ ਸਕਦਾ ਹੈ ਆਪਣੇ ਦੀਵਾਰਾਂ ਦੇ ਉੱਤੇ ਕੋਈ ਚੰਗੇ ਸੁੰਦਰ ਉਪਦੇਸ਼ ਵੀ ਲਿਖੇ ਹੋਣ, ਪਰ ਕੋਈ ਆਸਵੰਦ ਆ ਜਾਏ, ਲੋੜਵੰਦ, ਇਹ ਨਹੀਂ ਕਿ ਐਵੇਂ ਹੀ ਭਿਖਾਰੀ ਤੁਰੇ ਫਿਰਨ, ਕੋਈ ਲੋੜਵੰਦ ਹੋਵੇ ਔਰ ਉਸਦੇ ਕੋਲ ਆਪਣੀ ਲੋੜ ਆਸ ਲੈ ਕੇ ਆਵੇ ਕਿ ਏਡਾ ਵੱਡਾ ਲੀਡਰ ਹੈ, ਇੰਨੇ ਪੈਸੇ ਵਾਲਾ ਹੈ, ਇੰਨੇ ਖਿਲਾਰੇ ਵਾਲਾ ਹੈ ਤੇ ਮੇਰੀ ਲੋੜ ਇਹਦੇ ਕੋਲੋਂ ਪੂਰੀ ਹੋ ਜਾਏਗੀ, 2 ਰੋਟੀਆਂ ਮਿਲ ਜਾਣਗੀਆਂ। ਤੇ ਜੇ ਉਥੋਂ ਕਿਸੇ ਨੂੰ ਭਰ ਪੇਟ ਰੋਟੀ ਵੀ ਨਾ ਮਿਲੇ, ਇੰਨੀ ਵੀ ਆਸ ਨਾ ਹੋਵੇ, ਤਾਂ ਗੁਰੂ ਜੀ ਇਸੇ ਨੂੰ ਸਿੰਮਲ ਰੁੱਖ ਕਹਿ ਰਹੇ ਨੇ, ਇੱਕ ਪ੍ਰਤੀਕ ਹੈ ਮਨੁੱਖਤਾ ਦਾ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਹ ਕਿਉਂ ਨਿਰਾਸ਼ੇ ਚਲੇ ਗਏ? ਕਿਉਂਕਿ ਉੱਥੋਂ ਉਹਨਾਂ ਦੀ ਭੋਜਨ ਤੱਕ ਦੀ ਲੋੜ ਨਹੀਂ ਹੋਈ, ਭੁੱਖ ਵੀ ਨਹੀਂ ਮਿਟੀ।
ਤਾਂ ਉਹ ਲੋਕ ਜਿਨ੍ਹਾਂ ਦੇ ਕੋਲ ਸਭ ਕੁਝ ਹੈ, ਹੁੰਦਿਆਂ ਸੁਣਦਿਆਂ ਜੋ ਕਿਸੇ ਲੋੜਵੰਦ ਦੀ ਸਹਾਇਤਾ ਨਹੀਂ ਕਰਦੇ, ਉਹਨਾਂ ਨੂੰ ਗੁਰੂ ਪਾਤਸ਼ਾਹ ਜੀ ਸਿਮਲ ਰੁੱਖ ਕਹਿ ਰਹੇ ਨੇ। ਜਿੰਨਾ ਮਰਜ਼ੀ ਲੰਮਾ ਹੋਵੇ ਕੀ ਕਰਨਾ ਉਹਦਾ। ਇੱਕ ਰਹੀਮ ਜੀ ਦਾ ਦੋਹਾ ਹੈ, ਉਹ ਕਹਿੰਦਾ ਬੜਾ ਹੁਆ ਤੋ ਕਿਆ ਹੁਆ, ਜੈਸਾ ਪੇੜ ਖਜੂਰ, ਪੰਥੀ ਕੋ ਛਾਇਆ ਨਹੀਂ, ਫਲ ਲਾਗੇ ਅਤੀ ਦੂਰ। ਰੁੱਖ ਖਜੂਰ ਦਾ ਸੜਕ ਦੇ ਕਿਨਾਰੇ ਹੈ, ਰਾਸਤੇ ਦੇ ਕਿਨਾਰੇ ਤੇ, ਪਗਡੰਡੀ ਤੇ। ਕੋਈ ਮੁਸਾਫਿਰ ਜਾ ਰਿਹਾ ਹੈ ਤੇ ਖਜੂਰ ਦੇ ਰੁੱਖ ਦੀ ਛਾਂ ਵੀ ਕੋਈ ਨਹੀਂ, ਥੋੜੇ ਜਿਹੇ ਪੱਤੇ ਨੇ ਤੇ ਪਰਛਾਵਾਂ ਬਹੁਤ ਦੂਰ ਪੈਂਦਾ, ਨਾ ਤੇ ਉਹਦੀ ਛਾਂ ਹੈ। ਪੰਛੀ ਜਿਹੜਾ ਪੰਥੀ ਹੈ, ਰਾਹਗੀਰ ਹੈ, ਉਹਨੂੰ ਉਹਦੀ ਛਾਂ ਨਹੀਂ ਮਿਲਦੀ ਸੀ। ਤੇ ਜੇ ਫਲ ਨੇ ਤੇ ਬਹੁਤ ਦੂਰ ਲੱਗੇ ਨੇ, ਆਮ ਬੰਦਾ ਉੱਥੋਂ ਫਲ ਤੋੜ ਕੇ ਨਹੀਂ ਖਾ ਸਕਦਾ, ਤੇ ਫਿਰ ਐਸੇ ਪੇੜ ਦਾ ਕੀ ਕਰਨਾ ਹੈ। ਇੱਥੇ ਪੇੜ ਇੱਕ ਪ੍ਰਤੀਕ ਹੈ, ਲੰਬਾਈ ਬੜੀ ਹੋਵੇ, ਫਲ ਵੀ ਹੋਣ, ਪਰ ਜੇ ਉੱਥੋਂ ਕਿਸੇ ਨੂੰ ਆਸ ਨਹੀਂ ਤੇ ਐਸੇ ਪੇੜ ਦਾ ਕੀ ਕਰਨਾ ਜਿਹਦੀ ਛਾਂ ਵੀ ਨਹੀਂ, ਜਿਹਦੇ ਤੋਂ ਫਲ ਵੀ ਨਹੀਂ ਖਾ ਸਕਦਾ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਹੁਣ ਜੋ ਐਸੇ ਲੋਕ ਨੇ ਜਿਨ੍ਹਾਂ ਦੇ ਅੰਦਰ ਕੋਰਾਪਨ ਹੈ, ਜਿਨ੍ਹਾਂ ਦੇ ਕੋਲ ਬਹੁਤ ਕੁਝ ਹੈ, ਪਰ ਉਹਨਾਂ ਦੇ ਵਿੱਚ ਇਨਸਾਨੀਅਤ ਨਹੀਂ ਹੈ, ਉਹ ਦੂਜੇ ਕਿਸੇ ਦੇ ਕੰਮ ਨਹੀਂ ਆਉਂਦੇ, ਕਿਸੇ ਰੋਗੀ ਦੀ ਸਹਾਇਤਾ ਨਹੀਂ ਕਰ ਸਕਦੇ, ਕਿਸੇ ਅਪਾਹਿਜ ਦੇ ਕੰਮ ਨਹੀਂ ਆਉਂਦੇ, ਜਾਂ ਕਿਸੇ ਵੀ ਢੰਗ ਨਾਲ ਜੋ ਉਹ ਕਰ ਸਕਦੇ ਸਨ ਨਹੀਂ ਕੀਤਾ, ਤਾਂ ਇਹ ਸਿਮਲ ਰੁੱਖ ਹੀ ਹੈ। ਹੁਣ ਅਗਲੀ ਪੰਕਤੀ ਵਿੱਚ ਕਹਿੰਦੇ ਨੇ ਕਿ ਅਸਲੀਅਤ ਕੀ ਹੈ, ਕੈਸਾ ਹੋਣਾ ਚਾਹੀਦਾ ਬੰਦੇ ਨੂੰ। ਮਿੱਠਤ ਨੀਵੀਂ ਨਾਨਕਾ, ਗੁਣ ਚੰਗਿਆਈਆਂ ਤਤ। ਨੀਵੀਂ ਦਾ ਮਤਲਬ ਨਿਮਰਤਾ। ਗੁਰੂ ਜੀ ਕਹਿੰਦੇ ਨੇ ਨਿਮਰਤਾ ਦੇ ਵਿੱਚ ਮਿਠਾਸ ਹੈ, ਨਿਮਰਤਾ ਦੇ ਅੰਦਰ ਗੁਣ ਨੇ, ਔਰ ਨਿਮਰਤਾ ਇਹੀ ਜੀਵਨ ਦਾ ਤੱਤ ਸਾਰ ਹੈ ਕਿ ਜੇ ਬੰਦੇ ਦੇ ਕੋਲ ਮਿਠਾਸ ਵੀ ਹੋਵੇ ਸ਼ੁਭ ਗੁਣਾਂ ਦੀ, ਔਰ ਉਹਦੇ ਕੋਲ ਬਾਕੀ ਪਦਾਰਥ ਹੋਣ ਤੇ ਨਾਲ ਨਿਮਰਤਾ ਵੀ ਹੋਵੇ, ਉਹਦੇ ਕੋਲ ਗੁਣ ਹੋਣ, ਇਹ ਜ਼ਿੰਦਗੀ ਦਾ ਤੱਤ ਸਾਰ। ਗੁਰਦੇਵ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ ਕਿ ਅਸਲ ਦੇ ਅੰਦਰ, ਜੀਵ ਦੇ ਅੰਦਰ ਨਿਮਰਤਾ ਹੋਣੀ ਚਾਹੀਦੀ ਹੈ। ਨਿਮਰਤਾ ਵਿੱਚ ਹੀ ਅਸਲ ਮਿਠਾਸ ਹੈ, ਔਰ ਨਿਮਰਤਾ ਹੀ ਸਾਰੇ ਗੁਣਾਂ ਔਰ ਚੰਗਿਆਈਆਂ ਦਾ ਤੱਤ ਸਾਰ ਹੈ। ਜੇ ਗੁਣ ਵੀ ਹੈ ਨੇ ਪਰ ਨਿਮਰਤਾ ਨਹੀਂ, ਜੇ ਨਿਮਰਤਾ ਦੇ ਨਾਲ ਤੁਸੀਂ ਕਿਸੇ ਨਾਲ ਪੇਸ਼ ਨਹੀਂ ਆਉਂਦੇ, ਬੋਲਾਂ ਵਿੱਚ ਹੰਕਾਰ, ਬੋਲਾਂ ਵਿੱਚ ਹੰਕਾਰ ਦੀ ਬਦਬੂ, ਤਾਂ ਉਹਦਾ ਕੋਈ ਲਾਭ ਨਹੀਂ ਹੈ। ਤਾਂ ਗੁਰੂ ਜੀ ਕਹਿੰਦੇ ਨੇ ਨਿਮਰਤਾ ਚਾਹੀਦੀ ਹੈ ਜ਼ਿੰਦਗੀ ਵਿੱਚ, ਮਿਠਾਸ ਚਾਹੀਦੀ ਹੈ ਬੋਲਾਂ ਔਰ ਵਿਹਾਰ ਦੇ ਅੰਦਰ, ਗੁਣ ਚਾਹੀਦੇ ਨੇ, ਚੰਗਿਆਈਆਂ ਚਾਹੀਦੀਆਂ ਨੇ। ਇਹ ਤੱਤ ਸਾਰ ਹੈ ਜ਼ਿੰਦਗੀ ਦਾ। ਅਸੀਂ ਦੇਖਦੇ ਹਾਂ, ਤੁਸੀਂ ਕਿਸੇ 5 ਸਟਾਰ ਹੋਟਲ ਵਿੱਚ ਜਾਓ ਤੇ ਉੱਥੋਂ ਕਹੋ ਬੱਚੇ ਵਾਸਤੇ ਦੁੱਧ, ਤੇ ਉਹ ਕਹਿੰਦੇ ਨੇ ਵੀ ਸਾਡੇ ਕੋਲ ਬੱਚੇ ਵਾਸਤੇ ਦੁੱਧ ਨਹੀਂ ਹੈ, ਅਸੀਂ ਅਲੱਗ ਤੋਂ ਦੁੱਧ ਵਗੈਰਾ ਇਸ ਤਰ੍ਹਾਂ ਨਹੀਂ ਰੱਖਦੇ। ਪਰ ਬਾਹਰ ਕਿਤੇ ਤੁਸੀਂ ਜਾ ਰਹੇ ਹੋ ਸਫ਼ਰ ਦੇ ਵਿੱਚ, ਕਿਸੇ ਸੜਕ ਦੇ ਉੱਤੇ, ਖੋਖੇ ਦੇ ਉੱਤੇ ਕੋਈ ਚਾਹ ਦਾ ਖੋਖਾ ਖੋਲ ਕੇ ਬੈਠਾ ਹੈ, ਉੱਥੋਂ ਤੁਸੀਂ ਚਾਹ ਪੀਂਦੇ ਹੋ ਤੇ ਨਾਲ ਕਹਿੰਦੇ ਹੋ ਵੀ ਭਾਈ ਇਹ ਸਾਡੇ ਬੱਚੇ ਵਾਸਤੇ ਥੋੜਾ ਦੁੱਧ ਵੀ ਗਰਮ ਕਰ ਦੇ। ਉਹ ਦੁੱਧ ਦਿੰਦਾ ਹੈ, ਲੇਕਿਨ ਉਹ ਦੁੱਧ ਦੇ ਪੈਸੇ ਨਹੀਂ ਲੈਂਦਾ। ਉਹ ਕਹਿੰਦਾ ਮੈਂ ਬੱਚਿਆਂ ਤੇ ਦੁੱਧ ਦੇ ਪੈਸੇ ਲਈ ਨਹੀਂ ਲੈਂਦਾ, ਬੱਚਾ ਮੇਰਾ ਵੀ ਬੱਚਾ ਹੀ ਹੈ। ਤਾਂ ਕਿਹਨੂੰ ਤੁਸੀਂ ਮਹਾਨ ਕਹੋ? ਇੱਕ ਪਾਸੇ ਮਲਕ ਭਾਗੋ ਹੈ ਜਿਸ ਦੇ ਕੋਲ ਪਦਾਰਥ ਬੜੇ ਨੇ, ਦੂਜੇ ਪਾਸੇ ਭਾਈ ਲਾਲੋ ਜਿਸ ਦੇ ਵਿੱਚ ਨਿਮਰਤਾ ਹੈ, ਪਦਾਰਥਾਂ ਦੀ ਬਹੁਤਾਤ ਨਹੀਂ ਹੈ, ਲੇਕਿਨ ਸੰਤੋਖ ਹੈ, ਹਿਰਦਾ ਬੜਾ ਵਿਸ਼ਾਲ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜ਼ਿੰਦਗੀ ਵਿੱਚ ਨਿਮਰਤਾ ਚਾਹੀਦੀ ਹੈ, ਗੁਣ ਚੰਗਿਆਈਆਂ ਤੱਤ ਚਾਹੀਦੇ ਨੇ, ਔਰ ਇਹਨਾਂ ਸਾਰਿਆਂ ਦਾ ਤੱਤ ਨਿਮਰਤਾ ਹੈ। ਜਿੱਥੇ ਨਿਮਰਤਾ ਹੋਵੇਗੀ ਉੱਥੇ ਗੁਣ ਆਦਿਕ ਆ ਜਾਣ। ਪਰ ਨਿਮਰਤਾ ਦਿਲੋਂ ਹੋਵੇ। ਹੁਣ ਅੱਗੇ ਬਚਨ ਕਰਦੇ ਨੇ ਕਿ ਸਭ ਕੋ ਨਿਵੇਂ ਆਪ ਕਉ, ਪਰ ਕੋ ਨਿਵੇਂ ਨਾ ਕੋਏ। ਹਰ ਬੰਦਾ ਆਪਣੇ ਵਾਸਤੇ ਨਿਮ ਜਾਂਦਾ ਹੈ, ਦੂਜੇ ਵਾਸਤੇ ਕੋਈ ਨਹੀਂ ਨਿਮਦਾ। ਇਹਦਾ ਮਤਲਬ ਕਿ ਨਿਮਰਤਾ ਸਵਾਰਥ ਵਾਲੀ ਵੀ ਹੋ ਸਕਦੀ ਹੈ ਕਿ ਮੈਂ ਤੁਹਾਡੇ ਅੱਗੇ ਜੀ ਜੀ ਕਰਾਂ ਤੇ ਉਹਦੇ ਪਿੱਛੇ ਮੇਰਾ ਸਵਾਰਥ ਹੋਵੇ, ਔਰ ਮੈਂ ਤੁਹਾਨੂੰ ਧੋਖਾ ਦੇਣਾ ਚਾਹੁੰਦਾ ਹਾਂ, ਇਮੋਸ਼ਨਲ ਬਲੈਕਮੇਲ ਕਰਨਾ ਚਾਹੁੰਦਾ ਹਾਂ, ਤਾਂ ਉਹ ਨਿਮਰਤਾ ਨਹੀਂ ਮੰਨੀ ਜਾਏਗੀ, ਉਹ ਇੱਕ ਧੋਖਾ ਮੰਨਿਆ ਜਾਏਗਾ। ਜਿਵੇਂ ਆਮ ਨੇ ਨਾ, ਅਸੀਂ ਜਦੋਂ ਆਪਸ ਦੇ ਵਿੱਚ ਗੱਲਬਾਤ ਕਰਦੇ ਹਾਂ
ਤਾਂ ਕਈ ਲੋਕ ਨਾ ਬੜੀ ਨਿਮਰਤਾ ਵਿਖਾਉਂਦੇ ਨੇ, ਮੈਂ ਤੁਹਾਡੇ ਪੈਰਾਂ ਦਾ ਦਾਸ ਹਾਂ, ਨਾ ਜੀ ਮੈਂ ਤੇ ਤੁਹਾਡੇ ਪੈਰਾਂ ਦੀ ਖਾਕ ਹਾਂ, ਕਹਿ ਦਿੰਦੇ ਆ। ਤੇ ਜੇ ਕੋਈ ਚਾਰ ਬੰਦਿਆਂ ਚ ਕਹਿ ਦੇਵੇ ਯਾਰ ਗੱਲ ਤੇ ਤੇਰੀ ਠੀਕ ਹੈ, ਤੂੰ ਕੱਖ ਵੀ ਨਹੀਂ, ਤੂੰ ਹੈ ਹੀ ਪੈਰਾਂ ਦੀ ਖਾਕ, ਤੇ ਫਿਰ ਅਗਲਾ ਕੀ ਕਰਦਾ ਹੈ? ਫਿਰ ਅਗਲਾ ਗੱਲ ਪੈ ਜਾਂਦਾ, ਤੂੰ ਕੌਣ ਹੈ ਮੈਨੂੰ ਪੈਰਾਂ ਦੀ ਖਾਕ ਆਖਣ ਵਾਲਾ? ਹੋਏ ਤਾਂ ਨਿਮਰਤਾ ਵਿਖਾਵੇ ਦੀ ਹੋਊਗੀ ਨਾ, ਵਿਖਾਵੇ ਦੀ ਨਿਮਰਤਾ ਨਾ ਹੋਵੇ, ਉਹਦੇ ਅੰਦਰ ਸਵਾਰਥ ਨਾ ਹੋਵੇ। ਸਭ ਕੋ ਨਿਵੇਂ ਆਪ ਕੋ, ਪਰ ਕੋ ਨਿਵੇਂ ਨਾ ਕੋਏ। ਗੁਰੂ ਜੀ ਕਹਿੰਦੇ ਨੇ ਬਹੁਤਾਤ ਗਿਣਤੀ ਆਪਣੇ ਸਵਾਰਥ ਕਰਕੇ ਨਿਮਦੀ ਹੈ, ਪਰਉਪਕਾਰ ਵਾਸਤੇ ਕੋਈ ਨਿਮਦਾ ਨਹੀਂ। ਪਰ ਨਾਲ ਅਗਲਾ ਬਚਨ ਕਰਦੇ ਨੇ, ਧਰਤਾ ਰਾਜੂ ਤੋਲੀਐ, ਨਿਵੇਂ ਸੋ ਗੌਰਾ ਹੋਏ। ਗੌਰਾ ਦਾ ਮਤਲਬ ਭਾਰਾ। ਕਹਿੰਦੇ ਨੇ ਫਿਰ ਵੀ ਤੁਸੀਂ ਤਰਾਜੂ ਦੇ ਉੱਤੇ ਦੋ ਚੀਜ਼ਾਂ ਧਰੋ, ਤੇ ਜਿਹੜਾ ਪਲੜਾ ਭਾਰਾ ਹੋਏਗਾ ਨਾ, ਨੀਵਾਂ ਹੋਏਗਾ, ਉਹ ਭਾਰਾ ਵੀ ਹੋਏਗਾ, ਹਲਕਾ ਉਤਾ ਚੁੱਕਿਆ ਜਾਣਾ। ਜਿਹੜਾ ਪਲੜਾ ਭਾਰਾ ਥੱਲੇ ਨੀਵਾਂ ਹੋਏਗਾ, ਤਰਾਜੂ ਦਾ ਜਿਹੜਾ ਪਲੜਾ ਨੀਵਾਂ ਹੋਏਗਾ ਉਹ ਭਾਰਾ ਹੋਏਗਾ, ਤੇ ਜਿਹੜਾ ਉਤਾਂ ਚੁੱਕਿਆ ਜਾਏਗਾ ਉਹ ਹਲਕਾ ਹੋਏਗਾ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਇਸੇ ਤਰ੍ਹਾਂ ਜਿਸ ਮਨੁੱਖ ਦੀ ਜ਼ਿੰਦਗੀ ਵਿੱਚ ਨਿਮਰਤਾ ਹੈ, ਉਹਦਾ ਜੀਵਨ ਭਾਰਾ ਹੈ, ਉਹਦੇ ਅੰਦਰ ਗੁਣ ਨੇ, ਉਹ ਮਹਾਨ ਹੈ। ਤੇ ਜਿਹੜਾ ਨਿੱਕੀ ਜੀ ਗੱਲ ਤੇ ਹੀ ਉਤਾਂ ਚੁੱਕਿਆ ਜਾਂਦਾ ਹੈ, ਫੂੰ ਫੂੰ ਕਰਦਾ ਫਿਰਦਾ ਹੈ, ਉਹ ਹੰਕਾਰੀ ਹੈ, ਉਹਦਾ ਜੀਵਨ ਹੌਲੇ ਮਿਲਦਾ ਹੈ। ਹੁਣ ਅਗਲਾ ਬਚਨ ਇੱਕ ਹੋਰ ਕਰਦੇ ਨੇ ਕਿ ਭਾਰਾ ਹੈ, ਮਹਾਨ ਹੈ ਜੋ ਨਿਮਦਾ ਹੈ, ਪਰ ਉਹ ਜਿਹੜੀ ਨਿਮਰਤਾ ਹੈ ਉਹ ਬਿਲਕੁਲ ਸੱਚੇ ਦਿਲੋਂ ਹੋਏ ਤਾਂ ਠੀਕ ਹੈ। ਅੱਗੇ ਕਹਿੰਦੇ ਨੇ ਅਪਰਾਧੀ ਦੂਣਾ ਨਿਵੇਂ, ਜੋ ਹੰਤਾ ਮਿਰਗਾਹੇ। ਮਿਰਗਾਹੇ ਦਾ ਮਤਲਬ ਹਿਰਨ, ਹੰਤਾ ਦਾ ਮਤਲਬ ਮਾਰਨ ਵਾਲਾ, ਸ਼ਿਕਾਰੀ। ਲੇਕਿਨ ਗੁਰੂ ਜੀ ਕਹਿੰਦੇ ਨੇ ਅਸੀਂ ਦੇਖਦੇ ਹਾਂ ਕਿ ਅਪਰਾਧੀ ਬੰਦਾ ਬਹੁਤ ਨਿਮਦਾ ਹੈ। ਜਦੋਂ ਕੋਈ ਚੋਰ ਕਿਸ ਦੇ ਅੜਿੱਕੇ ਚੜ ਜਾਏ, ਜਾਂ ਕੋਈ ਮਾੜੇ ਕਰਮ ਕਰਨ ਵਾਲਾ ਅੜਿੱਕੇ ਚੜ ਜਾਏ ਕਿਸੇ ਦੇ, ਤੇ ਜਦੋਂ ਪੈਂਦੀਆਂ ਨੇ ਜੁੱਤੀਆਂ, ਫਿਰ ਕਿੰਨੀ ਉਹ ਨਿਮਰਤਾ ਵਿਖਾਉਂਦਾ ਹੈ, ਕਿੰਨੇ ਉਹ ਤਰਲੇ ਲੈਂਦਾ, ਨਹੀਂ ਜੀ ਮਾਫ ਕਰ ਦਿਓ, ਗਲਤੀ ਹੋ ਗਈ, ਮੈਂ ਇਸ ਤੋਂ ਬਾਅਦ ਨਹੀਂ ਕਰਾਂਗਾ, ਜਾਂ ਕੁਛ ਵੀ। ਅਪਰਾਧੀ ਹੈ। ਹੁਣ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਅਪਰਾਧੀ ਬੰਦਾ ਸਹੀ ਨਿਮਰਤਾ ਵਾਲੇ ਨਾਲੋਂ ਵੀ ਦੂਣੀਆਂ ਨਿਮਰਤਾ ਦੀਆਂ ਗੱਲਾਂ ਕਰਦਾ ਹੈ। ਤੇ ਕਰਦਾ ਕੀ ਇਹ, ਜੋ ਹੰਤਾ ਮਿਰਗਾਹੇ, ਜਿਵੇਂ ਜਾਨਵਰਾਂ ਨੂੰ ਮਾਰਨ ਵਾਲਾ ਕੋਈ ਸ਼ਿਕਾਰੀ ਹੈ। ਹਿਰਨ ਨੂੰ ਮਾਰਨ ਵਾਲਾ ਸ਼ਿਕਾਰੀ ਬੰਦੂਕ ਲੈ ਕੇ ਜਾ ਰਿਹਾ ਹੈ, ਤੇ ਗੋਡਿਆਂ ਪਰਨੇ ਹੋਇਆ ਹੈ, ਨਿਮ ਨਿਮ ਕੇ ਜਾ ਰਿਹਾ ਹੈ। ਫਿਰ ਉਹਨੂੰ ਪਤਾ ਲੱਗਦਾ ਕਿ ਹਿਰਨ ਵੇਖ ਨਾ ਲਵੇ, ਫਿਰ ਬਿਲਕੁਲ ਲੰਮਾ ਪੈ ਜਾਂਦਾ, ਅਰਕਾਂ ਦੇ ਨਾਲ ਜਾ ਰਿਹਾ ਹੈ, ਬਿਲਕੁਲ ਹੀ ਲੰਮਾ ਪੈ ਗਿਆ। ਪਰ ਇਹ ਉਹਦੀ ਨਿਮਰਤਾ ਨਹੀਂ ਹੈ, ਇਹ ਉਹਦਾ ਨਮਸਕਾਰ ਕਰਨਾ ਨਹੀਂ ਹੈ। ਇਹ ਹਿਰਨ ਨੂੰ ਧੋਖਾ ਦੇ ਰਿਹਾ ਹੈ, ਛਿਪ ਛਿਪ ਕੇ, ਨਿਵ ਨਿਵ ਕੇ ਹਿਰਨ ਦੇ ਨੇੜੇ ਪਹੁੰਚ ਜਾਣਾ ਚਾਹੁੰਦਾ ਹੈ। ਤੇ ਜਦੋਂ ਉਹਦੀ ਮਾਰ ਦੇ ਵਿੱਚ ਆ ਗਿਆ, ਉਦੋਂ ਉਹਨੇ ਗੋਲੀ ਮਾਰ ਦੇਣੀ, ਉਦੋਂ ਉਹਨੇ ਸ਼ਿਕਾਰ ਨੂੰ ਮਾਰ ਦੇਣਾ। ਤਾਂ ਗੁਰੂ ਜੀ ਕਹਿੰਦੇ ਨੇ ਇਹੋ ਜਿਹੀ ਨਿਮਰਤਾ ਦਾ ਕੋਈ ਫਾਇਦਾ ਨਹੀਂ ਹੈ। ਗੁਰਦੁਆਰੇ, ਮੰਦਰਾਂ, ਮਸੀਤਾਂ ਵਿੱਚ ਜਾ ਕੇ ਮੱਥੇ ਟੇਕੀ ਜਾਓ, ਤੇ ਦਿਲ ਦੇ ਵਿੱਚ ਹੋਵੇ ਕਪਟ, ਤੇ ਇਹੋ ਜਿਹੇ ਮੱਥੇ ਟੇਕਣ ਦਾ ਫਾਇਦਾ ਕੀ? ਇਹੋ ਜਿਹੀ ਨਿਮਰਤਾ ਦਾ ਫਾਇਦਾ ਕੀ ਹੈ? ਇਹ ਧੋਖਾ ਹੈ। ਔਰ ਇਸ ਦੁਨੀਆ ਦੇ ਅੰਦਰ ਬਹੁ ਗਿਣਤੀ ਐਸੀ ਹੀ ਹੈ। ਗੁਰੂ ਜੀ ਨੇ ਪਾਵਨ ਬਚਨ ਕੀਤਾ, ਅੱਗੇ ਕਹਿੰਦੇ ਨੇ ਸ਼ੀਸ਼ ਨਿਵਾਏ ਕਿਆ ਥੀਐ। ਸਿਰ ਝੁਕਾਉਣ ਦੇ ਨਾਲ ਕੀ ਹੋਏਗਾ? ਜਾਂ ਹਿਰਦੇ ਕੁਸੁੱਧੇ ਜਾਹੇ। ਕੁਸੁੱਧੇ ਦਾ ਮਤਲਬ ਪੁੱਠੇ ਪਾਸੇ, ਮਾੜੇ ਕਰਮ ਕਰਨ ਲਈ। ਕਿ ਬਾਹਰੀ ਤੌਰ ਤੇ ਸਿਰ ਝੁਕਾਉਣ ਦੇ ਨਾਲ ਕੁਝ ਵੀ ਬਣਨ ਵਾਲਾ ਨਹੀਂ ਹੈ। ਜੇ ਹਿਰਦੇ ਦੇ ਅੰਦਰ ਖੋਟ ਹੈ, ਜੇ ਖੋਟੇ ਹਿਰਦੇ ਦੇ ਨਾਲ ਝੁਕ ਰਿਹਾ ਹੈ, ਖੋਟੇ ਹਿਰਦੇ ਦੇ ਨਾਲ ਗੁਰਦੁਆਰੇ, ਮੰਦਿਰ, ਮਸੀਤ ਵਿੱਚ, ਧਰਮ ਸਥਾਨ ਵਿੱਚ ਜਾਂਦਾ ਹੈ, ਖੋਟੇ ਹਿਰਦੇ ਦੇ ਨਾਲ ਕਿਸੇ ਦੇ ਅੱਗੇ ਝੁਕਦਾ ਹੈ, ਤਾਂ ਉਸ ਮੱਥਾ ਟੇਕਣ ਦਾ ਫਾਇਦਾ ਕੀ? ਗੁਰੂ ਜੀ ਨੇ ਪਾਵਨ ਬਾਣੀ ਵਿੱਚ ਬਚਨ ਕੀਤਾ ਹੈ ਕਿ ਤੁਸੀਂ ਗੁਰਦੁਆਰੇ, ਮੰਦਿਰ, ਮਸੀਤ ਵਿੱਚ ਦਿਨ ਦੇ 100 ਗੇੜੇ ਲਾਓ, ਪਰ ਜੇ ਤੁਹਾਡਾ ਵਿਸ਼ਵਾਸ ਨਹੀਂ, ਜੇ ਤੁਹਾਡੀ ਸੋਚ ਸੱਚੀ ਨਹੀਂ, ਤਾਂ ਕਦੇ ਵੀ ਜ਼ਿੰਦਗੀ ਵਿੱਚ ਸੁੱਖ ਪੈਦਾ ਨਹੀਂ ਹੋਏਗਾ। ਉਸ ਨੂੰ ਸੁੱਖ ਨਾ ਉਪਜੈ, ਭਾਵੇਂ 100 ਗੇੜਾ ਆਵੋ ਜਾਓ, ਭਾਵੇਂ ਸੈਂਕੜੇ ਵਾਰੀ ਆਉਂਦੇ ਜਾਂਦੇ ਰਹੋ।
ਤਾਂ ਜੇ ਜ਼ਿੰਦਗੀ ਦੇ ਅੰਦਰ ਛਲ ਔਰ ਕਪਟ ਹੈ ਤੇ ਉਸ ਨਿਮਰਤਾ ਦਾ ਫਾਇਦਾ ਨਹੀਂ ਹੈ। ਹੁਣ ਅਸੀਂ ਹਰ ਵੀਰ ਭੈਣ ਨੇ ਆਪਣੇ ਵੱਲ ਵੇਖਣਾ ਹੈ। ਦੇਖੋ, ਮੈਂ ਤੁਹਾਡੇ ਜੀਵਨ ਦਾ ਜੱਜ ਬਿਲਕੁਲ ਨਹੀਂ ਹੋ ਸਕਦਾ ਕਿ ਤੁਸੀਂ ਐਵੇਂ ਹੀ ਮੱਥੇ ਟੇਕ ਦਿਓ। ਮੈਂ ਬਿਲਕੁਲ ਨਹੀਂ ਕਹਿ ਸਕਦਾ। ਜੇ ਮੈਂ ਕਹਿਣਾ ਤਾਂ ਮੈਂ ਗਲਤ ਹਾਂ। ਤੁਸੀਂ ਮੈਨੂੰ ਨਹੀਂ ਕਹਿ ਸਕਦੇ ਵੀ ਮੋਰਸ਼ਾ ਐਵੇਂ ਮੱਥੇ ਟੇਕਦਾ ਫਿਰਨਾ। ਜੇ ਕਹਿੰਦੇ ਹੋ ਤੇ ਗਲਤ। ਉਹਦਾ ਰੀਜ਼ਨ ਪਤਾ ਕੀ ਕਿ ਮੇਰੀ ਮੈਂਟੈਲਿਟੀ, ਮਾਨਸਿਕਤਾ ਬਾਰੇ ਮੈਂ ਖੁਦ ਜਾਣਨਾ ਕਿ ਮੇਰੇ ਅੰਦਰ ਕੀ ਹੈ। ਤੁਸੀਂ ਆਪਣੇ ਬਾਰੇ ਜਾਣਦੇ ਹੋ ਤੁਹਾਡੇ ਅੰਦਰ ਕੀ ਸੀ। ਬਹੁਤ ਕੁਝ ਛੁਪਾ ਲੈਣੇ ਆ ਨਾ ਇੱਕ ਦੂਜੇ ਤੋਂ, ਪਰ ਆਪਣੇ ਆਪ ਤੋਂ ਅਸੀਂ ਨਹੀਂ ਛੁਪਾ ਸਕਦੇ। ਮੈਂ ਆਪਣੇ ਆਪ ਤੋਂ ਨਹੀਂ ਛੁਪਾ ਸਕਦਾ। ਤਾਂ ਸਾਨੂੰ ਆਸਾ ਕੀ ਵਾਰ ਦੀ ਪਾਵਨ ਬਾਣੀ ਪੜ੍ਹਨ ਦਾ, ਸੁਣਨ ਔਰ ਵਿਚਾਰਨ ਦਾ ਇਹ ਲਾਭ ਹੈ ਕਿ ਹਰ ਬੰਦੇ ਨੇ, ਹਰ ਵੀਰ ਭੈਣ ਨੇ ਆਪਣੇ ਆਪ ਨੂੰ ਵਿਚਾਰਨਾ ਹੈ ਕਿ ਮੈਂ ਕਿੱਥੇ ਖੜਾ। ਕਿਤੇ ਮੇਰੇ ਅੰਦਰ ਵੀ ਤੇ ਇਹੋ ਜਿਹੀ ਨਿਮਰਤਾ ਨਹੀਂ, ਸ਼ਿਕਾਰੀ ਵਾਲੀ। ਕਿ ਮੱਥਾ ਟੇਕਣ ਦਾ ਦੇਖੋ ਮਤਲਬ ਜਿਹੜਾ ਨਾ, ਮੱਥਾ ਟੇਕਣ ਦਾ ਭਾਵ ਇਹ ਹੈ ਕਿ ਹੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਮੈਂ ਪ੍ਰੋਮਿਸ ਕਰਨਾ ਤੁਹਾਡੇ ਨਾਲ, ਮੈਂ ਆਤਮ ਸਮਰਪਣ ਕਰ ਰਿਹਾ ਹਾਂ ਕਿ ਮੈਂ ਤੁਹਾਡੀ ਹਰ ਗੱਲ ਨੂੰ ਸਿਰ ਮੱਥੇ ਮੰਨਾਂਗਾ। ਮੱਥਾ ਟੇਕਣ ਦਾ ਮਤਲਬ ਪ੍ਰੋਮਿਸ ਹੈ, ਵਾਦਾ ਹੈ। ਗੁਰੂ ਦੇ ਹੁਕਮ ਅੱਗੇ ਸਿਰ ਝੁਕਾਉਣਾ ਸਮਰਪਣ ਹੈ। ਅਸੀਂ ਵਾਦਾ ਕਰਦੇ ਹਾਂ ਕਿ ਹੇ ਪਾਤਸ਼ਾਹ, ਜੋ ਸਿਧਾਂਤ ਆਪ ਦੀ ਬਾਣੀ ਵਿੱਚ ਲਿਖੇ ਨੇ, ਜੋ ਜੀਵਨ ਜੁਗਤ ਆਪ ਦੇ ਰਹੇ ਹੋ, ਉਸ ਉਪਦੇਸ਼ ਨੂੰ ਮੈਂ ਸਿਰ ਮੱਥੇ ਪ੍ਰਵਾਨ ਕਰਾਂਗਾ, ਉਹਨੂੰ ਆਪਣੀ ਜ਼ਿੰਦਗੀ ਵਿੱਚ ਇੰਪਲੀਮੈਂਟ ਕਰਾਂਗਾ। ਮੱਥਾ ਟੇਕਣ ਦਾ ਭਾਵ ਇਹ ਹੈ। ਹੁਣ ਅਸਾਂ ਸਾਰਿਆਂ ਨੇ ਵਿਚਾਰਨਾ ਹੈ ਭਾਈ ਆਪ ਕਿ ਕੀ ਜੋ ਗੁਰਬਾਣੀ ਵਿੱਚ ਸਾਡੇ ਵਾਸਤੇ ਹੁਕਮ ਕੀਤੇ ਨੇ ਅਸੀਂ ਉਹਦੀ ਪਾਲਣਾ ਕਰ ਰਹੇ ਹਾਂ। ਜੇ ਤਾਂ ਪਾਲਣਾ ਕਰ ਰਹੇ ਹਾਂ ਤਾਂ ਸਾਡੀ ਜ਼ਿੰਦਗੀ ਮੁਬਾਰਕ ਹੈ। ਸਾਨੂੰ ਆਪਣੇ ਆਪ ਨੂੰ ਸ਼ਾਬਾਸ਼ ਦੇਣੀ ਚਾਹੀਦੀ ਹੈ। ਸਾਨੂੰ ਆਪਣੇ ਆਪ ਨੂੰ ਮੁਬਾਰਕਬਾਦ ਦੇਣੀ ਚਾਹੀਦੀ ਹੈ। ਸਾਨੂੰ ਖੁਸ਼ ਹੋਣਾ ਚਾਹੀਦਾ ਹੈ, ਮਾਣ ਕਰਨਾ ਚਾਹੀਦਾ ਹੈ ਕਿ ਹਾਂ, ਮੇਰੀ ਜ਼ਿੰਦਗੀ ਗੁਰਬਾਣੀ ਮੁਤਾਬਕ ਹੈ। ਤੇ ਜੇ ਬਈ ਸਾਡੇ ਅੰਦਰ ਕਿਤੇ ਕਮੀ ਪੇਸ਼ੀ ਹੈ, ਅਸੀਂ ਗੁਰਬਾਣੀ ਅਨੁਸਾਰ ਜ਼ਿੰਦਗੀ ਨਹੀਂ ਜੀ ਰਹੇ, ਆਪਣਾ ਆਪਣਾ ਪਤਾ ਨਾ, ਸੈਲਫ ਐਨਾਲਿਸਿਸ ਕਰਨੀ ਹੈ, ਤੇ ਫਿਰ ਸਾਡਾ ਮੱਥਾ ਟੇਕਣਾ ਉਸ ਸ਼ਿਕਾਰੀ ਵਰਗਾ ਹੈ ਜਿਹੜਾ ਨਿਵਦਾ ਹੈ ਲੇਕਿਨ ਹਿਰਦੇ ਦੇ ਅੰਦਰ ਖੋਟ ਹੈ। ਜਿਨ ਮਨ ਹੋਰ ਮੁਖ ਹੋਰ ਸਿਕਾਂਡੇ ਕੱਚਿਆ, ਜਿਨ੍ਹਾਂ ਦੇ ਮਨ ਵਿੱਚ ਕੁਝ ਹੋਰ ਹੈ, ਮੁਖ ਵਿੱਚ ਕੁਝ ਹੋਰ ਹੈ, ਉਹ ਕੱਚੇ ਨੇ, ਉਹ ਖਰੇ ਨਹੀਂ, ਖੋਟੇ ਨੇ। ਤੇ ਹੁੰਦਾ ਕੀ ਹੈ, ਖਰੇ ਖਜ਼ਾਨੇ ਪਾਈਏ, ਖੋਟੇ ਸੱਟੀਏ ਬਾਹਰ ਵਾਰ। ਖਰਿਆਂ ਨੂੰ ਖਜ਼ਾਨੇ ਪਾ ਲਿਆ ਜਾਂਦਾ ਹੈ, ਖੋਟਿਆਂ ਨੂੰ ਬਾਹਰ ਸੁੱਟ ਦਿੱਤਾ ਜਾਂਦਾ ਹੈ। ਪਹਿਲੀ ਗੱਲ ਕਿ ਅਸੀਂ ਨਿਵਣਾ ਹੈ ਗੁਰੂ ਦੇ ਅੱਗੇ, ਗੁਰੂ ਦੇ ਹੁਕਮਾਂ ਨੂੰ ਮੰਨਣ ਲਈ, ਔਰ ਆਪਣੀ ਜ਼ਿੰਦਗੀ ਵਿੱਚ ਜੇ ਕਿਤੇ ਕੋਈ ਕਮੀ ਪੇਸ਼ੀ ਹੈ ਤਾਂ ਨਿਰਾਸ਼ ਹੋਣ ਦੀ ਲੋੜ ਨਹੀਂ, ਉਹਨੂੰ ਸੁਧਾਰਨ ਦੀ ਲੋੜ ਹੈ। ਗੁਰਬਾਣੀ ਅਨੁਸਾਰ ਜ਼ਿੰਦਗੀ ਜੀਣ ਦੀ ਲੋੜ। ਦੂਜੀ ਗੱਲ, ਅਸੀਂ ਸਿਮਲ ਰੁੱਖ ਨਹੀਂ ਬਣਨਾ। ਮੈਂ ਪਹਿਲਾਂ ਆਪ ਜੀ ਨੂੰ ਇੱਕ ਦਿਨ ਸਾਖੀ ਸੁਣਾਈ ਸੀ ਨਾ, ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਪਿਤਾ ਜੀ ਗਏ ਮੋਦੀ ਖਾਨੇ ਤੇ ਕਹਿਣ ਲੱਗੇ, ਬੇਟਾ ਨਾਨਕ ਪੈਸਾ ਕਿੰਨਾ ਕੁ ਆਉਂਦਾ ਹੈ? ਕਹਿਣ ਲੱਗੇ, ਪਿਤਾ ਜੀ ਪੈਸਾ ਤੇ ਬਹੁਤ ਆਉਂਦਾ ਹੈ। ਤੇ ਕਹਿਣ ਲੱਗੇ, ਫਿਰ ਤੇ ਪੈਸਾ ਬਹੁਤ ਜੋੜ ਲਿਆ ਹੋਏਗਾ, ਕਾਫੀ ਸਮਾਂ ਹੋ ਗਿਆ ਮੋਦੀ ਖਾਨੇ ਤੇ ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ, ਪਿਤਾ ਜੀ ਪੈਸਾ ਜੋੜਿਆ ਤੇ ਨਹੀਂ, ਕੋਈ 150 200 ਪਏ ਹੋਣ ਤੇ ਪਤਾ ਨਹੀਂ, ਜੁੜਿਆ ਨਹੀਂ, ਪੈਸਾ ਇਕੱਠਾ ਨਹੀਂ ਹੋਇਆ। ਤੇ ਪੁੱਛਣ ਲੱਗੇ, ਬੇਟਾ ਜੇ ਇੰਨਾ ਪੈਸਾ ਆਉਂਦਾ ਤੇ ਜਾਂਦਾ ਕਿੱਧਰ? ਗੁਰੂ ਜੀ ਕਹਿਣ ਲੱਗੇ, ਪਿਤਾ ਜੀ ਮੈਂ ਥੋੜੀ ਦੇਰ ਬਾਅਦ ਤੁਹਾਨੂੰ ਦੱਸਣਾ। ਸ਼ਾਮ ਜਦੋਂ ਹੋਈ ਨਾ ਤੇ ਉੱਥੇ ਲਾਈਨ ਲੱਗ ਗਈ ਕੁਝ ਲੋੜਵੰਦਾਂ ਦੀ, ਕੁਝ ਬਿਮਾਰ ਲੋਕ ਜਿਨ੍ਹਾਂ ਨੂੰ ਦਵਾਈ ਦੀ ਲੋੜ ਸੀ, ਕੁਝ ਫਟੇ ਬਸਤਰਾਂ ਵਾਲੇ ਜਿਨ੍ਹਾਂ ਨੂੰ ਬਸਤਰਾਂ ਦੀ ਲੋੜ ਸੀ, ਕੁਝ ਐਸੇ ਲੋਕ ਜਿਨ੍ਹਾਂ ਨੂੰ ਖਾਣ ਪੀਣ ਦੀ ਲੋੜ ਸੀ। ਗੁਰਦੇਵ ਨੇ ਭੁੱਖਿਆਂ ਨੂੰ ਭੋਜਨ ਦਿੱਤਾ, ਨੰਗਿਆਂ ਨੂੰ ਬਸਤਰ ਦਿੱਤੇ, ਲੋੜਵੰਦਾਂ ਨੂੰ ਧਨ ਦਿੱਤਾ। ਤੇ ਕਹਿਣ ਲੱਗੇ, ਪਿਤਾ ਜੀ ਧਨ ਇਧਰੋਂ ਆਉਂਦਾ ਹੈ ਤੇ ਇਧਰ ਚਲਾ ਜਾਂਦਾ ਹੈ। ਤੇ ਨਾਲ ਕਿਹਾ, ਹੈ ਮੇਰੇ ਪਾਤਸ਼ਾਹ, ਨਾ ਹੈ ਮੇਰੇ ਪਿਤਾ ਜੀ, ਜਦੋਂ ਤੱਕ ਰੱਬ ਦੇ ਇਸ ਵੱਡੇ ਪਰਿਵਾਰ ਵਿੱਚ ਜਿਹਦਾ ਮੈਂ ਵੀ ਇੱਕ ਮੈਂਬਰ ਹਾਂ, ਜਦੋਂ ਤੱਕ ਰੱਬ ਦੇ ਇਸ ਵੱਡੇ ਪਰਿਵਾਰ ਦੇ ਅੰਦਰ ਇੱਕ ਵੀ ਬੰਦਾ ਭੁੱਖਾ ਪਿਆਸਾ ਹੈ, ਨੰਗਾ ਹੈ, ਘਰ ਤੋਂ ਬਿਨਾਂ ਹੈ, ਉਦੋਂ ਤੱਕ ਮੈਂ ਪੈਸੇ ਜਮ੍ਹਾਂ ਕਿਵੇਂ ਕਰ ਸਕਦਾ? ਜਦੋਂ ਤੱਕ ਸਾਡੇ ਇਸ ਵੱਡੇ ਪਰਿਵਾਰ ਵਿੱਚ ਇੱਕ ਵੀ ਬੰਦਾ ਨੰਗਾ ਭੁੱਖਾ ਹੈ, ਉਦੋਂ ਤੱਕ ਪੈਸੇ ਜਮ੍ਹਾਂ ਕਰਨੇ ਪਾਪ,
अपराध है। ਇਹਨੂੰ ਕਹਿੰਦੇ ਨੇ ਮਿੱਠਤ ਨੀਵੀਂ ਨਾਨਕਾ। ਤੇ ਦੂਜੇ ਪਾਸੇ ਮਲਕ ਭਾਗੋ ਵਰਗੇ ਉਸ ਅਵਸਥਾ ਨੂੰ ਅਸੀਂ ਕਹਿ ਦਿੰਦੇ ਆ ਸਿਮਲ ਰੁੱਖ। ਇਸ ਲਈ ਸਿਮਲ ਰੁੱਖ ਨਹੀਂ ਬਣਨਾ, ਨਿਮਰਤਾ ਦੇ ਧਾਰ ਨਹੀਂ ਹੋਣਾ। ਅਸੀਂ ਇੱਕ ਦੂਜੇ ਦੀ ਹੈਲਪ ਕਰਨੀ ਹੈ ਜਿੰਨੀ ਅਸੀਂ ਕਰ ਸਕਦੇ ਹਾਂ। ਇਹਦਾ ਮਤਲਬ ਇਹ ਵੀ ਨਹੀਂ ਕਿ ਅਸੀਂ ਧਨ ਹੀ ਦੇ ਸਕਦੇ ਹਾਂ। ਦੇਖੋ, ਜਿਸ ਦੇ ਕੋਲ ਕੋਈ ਧਨ ਹੈ, ਜੋ ਸਹਾਇਤਾ ਕਰ ਸਕਦਾ ਹੈ, ਉਹ ਕਰ ਸਕਦਾ ਹੈ, ਤੇ ਜਿਹਦੇ ਕੋਲ ਧਨ ਨਹੀਂ ਉਹ ਕੀ ਕਰੇ? ਕਿਉਂਕਿ ਅਸੀਂ ਧਨ ਤੇ ਹੀ ਜ਼ੋਰ ਦਿੰਦੇ ਹਾਂ ਵੀ ਦਸਵੰਧ ਦਿਓ। ਹੁਣ ਜਿਹਦੇ ਕੋਲ ਧਨ ਨਹੀਂ ਉਹ ਕੀ ਕਰੇ? ਅਸੀਂ ਕਿਵੇਂ ਦੇ ਸਕਦੇ ਹਾਂ ਕਿਸੇ ਨਾ ਕਿਸੇ ਨੂੰ ਕੁਛ ਨਾ ਕੁਛ? ਹਰ ਬੰਦੇ ਦੇ ਕੋਲ ਬਹੁਤ ਕੁਛ ਹੈ ਅੱਗੇ ਦੇਣ ਲਈ। ਦੇਖੋ, ਮੈਂ ਮੰਨ ਲਓ ਸਪੋਜ਼ ਕਿ ਮੈਂ ਪੰਜਾਬੀ ਪੜ੍ਹਾ ਸਕਦਾ, ਤਾਂ ਮੈਂ ਹਫ਼ਤੇ ਵਿੱਚ 2-4 ਕਲਾਸਾਂ ਲਗਾ ਦਿਆਂ, ਕੋਈ 2-4 ਬੱਚਿਆਂ ਨੂੰ ਪੰਜਾਬੀ ਸਿਖਾ ਦਿਆਂ, ਕੁਛ 2-4 ਵੀਰਾਂ ਭੈਣਾਂ ਨੂੰ ਮੈਂ ਗੁਰਬਾਣੀ ਪੜ੍ਹਨੀ ਸਿਖਾ ਦਿਆਂ, ਤਾਂ ਮੈਂ ਇਹ ਦਸਵੰਧ ਕੀਤਾ ਨਾ, ਸੇਵਾ ਕੀਤੀ। ਇੱਕ ਬੰਦਾ ਹੈ ਕੰਪਿਊਟਰ ਦਾ ਮਾਸਟਰ ਹੈ, ਤਾਂ ਉਹ ਹਫ਼ਤੇ ਵਿੱਚ 1-2 ਦਿਨ ਸੰਡੇ ਸੈਚਰਡੇ ਕਲਾਸ ਲਗਾ ਕੇ 2-4 ਵੀਰਾਂ ਭੈਣਾਂ ਨੂੰ ਕੰਪਿਊਟਰ ਦੀ ਬੇਸਿਕ ਸਿੱਖਿਆ ਦੇ ਦੇਵੇ, ਜਿਸ ਲਈ ਉਹ ਕੋਈ ਈਮੇਲ ਵਗੈਰਾ ਜਾਂ ਹੋਰ ਕੁਛ ਛੋਟਾ ਮੋਟਾ ਕੰਮ ਕਰਨ ਜੋਗੇ ਹੋ ਜਾਣ। ਇੱਕ ਮਾਤਾ ਹੈ, ਉਹਦੇ ਕੋਲ ਟਾਈਮ ਹੈ, ਤਾਂ ਉਹ 2-4 ਕੁੜੀਆਂ ਨੂੰ, ਬੀਬੀਆਂ ਨੂੰ ਪ੍ਰਸ਼ਾਦਾ ਪਾਣੀ ਬਣਾਉਣੇ ਸਿਖਾ ਦੇ, ਪਰੌਂਠੇ ਬਣਾਉਣੇ ਸਿਖਾ ਦੇਵੇ, ਸਬਜ਼ੀ ਬਣਾਉਣੀ ਸਿਖਾ ਦੇਵੇ। ਯਾਨੀ ਜੋ ਵੀ ਗੁਣ ਕਿਸੇ ਦੇ ਕੋਲ ਹੈ ਉਹ ਅੱਗੇ ਵੰਡਣ ਦਾ ਯਤਨ ਅਸੀਂ ਕਰ ਸਕਦੇ ਨਾ। ਸਿਮਲ ਰੁੱਖ ਨਾ ਬਣੇ ਬੰਦਾ, ਨਿਮਰਤਾ ਹੋਵੇ ਤੇ ਅੱਗੇ ਵੰਡ ਕੇ ਛਕਣ ਦਾ ਯਤਨ। ਇਹ ਤੇ ਸੀ ਉਹਨਾਂ ਲੋਕਾਂ ਦੀ ਗੱਲ ਜਿਨ੍ਹਾਂ ਦੇ ਕੋਲ ਦੁਨਿਆਵੀ ਪਦਾਰਥ ਨੇ, ਲੇਕਿਨ ਉਹ ਸੱਪ ਦੀ ਤਰ੍ਹਾਂ ਕੁੰਡਲੀ ਮਾਰ ਬੈਠੇ ਨੇ, ਬਲੈਕ ਮਨੀ ਹੈ, ਲੇਕਿਨ ਉਹ ਕਿਸੇ ਦੀ ਹੈਲਪ ਨਹੀਂ ਕਰਦੇ। ਇਹ ਤੇ ਉਹਨਾਂ ਦੀ ਗੱਲ। ਦੂਜੀ ਸੀ ਜਿਹੜੇ ਝੂਠੀ ਨਿਮਰਤਾ ਵਿਖਾਉਂਦੇ ਨੇ ਠੱਗੀਆਂ ਮਾਰਨ ਵਾਸਤੇ, ਇਹੋ ਜਿਹੇ ਸਾਧਨ ਵਰਤਦੇ ਨੇ, ਨਿਮਦੇ ਨੇ, ਔਰ ਕਿਸੇ ਦੀ ਮੌਤ ਦਾ ਕਾਰਨ ਬਣਦੇ ਨੇ, ਕਿਸੇ ਦੀ ਪ੍ਰੋਪਰਟੀ ਹੜਪ ਲੈਂਦੇ। ਹੁਣ ਅਗਲੇ ਸ਼ਲੋਕ ਦੇ ਵਿੱਚ ਬਚਨ ਕਰ ਰਹੇ ਨੇ ਜਿਹੜੇ ਧਰਮੀ ਲੋਕ ਨੇ, ਜੋ ਧਰਮ ਦਾ ਸਹਾਰਾ ਲੈਂਦੇ ਨੇ। ਪਹਿਲੇ ਵਾਲੇ ਨੇ ਨਿਮਰਤਾ ਦਾ ਸਹਾਰਾ ਲਿਆ ਹੈ, ਝੁਕਣ ਦਾ ਸਹਾਰਾ ਲਿਆ ਹੈ, ਉਹਦੇ ਨਾਲ ਸਵਾਰਥ ਪੂਰਾ ਕੀਤਾ ਹੈ, ਕਿਸੇ ਦਾ ਹੱਕ ਖਾਧਾ ਹੈ, ਉਹ ਠੀਕ ਨਹੀਂ ਹੈ। ਦੂਜਾ ਸਿਮਲ ਵਰਗਾ ਹੋ ਕੇ ਰਹਿਣਾ, ਉਹ ਠੀਕ ਨਹੀਂ ਹੈ। ਹੁਣ ਤੀਜੇ ਲੋਕ ਨੇ ਧਾਰਮਿਕ, ਜਿਨ੍ਹਾਂ ਦੇ ਵਿੱਚ ਸਾਡੇ ਵਰਗੇ ਲੋਕ ਪ੍ਰਚਾਰਕ ਵੀਰ ਆ ਜਾਂਦੇ ਨੇ, ਬਾਬੇ ਆ ਜਾਂਦੇ ਨੇ, ਜਾਂ ਹੋਰ ਧਰਮੀ ਲੋਕ ਆ ਜਾਂਦੇ ਨੇ। ਸਾਰੇ ਇੱਥੇ ਗੱਲ ਇੱਕ ਦੀ ਕਰਕੇ ਤੇ ਗੱਲ ਸਰਬ ਸਾਂਝੀ ਕਹੀ ਹੈ। ਹੁਣ ਗੱਲ ਕਰਦੇ ਨੇ ਪਏ ਬ੍ਰਾਹਮਣ ਦੀ, ਜੋ ਪੁਜਾਰੀ ਹੈ। ਦੇਖੋ, ਕਿਸੇ ਬ੍ਰਾਹਮਣ ਜਾਤ ਦੀ ਸਾਰਿਆਂ ਦੀ ਗੱਲ ਨਹੀਂ ਹੈ, ਇਹ ਉਹਨਾਂ ਦੀ ਗੱਲ ਹੈ ਜੋ ਇਹ ਗਲਤ ਕਰਮ ਕਰਦੇ ਨੇ। ਪੜ੍ਹ ਪੁਸਤਕ ਸੰਧਿਆ ਬਾਦਮ, ਕਿ ਇਹ ਸੱਜਣਾ ਧਾਰਮਿਕ ਬੰਦਾ ਹੈ, ਪੁਜਾਰੀ ਹੈ, ਜਿਹੜਾ ਧਰਮ ਗ੍ਰੰਥ ਪੜ੍ਹ ਰਿਹਾ ਹੈ ਤੇ ਸੰਧਿਆ ਕਰਦਾ ਹੈ ਤ੍ਰਿਕਾਲ, ਸਵੇਰੇ ਦੁਪਹਿਰ ਸ਼ਾਮ ਦੀਵਾ ਬੱਤੀ ਕਰਨਾ, ਸੰਧਿਆ ਦੇ ਸਮੇਂ ਦੀ ਪ੍ਰਾਰਥਨਾ ਕਰਨੀ, ਸਵੇਰ ਦੀ, ਸ਼ਾਮ ਦੀ, ਦੁਪਹਿਰ ਦੀ। ਬਾਦੰ, ਬਾਦੰ ਦਾ ਮਤਲਬ ਵਾਦ ਵਿਵਾਦ, ਵਿਚਾਰ ਚਰਚਾ, ਝਗੜਾ, ਬਹਿਸ। ਕਿ ਤੂੰ ਧਾਰਮਿਕ ਗ੍ਰੰਥ ਵੀ ਪੜ੍ਹਦਾ, ਦੀਵਾ ਬੱਤੀ ਵੀ ਕਰਨਾ, ਤੇ ਧਾਰਮਿਕ ਗ੍ਰੰਥਾਂ ਦੇ ਵਿੱਚੋਂ ਜੋ ਤੂੰ ਗਿਆਨ ਹਾਸਲ ਕੀਤਾ ਹੈ ਉਹਦੇ ਨਾਲ ਵਾਦ ਵਿਵਾਦ ਵੀ ਕਰਦਾ, ਝਗੜੇ ਵੀ ਕਰਦਾ। ਹੁਣ ਧਾਰਮਿਕ ਗ੍ਰੰਥ ਝਗੜਿਆਂ ਵਾਸਤੇ ਤੇ ਨਹੀਂ ਸੀ। ਜੇ ਅਸੀਂ 2 ਮਿੰਟ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਗੱਲ ਕਰ ਲਈਏ, ਤਾਂ ਇਹ ਬਾਣੀ ਲੜਨ ਵਾਸਤੇ ਤਾਂ ਨਹੀਂ ਨਾ ਕਿ ਅਸੀਂ ਸਾਰੇ ਭੈਣ ਭਰਾ ਲੜੀਏ, ਝਗੜੀਏ। ਇਹਦੇ ਵਾਸਤੇ ਬਾਣੀ ਥੋੜਾ ਹੈ। ਬਾਣੀ ਤਾਂ ਸਾਨੂੰ ਰੱਬ ਦੇ ਵਿੱਚ ਅਭੇਦ ਕਰਨ ਦੀ ਜੁਗਤੀ ਦੱਸਦੀ ਹੈ, ਸਾਨੂੰ ਰੱਬ ਵਰਗਿਆਂ ਬਣਾਉਂਦੀ ਹੈ, ਸਾਡੇ ਆਚਰਨ ਆਦਰਸ਼ ਨੂੰ ਉੱਚਿਆਂ ਚੁੱਕਦੀ ਹੈ, ਸਾਡੀਆਂ ਸਾਰੀਆਂ ਭੁੱਖਾਂ ਗਵਾ ਦਿੰਦੀ ਹੈ, ਸਾਡੇ ਅੰਦਰ ਆਨੰਦ ਦਾ ਜੀਵਨ ਸਾਡੇ ਅੰਦਰ ਪੈਦਾ ਕਰਦੀ ਹੈ, ਗਿਆਨ ਦਾ ਦੀਵਾ ਜਗਾਉਂਦੀ ਹੈ। ਬਾਣੀ ਤਾਂ ਵਿਸ਼ਵ ਸ਼ਾਂਤੀ ਦੀ ਗੱਲ ਕਰਦੀ, ਲੇਕਿਨ ਅਸੀਂ ਬਾਣੀ ਨੂੰ ਪੜ੍ਹ ਕੇ ਲੜ ਰਹੇ ਹਾਂ। ਆਮ ਜੋ ਬੰਦੇ ਨੇ, ਬਹੁਤਾਤ ਗਿਣਤੀ, ਬਾਣੀ ਨੂੰ ਪੜ੍ਹ ਕੇ ਲੜ ਰਹੇ ਨੇ, ਮਰਿਆਦਾ ਦੇ ਨਾਮ ਤੇ ਝਗੜੇ ਨੇ। ਔਰ ਇਹ ਕੇਵਲ ਸਾਡੀ ਗੱਲ ਨਹੀਂ, ਇਹ ਸਾਰਿਆਂ ਧਰਮਾਂ ਵਿੱਚ ਵੇਖ ਸਕਦੇ ਹੋ। ਇਸਲਾਮ ਦੇ ਵਿੱਚ ਵੀ ਸੀਆ ਸੁੰਨੀ ਉਹਨਾਂ ਦੀ ਆਪਸੀ ਵਿਚਾਰਕ ਸਾਂਝ ਨਹੀਂ ਹੁੰਦੀ। ਈਸਾਈਆਂ ਦੇ ਵਿੱਚ ਕੈਥੋਲਿਕ ਔਰ ਪ੍ਰੋਟੈਸਟੈਂਟੀ ਉਹਨਾਂ ਦੀ ਆਪਸੀ ਸਾਂਝ ਨਹੀਂ ਹੈ।
ਹਿੰਦੂ ਵੀਰਾਂ ਵਿੱਚ ਬੜੇ ਫਿਰਕੇ ਨੇ ਤੇ ਸਿੱਖਾਂ ਦੇ ਅੰਦਰ ਮਰਿਆਦਾ ਦੇ ਨਾਮ ਤੇ ਜੋ ਕੁਝ ਹੁੰਦਾ ਹੈ ਉਹ ਤੁਹਾਡੇ ਸਾਹਮਣੇ ਹੀ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਪੜ ਪੁਸਤਕ ਸੰਧਿਆ ਬਾਦਨ, ਤੂੰ ਧਰਮ ਗ੍ਰੰਥ ਵੀ ਪੜਦਾ ਹੈ, ਦੀਵਾ ਬੱਤੀ ਕਰਦਾ ਹੈ, ਨਾਲ ਝਗੜੇ ਕਰਦਾ ਹੈ। ਸਿਲ ਪੂਜਸ ਬਗੁਲ ਸਮਾਧਨ, ਤੂੰ ਪੱਥਰ ਦੀ ਪੂਜਾ ਕਰ ਰਿਹਾ, ਪੱਥਰ ਦੇ ਵਿੱਚੋਂ ਰੱਬ ਪਾਣਾ ਚਾਹੁੰਦਾ ਹੈ, ਤੇ ਬਗਲਿਆਂ ਵਾਲੀਆਂ ਸਮਾਧੀਆਂ ਵੀ ਲਾ ਰਿਹਾ, ਅੱਖਾਂ ਬੰਦ ਕਰਕੇ ਬੈਠਾ। ਇਸ ਤਰ੍ਹਾਂ ਬੈਠੇ ਹੁੰਦੇ ਨੇ ਬਹੁਤ ਸਾਰੇ ਲੋਕ। ਤੇ ਦੇਖੋ ਬਗੁਲ ਸਮਾਧਨ ਕਿਹਨੂੰ ਕਹਿੰਦੇ ਨੇ? ਬਗੁਲ ਸਮਾਧਨ, ਬਗੁਲ ਦਾ ਮਤਲਬ ਬਗਲਾ। ਬਗਲਾ ਪਾਣੀ ਦੇ ਵਿੱਚ ਹੈ ਔਰ ਇੱਕ ਪੈਰ ਦੇ ਉੱਤੇ ਖਲੋਤਾ ਹੈ, ਬਿਲਕੁਲ ਅਡੋਲ ਖਲੋਤਾ ਹੈ, ਅੱਧੀਆਂ ਅੱਖਾਂ ਵੀ ਬੰਦ ਨੇ, ਤੇ ਕੱਪੜੇ ਵੀ ਉਹਦੇ ਯਾਨੀ ਪੰਖ ਵੀ ਉਹਦੇ ਬਿਲਕੁਲ ਚਿੱਟੇ ਨੇ। ਤੀਰਥ ਦੇ ਵਿੱਚ ਉਹ ਖਲੋਤਾ ਹੈ ਜਾਂ ਸਾਫ਼ ਸੁਥਰੇ ਪਾਣੀ ਵਿੱਚ ਖਲੋਤਾ ਹੈ, ਇੱਕ ਪੈਰ ਤੇ ਖਲੋਤਾ ਹੈ, ਅੱਧੀਆਂ ਅੱਖਾਂ ਬੰਦ ਨੇ, ਚਿੱਟੇ ਸਾਫ਼ ਸੁਥਰੇ ਕੱਪੜੇ ਨੇ। ਇੰਝ ਲੱਗਦਾ ਜਿਵੇਂ ਇਹਨੇ ਸਮਾਧੀ ਲਾਈ ਹੈ, ਧਿਆਨ ਦੇ ਵਿੱਚ ਖਲੋਤਾ, ਔਰ ਬਗਲੇ ਤੋਂ ਜ਼ਿਆਦਾ ਧਿਆਨ ਤੁਸੀਂ ਲਾ ਨਹੀਂ ਸਕਦੇ। ਪਰ ਜਦੋਂ ਕੋਈ ਡੱਡੀ ਮੱਛੀ ਆਉਂਦੀ ਹੈ, ਝੜੱਪਾ ਮਾਰਦਾ, ਮਜਾਲ ਹੈ ਕਿ ਡੱਡੀ ਮੱਛੀ ਬਚ ਕੇ ਚਲੀ ਜਾਏ, ਖਾ ਜਾਂਦਾ। ਹੁਣ ਇਹ ਸਮਾਧੀ ਕਾਹਦੇ ਵਾਸਤੇ ਸੀ? ਧਿਆਨ ਕਾਹਦੇ ਵਾਸਤੇ ਸੀ? ਰੱਬ ਨੂੰ ਮਿਲਣ ਲਈ ਥੋੜਾ, ਜੀਵ ਜਨਤਾ ਨੂੰ ਫਸਾਉਣ ਵਾਸਤੇ ਸੀ। ਤੇ ਗੁਰੂ ਜੀ ਪੁਜਾਰੀ ਨੂੰ ਕਹਿ ਰਹੇ ਨੇ, ਤੂੰ ਧਰਮ ਗ੍ਰੰਥ ਪੜ੍ਹਦਾ ਹੈ, ਸੰਧਿਆ ਕਰਦਾ ਹੈ, ਵਾਦ ਵਿਵਾਦ ਕਰਦਾ ਹੈ, ਮੂਰਤੀ ਪੂਜਾ ਕਰਦਾ ਹੈ, ਤੇ ਨਾਲ ਬਗਲਿਆਂ ਵਾਲੀਆਂ ਸਮਾਧੀਆਂ ਲਾਣਾ ਦੂਜਿਆਂ ਨੂੰ ਠੱਗਣ ਵਾਸਤੇ, ਦੂਜਿਆਂ ਤੋਂ ਧਨ ਅਰਜਿਤ ਕਰਨ ਵਾਸਤੇ। ਅੰਦਰ ਤੇਰੇ ਕੁਝ ਹੋਰ ਹੈ ਤੇ ਬਾਹਰ ਤੇਰੇ ਕੁਝ ਹੋਰ ਹੈ। ਇੱਕ ਸਾਖੀ ਆਉਂਦੀ ਹੈ ਨਾ ਕਿ ਗੁਰੂ ਨਾਨਕ ਦੇਵ ਜੀ ਜਾ ਰਹੇ ਸਨ ਤੇ ਰਾਸਤੇ ਦੇ ਵਿੱਚ ਕੁਝ ਲੋਕ ਇਕੱਠੇ ਸਨ, ਤੇ ਇੱਕ ਬਾਬਾ ਸਮਾਧੀ ਵਿੱਚ ਬੈਠਾ ਸੀ ਤੇ ਕਹਿ ਰਿਹਾ ਸੀ, ਮੈਨੂੰ ਤਿੰਨੇ ਲੋਕ, ਸ਼ਿਵ ਲੋਕ, ਬ੍ਰਹਮਾ ਲੋਕ, ਪਰਲੋਕ, ਸਭ ਕੁਝ ਨਜ਼ਰੀ ਆ ਰਿਹਾ, ਤਿੰਨ ਲੋਕ ਮੈਨੂੰ ਆਕਾਸ਼ ਪਤਾਲ ਨਜ਼ਰੀ ਆ ਰਹੇ ਨੇ। ਤੇ ਲੋਕ ਉਹਦੇ ਸਾਹਮਣੇ ਪਏ ਹੋਏ ਲੋਟੇ ਵਿੱਚ ਪੈਸੇ ਪਾ ਰਹੇ ਸਨ, ਤਨ ਤਨ ਦੀ ਆਵਾਜ਼ ਹੋ ਰਹੀ ਸੀ। ਅੱਖਾਂ ਉਹਨੇ ਬੰਦ ਕੀਤੀਆਂ ਸੀ, ਥੋੜੀ ਦੇਰ ਬਾਅਦ ਥੋੜਾ ਜਿਹਾ ਖੋਲ ਕੇ ਵੇਖ ਲੈਂਦਾ ਸੀ। ਲੋਕ ਉਹਨੂੰ ਸਮਝ ਰਹੇ ਸਨ ਤ੍ਰਿਕਾਲਦਰਸ਼ੀ, ਕਿ ਬਹੁਤ ਵੱਡਾ ਸਮਾਧੀ ਧਿਆਨ ਲਾਉਣ ਵਾਲਾ ਬੰਦਾ। ਗੁਰੂ ਨਾਨਕ ਪਾਤਸ਼ਾਹ ਜੀ ਨੇ ਭਾਈ ਮਰਦਾਨਾ ਨੂੰ ਇਸ਼ਾਰਾ ਕੀਤਾ ਤੇ ਭਾਈ ਮਰਦਾਨਾ ਜੀ ਨੇ ਉਹਦਾ ਲੋਟਾ ਪੈਸਿਆਂ ਵਾਲਾ ਚੁੱਕ ਕੇ ਉਹਦੇ ਪਿੱਛੇ ਰੱਖ ਦਿੱਤਾ, ਆਪ ਵੀ ਬਹਿ ਗਏ। ਹੁਣ ਟਨ ਟਨ ਦੀ ਆਵਾਜ਼ ਆਉਣੀ ਬੰਦ ਹੋ ਗਈ, ਤੇ ਜਦੋਂ ਉਹਨੇ ਥੋੜੀ ਕਾਣੀ ਨਜ਼ਰ ਨਾਲ ਇੰਜ ਕਰਕੇ ਵੇਖਿਆ ਨਾ, ਸਾਈਡ ਤੇ ਵੀ ਅੱਗੇ ਗੜਵਾ ਤੇ ਹੈ ਨਹੀਂ, ਗੜਵਾ ਕੌਣ ਲੈ ਗਿਆ? ਬਸ ਖੁੱਲ ਗਈ ਸਮਾਧੀ, ਲੋਹਾ ਲਾਖਾ ਹੋ ਗਿਆ। ਕੌਣ ਹੈ ਜਿਸਨੇ ਮਹਾਪੁਰਸ਼ਾਂ ਦੇ ਨਾਲ ਮਜ਼ਾਕ ਕੀਤਾ ਹੈ? ਮੈਂ ਭਸਮ ਕਰ ਦਿਆਂਗਾ, ਮੈਂ ਸਾੜ ਦਿਆਂਗਾ, ਮੈਂ ਸਰਾਫ ਦੇ ਦਿਆਂਗਾ, 7 ਜਨਮ ਭ੍ਰਸ਼ਟ ਕਰ ਦਿਆਂਗਾ, ਕੁੱਲਾ ਨਾਸ ਕਰ ਦਿਆਂ। ਲੋਕ ਡਰ ਰਹੇ ਸਨ। ਤੇ ਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਬ੍ਰਹਮ ਗਿਆਨੀ ਜੀ, ਸੰਤ ਬਾਬਾ ਜੀ, ਇੰਨਾ ਨਾਰਾਜ਼ ਹੋਣ ਦੀ ਕੀ ਲੋੜ ਹੈ? ਅੱਗ ਬਬੂਲਾ ਕਿਉਂ ਹੋ ਰਹੇ ਹੋ? ਤੇ ਕਿੰਨੇ ਚੁੱਕਿਆ? 2 ਪਲ ਪਹਿਲਾਂ ਤੁਸੀਂ ਕਹਿ ਰਹੇ ਸੀ ਮੈਨੂੰ 3 ਲੋਕ ਦਿਸ ਰਹੇ ਨੇ, ਮੈਂ ਤੁਹਾਡੇ ਮਨ ਦੀ ਗੱਲ ਜਾਣ ਸਕਦਾ ਹਾਂ, ਤੁਹਾਡਾ ਮੈਂ ਭਵਿੱਖ ਦੱਸ ਸਕਦਾ ਹਾਂ, ਮੈਂ ਹੁਣ ਬ੍ਰਹਮ ਲੋਕ ਤੇ ਸ਼ਿਵ ਲੋਕ ਦੇ ਵਿੱਚ ਵਿਚਰ ਰਿਹਾ। ਤੈਨੂੰ 3 ਲੋਕ ਦਿਸਦੇ ਨੇ ਤੇ ਆਪਣਾ ਗੜਵਾ ਵੇਖ ਕਿਹੜੇ ਲੋਕ ਵਿੱਚ? ਤੈਨੂੰ ਪਿੱਛੇ ਪਿਆ ਆਪਣਾ ਗੜਵਾ ਨਹੀਂ ਦਿਸਦਾ? ਪਿੱਛੇ ਪਿਆ ਗੜਵਾ ਨਹੀਂ ਦਿਸਦਾ? ਤਾਂ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਦੱਸਿਆ ਕਿ ਸਮਾਧੀਆਂ ਝੂਠੀਆਂ ਨੇ। ਉਹਨੇ ਵੀ ਮੁਆਫੀ ਮੰਗੀ ਕਿ ਪਾਤਸ਼ਾਹ ਮੈਂ ਲੋਕਾਂ ਨੂੰ ਠੱਗ ਰਿਹਾ ਸਾਂ। ਇਹਨੂੰ ਕਹਿੰਦੇ ਨੇ ਬਗੁਲ ਸਮਾਧੀ। ਤੇ ਅੱਜ ਵੀ ਬਗਲ ਸਮਾਧੀਆਂ ਲਗਾਈਆਂ ਜਾ ਰਹੀਆਂ ਨੇ। ਇਹ ਜ਼ਰੂਰੀ ਨਹੀਂ ਕਿ ਅੱਖਾਂ ਹੀ ਬੰਦ ਕਰੋ, ਬੜੇ ਢੰਗ ਤਰੀਕਿਆਂ ਦੇ ਨਾਲ ਆਮ ਲੋਕਾਂ ਦਾ ਇਮੋਸ਼ਨਲ ਬਲੈਕਮੇਲ ਕੀਤਾ ਜਾਂਦਾ ਹੈ। ਤਾਂ ਗੁਰੂ ਜੀ ਕਹਿੰਦੇ ਨੇ, ਇਹ ਪੁਜਾਰੀ ਵਰਗ, ਤੂੰ ਇਹ ਕੁਛ ਕਰ ਰਿਹਾ ਹੈ। ਤੇ ਅਗਲਾ ਬਚਨ ਬੜਾ ਪਿਆਰਾ, ਕਹਿੰਦੇ ਨੇ, ਮੁਖ ਝੂਠ ਵਿਭੂਖਣ ਸਾਰੰ। ਹੁਣ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਵਿਭੂਖਣ ਦਾ ਮਤਲਬ ਗਹਿਣੇ ਤੇ ਸਾਰੰਗ ਦਾ ਮਤਲਬ ਸੋਹਣੇ। ਕਿ ਤੇਰੇ ਮੂੰਹ ਦੇ ਵਿੱਚ ਤੇ ਝੂਠ ਹੈ, ਮੂੰਹ ਚ ਝੂਠ ਬੋਲਣਾ, ਲੇਕਿਨ ਉਹਨੂੰ ਸੋਹਣੇ ਗਹਿਣਿਆਂ ਦੀ ਤਰ੍ਹਾਂ ਸ਼ਿੰਗਾਰ ਕੇ ਪੇਸ਼ ਕਰਦਾ ਹੈ। ਪੇਸ਼ ਐਵੇਂ ਕਰਦਾ ਕਿ ਉਹ ਸੱਚ ਜਾਪਦਾ। ਮੁਖ ਝੂਠ ਵਿਭੂਖਣ ਸਾਰੰਗ, ਹੈ ਝੂਠ ਪਰ ਬੋਲਦਾ ਐਸੇ ਤਰੀਕੇ ਦੇ ਨਾਲ ਹੈ, ਗਹਿਣਿਆਂ ਦੀ ਤਰ੍ਹਾਂ ਐਨ ਸ਼ਿੰਗਾਰ ਕੇ, ਕਿ ਉਹ ਤੇਰਾ ਝੂਠ ਵੀ ਸੱਚ ਲੱਗਦਾ ਔਰ ਹਕੀਕਤ ਹੈ।
देखो बहुत वड्डे वड्डे झूठ बोले गए ने पुजारी वर्ग वालों, अज भी बोले जा रहे हैं, और इन्हें श्रृंगार श्रृंगार के पेश किए ने कि वो झूठ साडे मन दियां गहराइयां विच उतर गए ने ते असीं उन्हां नूं सच मन बैठे हां। ते अज जे कोई उन्हां झूठां दे खिलाफ बोलदा है ते सानूं इह लगदा है बंदा झूठ बोल रहा है, ते पुजारी कहंदे ने चुक लो पत्थर ते मारो इहनूं। देखो नरक और स्वर्ग झूठ है, मरण तो बाद कोई नरक नहीं कोई स्वर्ग नहीं। गुरु जी पावन बाणी विच कहंदे ने कवन नरक क्या सुर्ग विचारा, संतन दो राधे हम काहू की कान ना कढ़ते अपने गुर प्रसादे। पर इन्ना श्रृंगार श्रृंगार के पेश किया गया है कि जे तुसी दान पुण्य करोगे तुहानू अगे 70 गुना मिलेगा। तुहानू उत्थे शुद्ध शराब दियां नदियां वग रहीआं ने, अंगूरां दे शराब दियां, शुद्ध शहद दियां नदियां वग रहीआं ने, बड़े उत्थे बाग बगीचे ने, बेमौसमे फल ने, खाण वास्ते रसगुल्ले गुलाब जामुन बर्फी समोसे पकौड़े पीजे बर्गर वेज नॉन वेज सब कुछ तैयार है। बिस्तरे बड़े वधिया सोने दे बैडां दे उत्ते बिछे ने, परियां जिहड़ियां ने तुहाडे उत्ते पक्खे चलणगीआं, इन्ना कुछ मिलेगा। किन्ना श्रृंगार के पेश की। ते नरक दे अंदर पाओगे जे तुसी दान पुण्य ना कीता, नरक दे विच तुहानू तेल दे विच तलणगे, अग दे विच साड़नगे, तुहानू वैतरनी नदी दे अंदरों खिंचिया जाएगा, रेते दे अंदर तुरया जाएगा, नेजे मार मार के विन्निया जाएगा, ते फिर विन विन के तुहानू फिर तलणगे तेल च सड़ जाओगे, फिर बाहर कढ के तुहाडे ते दोबारा चमड़ी पैदा करके फिर तेल च सुट दिता जाएगा। किन्ना शिंगारिया गया। ते अज साडे भी लोग मतलब हर धर्म विच ही ने, इन्ना शिंगार के पेश किया जाता है झूठ नूं कि बंदा उस झूठ नूं ही मन लैंदा है। गुरु जी कहंदे ने मुख झूठ, तू झूठ बोल रहे हैं, विभूकण सारंग लेकिन गहणियां की तरह शिंगार के बोल रहे। हुण भूत प्रेत ने किन्ना बाबे साडे जिहड़े भूत प्रेत कड्ढण वाले जंतरा मंत्रा वाले शिंगार शिंगार के पेश करते हैं, लोग मन लैंदे ने। हुण बंदा पुछे भी जे भूत चंबड़दा है, जिहड़ियां आत्मावां दी मुक्ति नहीं हुंदी ते उन्हां दियां आत्मावां भूत बन के चंबड़दियां ने, ते कदे किसी गां मੱਝ नूं वेखिआ भूत चंबड़दा कि किसी मੱਝ नूं भूत चंबड़ गया होवे ते मੱਝ बोल बोल के दसदी होवे, मੱਝ बोलन लग गई होवे, आवाज कड्ढे। कदे किसी गां नूं किसी कुत्ते बिल्ली नूं भूत चंबड़िया होवे, बंदियां दियां आत्मावां ते भटकदियां ने, उन्हां नूं चंबड़ना चाहिए पर नहीं चंबड़दियां। कदे वेख्या भी किसी नूं कुत्ते दा भूत चंबड़ गया होवे ते बंदा कुत्ते दी तरह भौंकदा होवे जां गां दी तरह तुरन लग जावे ते बंदा जिहड़ा है दुध देण लग जाए, गां दा भूत चंबड़ गया ना, एवें नहीं ना हुंदा। एवें शिंगार शिंगार के पेश किया गया। फिर पहला भूत प्रचारे ते बाद विच इह प्रचारिया कि साडे कोल शक्ति असीं भूत कढ सकदे हां। बड़े वड्डे वड्डे कारोबार चल रहे, बाबे वडभाग सिंह दा डेरा वेख लो, बिल्कुल झूठ दे बेस ते चल रहा, क्योंकि झूठ पेश किया जा रहा है। इसलिए गुरबाणी नूं पढ़ के असीं गुरबाणी नूं बेस बना के सोचना है, किसी बंदे ते विश्वास नहीं। मेरा मतलब ये नहीं कि विश्वास करो ही ना, उस जो बंदा गल कह रहा ना उन्होंने गुरबाणी की कसवटी ते परख लो। ਜਿਹੜੀ चीज बाणी की कसवटी ते पूरी उतरे वो सच्ची है, बाकी नूं छड्ड दो भावें किसी दी होवे। मुख झूठ विभूकण सारन, मूंह चों तू झूठ बोलदा है ते गहणियां की तरह शिंगार के बोलदा है। त्रेपाल तिहाल विचारन, त्रेपाल तिहाल, त्रेपाल का मतलब तिन्ना पालों वाला जो गायत्री मंत्र है, तिहाल का मतलब तिन्ने वेले, विचारन का मतलब तू विचारदा है। तो गुरु पातशाह जी कहंदे ने कि तू 3 वेले पाठ विचार भी करदा है, गायत्री का दिन दे विच 3 वेरी पाठ करदा है, 3 पदां वाली गायत्री ओदा तू पाठ करदा, मूंह चों तू झूठ बोलदा है, पत्थरां आदिक दी तू पूजा करदा है। हुण अगे असलीयत दसदे ने कि असलीयत की है। जे जानस ब्रह्मं कर्मं, गुरु पातशाह जी कहंदे हन कि जे ए ऐसा पुजारी असली रब्बी करम, ब्रह्मन कर्मन का मतलब रब दा करम, रब दी रजा, रब दा भाना, रब दी सिफत सलाह दे कर्म नूं जान लवे ना, सब फोकट निश्चो कर्मं, निश्चो का मतलब निश्चित जानो कि सारे कर्म फोकट ने, इन्हां कम्मां दा कोई लाभ नहीं।
ਤੁਹਾਡੀ ਝੂਠੀ ਨਿਮਰਤਾ, ਝੂਠੇ ਮੱਥੇ ਟੇਕਣੇ, ਤੁਹਾਡੇ ਪਾਠ ਪੂਜਾ, ਜੇਕਰ ਅੰਦਰ ਸੱਚ ਨਹੀਂ, ਇਨਸਾਨੀਅਤ ਨਹੀਂ, ਅੰਦਰੋਂ ਬਾਹਰੋਂ ਇੱਕ ਨਹੀਂ, ਤਾਂ ਇਹ ਸਭ ਫੋਕਟ ਕਰਮ ਨੇ। ਇਹਨਾਂ ਦਾ ਧਰਮ ਦੇ ਨਾਲ ਕੋਈ ਸੰਬੰਧ ਨਹੀਂ। ਜੇ ਜਾਣਸ ਬ੍ਰਹਮੰ ਕਰਮੰ ਸਭ ਫੋਕਟ ਨਿਸ਼ਚੋ ਕਰਮੰ। ਨਿਸ਼ਚੋ ਦਾ ਮਤਲਬ ਨਿਸ਼ਚਿਤ ਤੌਰ ਤੇ ਇਹ ਜਾਣ ਲਓ ਕਿ ਸਾਰੇ ਕਰਮ ਫਜ਼ੂਲ ਨੇ। ਹੁਣ ਦੇਖੋ, ਜਦੋਂ ਬ੍ਰਾਹਮਣ ਦੀ ਗੱਲ ਹੁੰਦੀ ਹੈ ਕਿ ਉਹ ਪੱਥਰ ਪੂਜਾ ਕਰਦਾ ਹੈ, ਸਾਨੂੰ ਕੋਈ ਇਤਰਾਜ਼ ਨਹੀਂ, ਸਾਨੂੰ ਬੜੀ ਖੁਸ਼ੀ ਹੁੰਦੀ। ਪਰ ਜਦੋਂ ਸਾਡੇ ਵੱਲ ਗੱਲ ਆਉਂਦੀ ਹੈ ਕਿ ਅਸੀਂ ਵੀ ਬਾਬੇ ਨਾਨਕ ਦੀਆਂ ਫੋਟੋਆਂ ਦੇ ਅੱਗੇ ਮੱਥੇ ਟੇਕਦੇ ਹਾਂ, ਫਿਰ ਸਾਨੂੰ ਮਿਰਚਾਂ ਲੱਗਦੀਆਂ, ਫਿਰ ਗੁੱਸਾ ਚੜ੍ਹਦਾ। ਗੱਲ ਇਹ ਵੀ ਉਹੀ ਹੈ, ਚਾਹੇ ਤੁਸੀਂ ਪੂਜਾ ਮੂਰਤੀ ਦੀ ਕਰ ਲਓ ਜਾਂ ਪੂਜਾ ਫੋਟੋ ਦੀ ਕਰ ਲਓ, ਕਿਸੇ ਵੀ ਫੋਟੋ ਨੂੰ ਰੱਖ ਲਓ, ਫੋਟੋ ਅੱਗੇ ਧੂਫਾਂ ਦਿਖਾ ਲਓ, ਮੱਥੇ ਟੇਕ ਲਓ, ਔਰ ਮੂੰਹ ਦੇ ਵਿੱਚ ਝੂਠ ਬੋਲੀ ਜਾਓ। ਪਾਠ ਪੂਜਾ ਕਰੋ ਪੁਜਾਰੀ ਦੀ ਤਰ੍ਹਾਂ ਤੇ ਮੂੰਹ ਚੋਂ ਝੂਠ ਬੋਲੋ, ਲੋਕਾਂ ਨੂੰ ਇਮੋਸ਼ਨਲ ਬਲੈਕਮੇਲ ਕਰੋ, ਤਾਂ ਇਹ ਧਰਮ ਨਹੀਂ ਹੈ, ਇਹ ਫੋਕਟ ਕਰਮ ਨੇ। ਹੁਣ ਅੱਗੇ ਕਰ ਕਹਿੰਦੇ ਨੇ, ਕਹੋ ਨਾਨਕ ਨਿਸ਼ਚੋ ਧਿਆਵੇ। ਅਸਲੀਅਤ ਬਿਆਨ ਕਰਦੇ ਨੇ। ਕਹੋ ਨਾਨਕ ਨਿਸ਼ਚੋ ਧਿਆਵੇ। ਨਿਸ਼ਚੋ ਦਾ ਮਤਲਬ ਨਿਸ਼ਚੇ ਨਾਲ, ਵਿਸ਼ਵਾਸ ਦੇ ਨਾਲ, ਪਿਆਰ ਦੇ ਨਾਲ। ਧਿਆਵੇ ਦਾ ਮਤਲਬ ਧਿਆਵੇ, ਉਹਦੇ ਗੁਣ ਗਾਵੇ, ਉਹਦੇ ਗੁਣਾਂ ਦਾ ਧਾਰਨੀ ਹੋਵੇ, ਅੰਦਰੋਂ ਬਾਹਰੋਂ ਇੱਕ ਹੋਵੇ, ਰੱਬ ਦੀ ਰਜ਼ਾ ਮੁਤਾਬਕ ਜ਼ਿੰਦਗੀ ਜੀਵੇ, ਮਨ ਵਿੱਚ ਵੀ ਸੱਚ ਹੋਵੇ, ਬੋਲਾਂ ਵਿੱਚ ਵੀ ਸੱਚ ਹੋਵੇ, ਵਿਹਾਰ ਦੇ ਅੰਦਰ ਵੀ ਸੱਚ ਹੋਵੇ। ਜੇ ਅਸੀਂ ਬਾਣੀ ਪੜ੍ਹਦੇ ਹਾਂ ਨਾ, ਕਿ ਸਚਿਆਰਾ ਹੋਈ ਹੈ ਕਿ ਕੂੜੇ ਟੁੱਟੇ ਪਾਲ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਜੇ ਇਹ ਬਾਣੀ ਪੜ੍ਹ ਰਹੇ ਹਾਂ ਤੇ ਇਹਦੇ ਤੇ ਅਮਲ ਵੀ ਕਰਦੇ ਹੋਈਏ। ਸਭ ਮਹਿ ਜੋਤ ਜੋਤ ਹੈ ਸੋਏ। ਜੇ ਅਸੀਂ ਇਹ ਬਾਣੀ ਦਾ ਪਾਠ ਕਰ ਰਹੇ ਹਾਂ ਤੇ ਇਹਦੇ ਤੇ ਅਮਲ ਵੀ ਕਰੀਏ। ਹਰ ਇੱਕ ਦੇ ਅੰਦਰ ਰੱਬ ਨੂੰ ਵੇਖ, ਹਰ ਇੱਕ ਦੇ ਨਾਲ ਰੱਬ ਵਾਲਾ ਪਿਆਰ ਸਤਿਕਾਰ ਕਰੀਏ। ਅਸੀਂ ਪੜ੍ਹਦੇ ਹਾਂ ਨਾ, ਫੱਕੜ ਜਾਤੀ ਫੱਕੜ ਨਾਉ, ਇਹ ਜਾਤੀ ਜਿਹੜੀ ਹੈ ਬੇਕਾਰ ਦੀ ਵਿਅਰਥ ਗੱਲ ਹੈ। ਜਾਣੋ ਜੋਤ ਨਾ ਪੁੱਛੋ ਜਾਤੀ, ਆਗੇ ਜਾਤ ਨਾ ਹੈ। ਕਿ ਕਿਸੇ ਬੰਦੇ ਦੇ ਅੰਦਰ ਵਸਦੀ ਰੱਬ ਦੀ ਜੋਤ ਨੂੰ ਵੇਖੋ, ਉਹਦੀ ਜਾਤ ਨੂੰ ਨਾ ਵੇਖੋ। ਪਰ ਅਸੀਂ ਇਹ ਪੜ੍ਹਨ ਵਾਲੇ ਸਾਰੇ ਜਾਤਾਂ ਪੁੱਛਦੇ ਆ ਨਾ, ਜਾਤੀਵਾਦ ਵਿੱਚ ਫਸੇ ਆ ਨਾ। ਅਸੀਂ ਪੜ੍ਹਦੇ ਤੇ ਇਹ ਆ, ਰਹਿਤ ਮਰਿਆਦਾ ਵਿੱਚ ਤਾਂ ਇਹ ਲਿਖਿਆ ਹੈ ਕਿ ਬੱਚੇ ਦੀ ਜੇ ਕੁੜਮਾਈ ਕਰਨੀ ਹੈ ਤਾਂ ਕੁੜਮਾਈ ਕਰਨੀ ਜ਼ਰੂਰੀ ਨਹੀਂ, ਪਰ ਜੇ ਕਰਨੀ ਹੋਵੇ ਤੇ ਕੋਈ ਵੀ ਇੱਕ ਦਿਨ ਨਿਸ਼ਚਿਤ ਕਰਕੇ ਦੋਵੇਂ ਪਰਿਵਾਰ, ਬੇਟੇ ਬੇਟੀ ਵਾਲੇ, ਬੇਟੇ ਦੀ ਝੋਲੀ ਦੇ ਅੰਦਰ ਇੱਕ ਕਿਰਪਾਨ ਛੋਟੀ ਤੇ ਇੱਕ ਕੜਾ ਤੇ ਕੁਛ ਮਿੱਠਾ ਪਾ ਦਿੱਤਾ ਜਾਏ। ਹੁਣ ਇਹ 200-250 ਦਾ ਸਮਾਨ, ਕੀ ਫਰਕ ਪੈਂਦਾ? ਐਵੇਂ ਤੁਸੀਂ ਕੁੜਮਾਈ ਕਰ ਲਓ ਜੇ ਕਰਨੀ ਚਾਹੁੰਦੇ ਹੋ, ਨਹੀਂ ਤਾਂ ਕੁੜਮਾਈ ਦੀ ਲੋੜ ਨਹੀਂ। ਪਰ ਜੇ ਕਰਨੀ ਹੈ ਤੇ ਐਵੇਂ। ਪਰ ਅਸੀਂ ਕਿੰਨੇ ਕਿਵੇਂ ਕਰਨੇ ਆ? ਗੱਲ ਤਾਂ ਉਹੀ ਹੋ ਗਈ ਨਾ ਵੀ ਅਸੀਂ ਸ਼ਿੰਗਾਰ ਕੇ ਪੇਸ਼ ਕਰ ਰਹੇ ਹਾਂ ਤੇ ਕਰ ਕੁਛ ਹੋਰ। ਇਹ ਹਰ ਧਰਮ ਦੇ ਪੁਜਾਰੀ ਵਰਗ ਉੱਤੇ, ਹਰ ਧਰਮੀ ਬੰਦੇ ਤੇ, ਚਾਹੇ ਉਹ ਕਿਸੇ ਵੀ ਧਰਮ ਦਾ ਹੈ, ਜੋ ਧਰਮ ਵਿੱਚ ਵਿਸ਼ਵਾਸ ਰੱਖਦਾ ਹੈ, ਇਹ ਗੱਲਾਂ ਸਾਰਿਆਂ ਵਾਸਤੇ ਨੇ, ਸਾਂਝੀਆਂ ਨੇ। ਕਿ ਸਾਡਾ ਬਨਾਵਟੀ ਜੀਵਨ ਨਹੀਂ ਹੋਣਾ ਚਾਹੀਦਾ, ਧੋਖੇ ਵਾਲਾ, ਕਹਿਣਾ ਕੁਛ ਹੋਰ, ਕਰਨਾ ਕੁਛ ਹੋਰ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਕਹੋ ਨਾਨਕ ਨਿਹਚੋਂ ਧਿਆਵੇ। ਨਿਸ਼ਚੇ ਦੇ ਨਾਲ, ਵਿਸ਼ਵਾਸ ਦੇ ਨਾਲ, ਜਿਨ ਕੇ ਮਨ ਸਾਚਾ ਵਿਸ਼ਵਾਸ, ਪੇਖ ਪੇਖ ਸੁਆਮੀ ਕੀ ਸ਼ੋਭਾ, ਆਨੰਦ ਸਦਾ ਉਲਾਸ। ਜ਼ਿੰਦਗੀ ਵਿੱਚ ਆਨੰਦ ਪੈਦਾ ਹੋਏਗਾ। ਪਰ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਐਸੀ ਜ਼ਿੰਦਗੀ ਮਿਲੇ ਕਿਵੇਂ? ਸਾਨੂੰ ਸਾਧਨ ਕਿੱਥੋਂ ਮਿਲਣ? ਕਿਉਂਕਿ ਇੱਕ ਫਾਰਮੂਲਾ ਹੈ ਜ਼ਿੰਦਗੀ ਦੇ ਉੱਤੇ ਵਿੱਚ ਲਾਗੂ ਕਰਨ ਲਈ ਕਿ ਸਾਡਾ ਗੋਲ ਕੀ ਹੈ। ਦੂਜੇ ਨੰਬਰ ਤੇ ਕਿ ਉਸ ਗੋਲ ਤੇ ਪਹੁੰਚਣ ਲਈ ਸੋਰਸਿਸ, ਸਾਧਨ ਕੀ ਨੇ। ਤੀਜੇ ਨੰਬਰ ਤੇ ਉਹ ਸਾਧਨ ਕਿੱਥੋਂ ਮਿਲਣਗੇ, ਤੇ ਚੌਥੇ ਨੰਬਰ ਤੇ ਉਹ ਸਾਧਨ ਕਿਵੇਂ ਮਿਲਣਗੇ, ਤੇ ਪੰਜਵੇਂ ਨੰਬਰ ਤੇ ਅਸੀਂ ਕਿੰਨੇ ਦੇਰ ਵਿੱਚ ਆਪਣੇ ਏਮ ਤੇ ਪਹੁੰਚ ਜਾਵਾਂਗੇ, ਗੋਲ ਤੇ ਪਹੁੰਚ ਜਾਵਾਂਗੇ। ਜੇ ਅਸੀਂ ਟਾਈਮ ਫਿਕਸ ਨਹੀਂ ਕਰਦੇ ਤਾਂ ਅਸੀਂ ਕਦੇ ਵੀ ਆਪਣੇ ਗੋਲ ਤੇ ਨਹੀਂ ਪਹੁੰਚ ਸਕਦੇ। ਹੁਣ ਸਾਨੂੰ ਇਹਨਾਂ ਚੀਜ਼ਾਂ ਦਾ ਪਤਾ ਲੱਗ ਗਿਆ, ਪਰ ਹੁਣ ਸਵਾਲ ਇਹ ਹੈ ਕਿ ਇਹ ਜੋ ਸਾਡੀ ਮੰਜ਼ਿਲ ਹੈ, ਅੰਦਰੋਂ ਬਾਹਰੋਂ ਇੱਕ ਹੋਣ ਦੀ, ਉੱਚੀ ਸੁੱਚੀ ਜ਼ਿੰਦਗੀ ਜੀਣ ਦੀ, ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ ਵਾਲਾ ਜੀਵਨ ਪ੍ਰਾਪਤ ਕਰਨ ਦੀ ਮੰਜ਼ਿਲ ਦਾ ਤਾਂ ਪਤਾ ਲੱਗ ਗਿਆ ਵੀ ਬਹੁਤ ਵਧੀਆ ਵਿਚਾਰ ਹੈ ਗੁਰੂ ਪਾਤਸ਼ਾਹ ਜੀ ਦੀ। ਪਰ ਇਹ ਮਿਲੀ ਕਿਉਂ ਨਹੀਂ? ਐਸੀ ਜ਼ਿੰਦਗੀ ਮਿਲੀ ਕਿਉਂ ਨਹੀਂ? ਔਰ ਜੇ ਅਸੀਂ ਚਾਹੁੰਦੇ ਹਾਂ ਸਾਨੂੰ ਮਿਲੇ,
ਤਾਂ ਉਹ ਕਿਵੇਂ ਮਿਲੇਗੀ? ਹੁਣ ਗੁਰੂ ਜੀ ਲਾਸਟ ਵਿੱਚ ਕਹਿ ਰਹੇ ਨੇ, ਵਿਣ ਸਤਿਗੁਰ ਵਾਟ ਨਾ ਪਾਵੇ। ਵਾਟ ਦਾ ਮਤਲਬ ਰਾਸਤਾ। ਗੁਰੂ ਤੋਂ ਬਿਨਾ ਧਰਮ ਦਾ ਅਸਲ ਰਾਸਤਾ ਨਹੀਂ ਮਿਲਦਾ। ਗੁਰੂ ਤੋਂ ਬਿਨਾ ਜੀਵਨ ਦੀ ਸਹੀ ਜੁਗਤ ਨਹੀਂ ਮਿਲਦੀ। ਤੇ ਸਾਡੀ ਜੋ ਕਮੀ ਰਹੀ ਹੈ ਉਹ ਇਹੀ ਰਹੀ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਅਗਵਾਈ ਨਹੀਂ ਲਈ। ਅਸੀਂ ਆਪ ਬਾਣੀ ਨੂੰ ਨਹੀਂ ਪੜ੍ਹਿਆ। ਇੱਕ ਕੰਨੇ ਨੇ ਸਾਡੇ ਤੇ ਬਹੁਤ ਮਾਰ ਮਾਰੀ ਹੈ। ਅਸੀਂ ਪਾਠ ਕਰਨਾ ਸੀ, ਪਾਠ ਕਰਨ ਲਈ ਕਿਹਾ ਗਿਆ ਸੀ, ਪਰ ਅਸੀਂ ਕਰਾਉਣ ਲੱਗ ਗਏ, ਰਾਰੇ ਨਾਲ ਕੰਨਾਂ ਗਲਤ ਲਾ ਦਿੱਤੇ, ਪਾਠ ਕਰਾਉਣ ਲੱਗ ਗਏ। ਹੁਣ ਪਾਠ ਕਰਾ ਰਹੇ ਹਾਂ ਤਾਂ ਸਹਿਜ ਪਾਠ ਜਾਂ ਅਖੰਡ ਪਾਠ ਦਾ ਰਹਿਤ ਮਰਿਆਦਾ ਵਿੱਚ ਇੱਕ ਬਹੁਤ ਪਿਆਰਾ ਬਚਨ ਲਿਖਿਆ ਹੈ ਕਿ ਜਿਨ੍ਹਾਂ ਨੇ ਪਾਠ ਕਰਨਾ ਕਰਾਣਾ ਹੈ ਉਹ ਪਰਿਵਾਰ ਜਾਂ ਸੰਗਤ ਆਪ ਮਿਲ ਕੇ ਪਾਠ ਕਰਨ, ਆਪ ਮਿਲ ਕੇ ਸਾਰਾ ਪਰਿਵਾਰ। ਤੇ ਜੋ ਵੀਰ ਭੈਣਾਂ ਪਾਠ ਨਹੀਂ ਕਰ ਸਕਦੇ ਉਹ ਬੜੇ ਪਿਆਰ ਨਾਲ ਬਹਿ ਕੇ ਪਾਠ ਸੁਣਨ। ਐਵੇਂ ਨਾ ਹੋਵੇ ਕਿ ਪਾਠੀ ਇਕੱਲਾ ਹੀ ਪੜ੍ਹਦਾ ਰਵੇ ਤੇ ਸੁਣਨ ਵਾਲਾ ਕੋਈ ਹੋਵੇ ਹੀ ਨਾ। ਤੇ ਸਾਡੇ ਤੇ ਬਹੁਤੇ ਐਵੇਂ ਹੀ ਹੁੰਦੇ ਨੇ ਨਾ, ਗੁਰਦੁਆਰਾ ਫੋਨ ਕਰਤਾ, ਭਾਈ ਜੀ ਪਾਠ ਰੱਖ ਦਿਓ, ਤੇ ਅਸੀਂ ਆਉਣਾ ਸੀ ਪਰ ਆ ਨਹੀਂ ਸਕੇ। ਸਾਰਾ 3 ਦਿਨ ਨਹੀਂ ਵੜੇ ਗੁਰਦੁਆਰੇ। ਤੇ ਭੋਗ ਵਾਲੇ ਦਿਨ ਫਿਰ ਜਦੋਂ ਉਧਰੋਂ ਪਾਠ ਦਾ ਭੋਗ ਪੈਣ ਵਾਲਾ ਹੁੰਦਾ ਹੈ, ਭਾਈ ਜੀ ਹੌਲੀ ਕਰੋ, ਸਾਡਾ ਚਾਚਾ ਨਹੀਂ ਆਇਆ, ਭੂਆ ਲੇਟ ਹੋ ਗਈ ਹੈ, ਮਾਸੀ ਨਹੀਂ ਆਈ। ਭਾਈ ਵਿਚਾਰੇ ਫਿਰ ਬੈਠੇ ਹੁੰਦੇ ਨੇ ਲੰਮੀਆਂ ਹੇਕਾਂ ਲਾ ਕੇ। ਤਾਂ ਉਹਦਾ ਲਾਭ ਕੀ ਹੋਇਆ? ਹੁਣ ਦੇਖੋ, ਕਈ ਲੋਕ ਕਹਿਣਗੇ ਜੀ ਪਾਠ ਦੇ ਖਿਲਾਫ ਨਹੀਂ ਬੋਲ ਰਹੇ। ਗੱਲ ਤੇ ਇਹ ਸੀ ਵੀ ਬਾਣੀ ਸੁਣ ਕੇ ਅਮਲ ਕਰਨਾ ਸੀ। ਤੇ ਅਸੀਂ ਫਿਰ ਕਈ ਵਾਰੀ ਕਹਿੰਦੇ ਆ ਵੀ ਹੁਣ ਅੱਜ ਸਾਡੇ ਤੋਂ ਆਇਆ ਨਹੀਂ ਗਿਆ, ਤੇ ਹੁਣ ਇੰਝ ਕਰਿਆ ਜੇ ਭਾਈ ਜੀ, ਸੌਰੀ, ਭੇਟਾ ਅਸੀਂ ਭੇਜ ਰਹੇ ਹਾਂ ਬੇਬੇ ਦੇ ਹੱਥ, ਤੇ ਹੁਕਮਨਾਮਾ ਲਿਖ ਕੇ ਦੇ ਗਿਆ। ਬੇਬੇ ਨੂੰ ਫੜਾ ਦਿਆ, ਜੇ ਬੇਬੇ ਲੈ ਆਵੇਗੀ ਪੰਨਾ, ਗੜਬੜ ਹੋ ਗਿਆ ਨਾ। ਤਾਂ ਗੁਰੂ ਜੀ ਕਹਿੰਦੇ ਨੇ, ਵਿਣ ਸਤਿਗੁਰ ਵਾਟ ਨਾ ਪਾਵੇ। ਗੁਰੂ ਤੋਂ ਬਿਨਾ ਜੀਵਨ ਦਾ ਸਹੀ ਰਾਸਤਾ ਨਹੀਂ ਮਿਲਦਾ। ਇਸ ਲਈ ਅਸੀਂ ਗੁਰਬਾਣੀ ਨੂੰ ਆਪ ਪੜ੍ਹਨਾ। ਮੈਂ ਰੋਜ਼ ਬੇਨਤੀ ਕਰ ਰਿਹਾ ਕਿ ਆਪ ਪੜ੍ਹਨਾ, ਗੁਰਬਾਣੀ ਨੂੰ ਆਪ ਵਿਚਾਰਨਾ ਔਰ ਗੁਰਬਾਣੀ ਮੁਤਾਬਕ ਚੱਲਣ ਦਾ ਪ੍ਰਣ ਲੈਣਾ। ਮੈਂ ਵੀ ਤੇ ਤੁਸੀਂ ਵੀ। ਅਸੀਂ ਸਾਰੇ ਨਾ ਵੀਰ ਭੈਣਾਂ ਹਾਂ, ਸਾਡਾ ਇੱਕ ਪਰਿਵਾਰ ਹੈ। ਮੈਂ ਤੁਹਾਡੇ ਇੱਕ ਪਰਿਵਾਰ ਦਾ ਮੈਂਬਰ ਹਾਂ। ਮੈਨੂੰ ਇਹ ਨਾ ਸਮਝੋ ਕਿ ਮੈਂ ਪ੍ਰਚਾਰਕ ਹਾਂ ਤੇ ਮੈਂ ਤੁਹਾਨੂੰ ਸਿੱਖਿਆ ਦੇ ਰਿਹਾ ਨਾ। ਅਸੀਂ ਸਾਰੇ ਭੈਣ ਭਰਾ ਮਿਲ ਕੇ ਵਿਚਾਰ ਕਰ ਰਹੇ ਹਾਂ ਔਰ ਸਾਡਾ ਇੱਕ ਪਰਿਵਾਰ ਹੈ, ਤੇ ਅਸੀਂ ਪਰਿਵਾਰ ਦੇ ਸਾਰੇ ਵੀਰਾਂ ਭੈਣਾਂ ਨੇ ਮਿਲ ਕੇ ਆਪਣੇ ਆਪ ਨੂੰ ਵਾਚਣਾ ਕਿ ਅਸੀਂ ਕਿੱਥੇ ਖੜੇ ਹਾਂ। ਹੁਣ ਅਗਲੀ ਪੌੜੀ ਦੇ ਵਿੱਚ ਸਾਨੂੰ ਹੋਰ ਪਿਆਰ ਦੇ ਨਾਲ ਸਮਝਾ ਰਹੇ ਨੇ। ਹੁਣ ਕਿਉਂ ਬੰਦਾ ਇਹੋ ਜਿਹੀਆਂ ਠੱਗੀਆਂ ਮਾਰਦਾ ਹੈ? ਕਿਉਂ ਇਹੋ ਜਿਹੇ ਕਰਮ ਕਰਦਾ ਹੈ ਬੰਦਾ? ਜਾਣਦਾ ਬੁੱਝਦਾ। ਜਦੋਂ ਅਸੀਂ ਝੂਠ ਬੋਲਨੇ ਆ ਨਾ ਇੱਕ ਦੂਜੇ ਅੱਗੇ, ਪਤਾ ਹੁੰਦਾ ਹੈ ਕਿ ਅਸੀਂ ਝੂਠ ਬੋਲ ਰਹੇ ਹਾਂ, ਪਰ ਝੂਠ ਬੋਲੀ ਜਾਂਦੇ ਆ। ਹੁਣ ਜਿੰਨੇ ਵੀ ਅਸੀਂ ਵੀਰ ਭੈਣਾਂ ਬੈਠੇ ਆ, ਦੇਖੋ ਸਾਨੂੰ ਕਿੰਨਿਆਂ ਵੀਰਾਂ ਨੂੰ ਪਤਾ ਹੈ ਵੀ ਅੰਮ੍ਰਿਤ ਛਕਣਾ ਚਾਹੀਦਾ ਕਿ ਨਹੀਂ ਛਕਣਾ ਚਾਹੀਦਾ। ਇਹ ਸਾਨੂੰ ਸਾਰਿਆਂ ਨੂੰ ਪਤਾ ਹੈ ਨਾ ਵੀ ਛਕਣਾ ਚਾਹੀਦਾ ਜਾਂ ਨਹੀਂ ਛਕਣਾ ਚਾਹੀਦਾ। ਸਾਨੂੰ ਝੂਠ ਬੋਲਣਾ ਚਾਹੀਦਾ ਕਿ ਨਹੀਂ ਬੋਲਣਾ ਚਾਹੀਦਾ। ਸਾਨੂੰ ਲੜਨਾ ਚਾਹੀਦਾ ਕਿ ਨਹੀਂ ਲੜਨਾ ਚਾਹੀਦਾ। ਘਰ ਦੇ ਵਿੱਚ ਨੂੰਹ ਸੱਸ ਭੈਣ ਭਰਾ ਮਾਂ ਬਾਪ ਪ੍ਰੇਮ ਨਾਲ ਰਹਿਣਾ ਚਾਹੀਦਾ ਹੈ ਕਿ ਲੜਾਈ ਝਗੜਾ ਦੰਗਾ ਕਰਕੇ। ਸਾਨੂੰ ਈਰਖਾ ਦਵੈਸ਼ ਕਰਨੀ ਚਾਹੀਦੀ ਕਿ ਨਹੀਂ। ਇਹਨਾਂ ਸਾਰੀਆਂ ਗੱਲਾਂ ਦਾ ਪਤਾ ਹੈ ਨਾ ਵੀ ਚੰਗਾ ਇਹ ਹੈ, ਮਾੜਾ ਇਹ ਹੈ, ਗਲਤ ਇਹ ਹੈ, ਠੀਕ ਇਹ ਹੈ, ਸਾਨੂੰ ਪਤਾ ਹੈ ਨਾ। ਤੇ ਫਿਰ ਵੀ ਜੇ ਅਸੀਂ ਸਹੀ ਦੀ ਚੋਣ ਨਾ ਕਰੀਏ ਫਿਰ ਗਲਤੀ ਕਿਹਦੀ ਹੈ? ਸਾਡੀ ਹੈ ਨਾ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਇਹ ਗਲਤੀਆਂ ਕਿਉਂ ਕਰ ਰਹੇ ਆ? ਕਈ ਤਾਂ ਅਣਜਾਣ ਪੁਣੇ ਵਿੱਚ ਕਰ ਰਹੇ ਨੇ, ਉਹਨਾਂ ਨੂੰ ਪਤਾ ਨਹੀਂ। ਤੇ ਕਈ ਸਾਡੇ ਵਰਗੇ ਜਿਹੜੇ ਨੇ ਜਾਣ ਬੁੱਝ ਕੇ ਕਰ ਰਹੇ ਨੇ। ਕਰ ਕਿਉਂ ਰਹੇ ਨੇ? ਉਹਦਾ ਰੀਜ਼ਨ ਇਹ ਹੈ ਕਿ ਬੰਦਾ ਆਪਣੇ ਸਰੀਰਕ ਜੀਵਨ ਨੂੰ ਸदैਵੀ ਸਮਝ ਲੈਂਦਾ ਹੈ ਕਿ ਮੈਂ ਸਦਾ ਰਹਿਣਾ। ਹੁਣ ਕਰੋਨਾ ਨਾਲ ਕਿੰਨੇ ਲੋਕ ਵਿਚਾਰੇ ਮਰ ਰਹੇ ਨੇ, ਤੇ ਫੀਲਿੰਗ ਆਉਂਦੀ ਹੈ ਨਾ, ਯਾਰ ਦੂਜਿਆਂ ਨੂੰ ਹੋਣਾ, ਮੈਨੂੰ ਥੋੜਾ ਹੋਣਾ। ਜਦੋਂ ਕੋਈ ਮਰਦਾ ਵੀ ਹੈ ਇੰਝ ਲੱਗਦਾ ਵੀ ਉਹ ਮਰ ਗਿਆ, ਮੈਂ ਨਹੀਂ ਮਰਨ ਲੱਗਾ। ਜਦੋਂ ਅਸੀਂ ਕਿਸੇ ਬਜ਼ੁਰਗ ਨੂੰ ਵੇਖਦੇ ਆ ਨਾ, ਵਿਚਾਰਾ ਬਜ਼ੁਰਗ ਹੋਇਆ ਹੁੰਦਾ ਹੈ, ਲੱਕ ਉਹਦਾ ਟੇਢਾ ਹੋ ਜਾਂਦਾ ਹੈ, ਦਿਸਦਾ ਨਹੀਂ, ਤੇ ਫੀਲਿੰਗ ਐਵੇਂ ਹੀ ਆਉਂਦੀ ਹੈ ਵੀ ਇਹ ਬੁੱਢਾ ਹੋ ਗਿਆ, ਮੇਰੀ ਹਾਲਤ ਇਹ ਨਹੀਂ ਹੋਣੀ ਸਾਰਿਆਂ ਦੀ ਹੈ। ਤਾਂ ਬੰਦਾ ਆਪਣੇ ਆਪ ਨੂੰ ਸदैਵੀ ਸਮਝ ਬੈਂਦਾ ਕਿ ਮੈਂ ਇੱਥੇ ਸਦਾ ਰਹਿਣਾ, ਇਹ ਜਿਹੜੇ ਪਦਾਰਥ ਨੇ ਸਾਰੇ ਮੇਰੇ ਕੋਲ ਹੋਣੇ ਨੇ। ਪਰ ਗੁਰੂ ਸਾਹਿਬ ਜੀ ਕਹਿੰਦੇ ਨੇ, ਪਿਆਰਿਆ ਇਹ ਤੇਰਾ ਇੱਕ ਭੁਲੇਖਾ ਹੈ। ਅਗਲਾ ਬਚਨ ਕਰਦੇ ਨੇ, ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ। ਕੱਪੜ ਦਾ ਮਤਲਬ ਆ ਤੇਰਾ ਸਰੀਰ।
रूप का मतलब सुंदरता, सोहने नैन नक्श, ये सारा कुछ इस दुनिया अंदर ही छड़ जाना, दुनिया दे विच रहिंदे ही छड़ जाना। देखो साडा शरीर है, बच्चे सां जदों असीं किन्ने सोहने सन, सारे ही सोहने हुंदे ने, निक्के निक्के बच्चे सोहने हुंदे ने, फिर थोड़े वड्डे हुंदे ने, जवानी तक वो सोहने ने, ते हौले हौले झुरड़ियां पैन लग जांदियां ने, थोड़े दिन वाल वूल काले करी दे ने, लेकिन फिर नहीं बात बनती, गोडे नहीं तुरदे, अखां अंदर वड़ जांदियां ने, फिर हौले हौले चश्मा लवाना ही पै जांदा है। मैनूं भी लगा, तुहानूं भी, गोडे हौले हौले रह जांदे ने, ते रूप गया ना, सुंदरता किधर गई? बचपन जवानी विच बदल गया, जवानी बुढ़ेपे विच बदल गई, हुण बुढ़ेपा आ गया, रूप एक ही रह गया, ते अखीर एक दिन मर जाना। ते जदों इस रूप ने सदा रहना ही नहीं, ते फिर 4 दिन वास्ते हंकार क्यों? जदों मर ही जाना एक दिन, ते फिर जिउंदियां ते ना मरो यार, जिउंदे ते जिंदगी जी लो, मर ते एक दिन जाना ही है, ते फिर जमीर ते नहीं मारनी ना, आत्मक जीवन जी लो। देखो जिदन बंदा मरदा है, आकड़ जांदा है ना, ते जदों एक दिन आकड़ ही जाना है, ते जिउंदे ते ना आकड़े फिरो, जिउंदा शीश झुका लो, थोड़ा फतेह बुला लिया करो एक दूजे नूं, थोड़ा हाथ झुका लो, किसी बजुर्गां दे गोडियां नूं हथ ला लो, ਵੱਡਿਆਂ ਦਾ ਸਤਿਕਾਰ ਕਰ ਲਓ, ਹਮ ਉਮਰ ਨਾਲ ਪਿਆਰ ਕਰ ਲਓ, ਨੀਵਿਆਂ ਨਾਲ ਸਨੇਹ ਕਰ ਲਓ। ਕਿਉਂ ਆਕੜੇ ਫਿਰਦੇ ਹੋ? ਇੱਕ ਦਿਨ ਆਕੜ ਜਾਣਾ ਹੈ, ਤੇ ਐਵੇਂ ਆਕੜ ਨੇ ਬਾਹਾਂ ਵੀ ਸਿੱਧੀਆਂ ਨਹੀਂ ਹੋਣੀਆਂ। ਤਮੀਜ਼ ਪਾਉਣ ਲਈ ਕਈ ਵਾਰੀ ਕਫਨ ਵੀ ਪਾੜ ਕੇ ਪਾਣਾ ਪੈਂਦਾ। ਤਾਂ ਗੁਰੂ ਜੀ ਕਹਿੰਦੇ ਨੇ, ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ। ਤੇ ਨਾਲ ਕਹਿੰਦੇ ਨੇ, ਤੇਰਾ ਇਹ ਰੂਪ, ਤੇਰੇ ਧਨ ਦੌਲਤ ਯਾਰ ਸदैवी ਨਹੀਂ, ਹੰਕਾਰ ਨਾ ਕਰ ਇਹਨਾਂ ਦਾ ਨਾ। ਅਗਲਾ ਬਚਨ ਕਰਦੇ ਨੇ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਦੇਖੋ ਮੰਦਾ ਕੰਮ ਕਰਦੇ ਆ ਜਾਂ ਚੰਗਾ ਕਰਦੇ ਆ, ਤਾਂ ਮੰਦੇ ਔਰ ਚੰਗੇ ਆਪਣੇ ਕਰਮ ਦਾ ਫਲ ਆਪ ਹੀ ਭੁਗਤਣਾ ਪੈਣਾ। ਜੇ ਮੈਂ ਚੰਗਾ ਕੋਈ ਕੰਮ ਕੀਤਾ ਨਾ, ਤੇ ਮੈਨੂੰ ਉਹਦਾ ਚੰਗਾ ਫਲ ਮਿਲੇਗਾ, ਤੇ ਜੇ ਮੈਂ ਮੰਦਾ ਕੰਮ ਕੀਤਾ ਤੇ ਉਹਦਾ ਫਲ ਮੇਰੇ ਥਾਂ ਕਿਸੇ ਦੂਜੇ ਨੂੰ ਨਹੀਂ, ਮੈਨੂੰ ਹੀ ਭੁਗਤਣਾ ਪੈਣਾ। ਇਹ ਚੀਜ਼ ਨੂੰ ਨਾ ਥੋੜਾ ਜਿਹਾ ਸਮਝਣਾ। ਸਾਨੂੰ ਇਹ ਕਿਹਾ ਜਾਂਦਾ ਵੀ ਮਰਨ ਤੋਂ ਬਾਅਦ ਹੀ ਜਾ ਕੇ ਭੋਗਣਾ ਪੈਣਾ, ਤੇ ਬੰਦਾ ਸੋਚਦਾ ਯਾਰ ਠੱਗੀਆਂ ਠੁੱਗੀਆਂ ਮਾਰੋ ਆਪਣੇ ਬੱਚਿਆਂ ਵਾਸਤੇ, ਜੇ ਉੱਤੇ ਜਾਣਾ ਕੋਈ 4 ਜੁੱਤੀਆਂ ਪੈ ਵੀ ਜਾਣੀਆਂ ਤੇ ਉੱਥੇ ਕਿਹੜਾ ਕੋਈ ਵਹਿੰਦਾ ਹੋਣਾ, ਖਾ ਲਾਂਗੇ 4। ਇਹ ਨਹੀਂ ਹੈ। ਐਸੇ ਦੁਨੀਆ ਵਿੱਚ ਨਾਲ ਦੇ ਨਾਲ ਇਹ ਕਰ ਕਰੇ ਸੋ ਇਹ ਕਰ। ਦੇਖੋ ਅਸੀਂ ਸਾਰੇ ਵੀਰ ਭਰਾ ਬੈਠੇ ਆ, ਕਿੰਨੀ ਸ਼ਾਂਤੀ ਨਾਲ ਤੁਸੀਂ ਨਾ ਸੁਣ ਰਹੇ ਹੋ, ਤੁਹਾਡਾ ਬੋਡੀ ਲੈਂਗੁਏਜ ਕਹਿ ਰਹੀ ਕਿ ਇਹਨਾਂ ਗੱਲਾਂ ਦੇ ਨਾਲ ਤੁਸੀਂ ਬਿਲਕੁਲ ਐਗਰੀ ਔਰ ਬੜੇ ਧਿਆਨ ਦੇ ਨਾਲ ਸੁਣ ਰਹੇ ਹੋ। ਖੁਸ਼ੀ ਹੈ ਨਾ ਇਸ ਟਾਈਮ ਅੰਦਰ, ਮੈਂ ਵੀ ਖੁਸ਼ ਸੀ। ਪਰ ਜੇ ਸਾਡੇ ਮਨ ਦੇ ਅੰਦਰ ਈਰਖਾ ਪੈਦਾ ਹੋ ਜਾਏ, ਮੇਰੇ ਮਨ ਅੰਦਰ ਕਿਸੇ ਵੀਰ ਵਾਸਤੇ ਈਰਖਾ ਪੈਦਾ ਹੋ ਜਾਏ, ਈਰਖਾ ਮੈਂ ਕੀਤੀ, ਮਾੜਾ ਕੰਮ ਹੈ ਨਾ, ਤੇ ਉਹਦਾ ਨਤੀਜਾ ਮੈਨੂੰ ਹੁਣੇ ਹੀ ਨਾਲ ਦੇ ਨਾਲ ਮਿਲ ਗਿਆ, ਮੇਰੀ ਖੁਸ਼ੀ ਖਤਮ ਹੋ ਗਈ, ਹੁਣ ਮੈਂ ਅੰਦਰੇ ਅੰਦਰ ਸੜ ਰਿਹਾ ਹਾਂ। ਮੰਨ ਲਓ ਤੁਹਾਡੇ ਅੰਦਰ ਮੇਰੇ ਪ੍ਰਤੀ ਕੋਈ ਮਾੜੀ ਭਾਵਨਾ ਪੈਦਾ ਹੋ ਗਈ, ਈਰਖਾ, ਦੂਜਿਆਂ ਨੂੰ ਤੇ ਪਤਾ ਨਹੀਂ, ਪਰ ਤੁਹਾਨੂੰ ਨਾਲ ਦੇ ਨਾਲ ਫਲ ਮਿਲ ਗਿਆ, ਅੰਦਰੋਂ ਖੁਸ਼ੀ ਖਤਮ ਹੋ ਗਈ, ਈਰਖਾ ਦੀ ਅੱਗ ਬਲ ਗਈ। ਤਾਂ ਮਾਨਸਿਕ ਤੌਰ ਤੇ ਬੰਦਾ ਆਪਣੇ ਕਰਮਾਂ ਦੇ ਨਾਲ ਖੁਸ਼ੀ ਵੀ ਹਾਸਲ ਕਰਦਾ ਹੈ ਔਰ ਪਰੇਸ਼ਾਨੀ ਵੀ ਹਾਸਲ ਕਰਦਾ ਹੈ, ਔਰ ਹਰ ਇੱਕ ਨੂੰ ਆਪਣੇ ਕਰਮ ਦਾ ਫਲ ਭੋਗਣਾ ਪੈਂਦਾ ਹੈ। ਜੇ ਨੈਗੇਟਿਵ ਸੋਚੋਗੇ ਨਾ, ਤੇ ਉਸ ਨੈਗੇਟਿਵਿਟੀ ਦਾ ਫਲ ਤੁਹਾਨੂੰ ਹੀ ਭੁਗਤਣਾ ਪੈਣਾ। ਅਸੀਂ ਸੋਚਦੇ ਹਾਂ ਇਹ ਦੁਨੀਆ ਬੜੀ ਮਾੜੀ ਹੈ, ਇੱਥੇ ਕਿਸੇ ਦਾ ਵਿਸ਼ਵਾਸ ਨਹੀਂ ਕਰਨਾ ਚਾਹੀਦਾ, ਪਾਪ ਅਪਰਾਧ ਵੱਧ ਗਏ ਨੇ, ਇਹ ਦੁਨੀਆ ਵਿੱਚ ਨਿਰੇ ਦੁੱਖ ਹੀ ਦੁੱਖ ਨੇ, ਅਸੀਂ ਕਹਿੰਦੇ ਆ ਨਾ, ਤੇ ਇਹ ਕਹਿਣ ਦਾ ਨਤੀਜਾ ਸਾਨੂੰ ਹੀ ਭੁਗਤਣਾ ਪੈਂਦਾ। ਸਾਨੂੰ ਦੁੱਖ ਦਿਸਦੇ ਨੇ, ਅਸੀਂ ਕਿਸੇ ਤੇ ਵਿਸ਼ਵਾਸ ਨਹੀਂ ਕਰਦੇ, ਬੇਵਿਸ਼ਵਾਸੀ, ਅੱਗੋਂ ਸਾਨੂੰ ਫਲ ਵੀ ਐਵੇਂ ਮਿਲਦਾ। ਤੇ ਕੁਝ ਲੋਕ ਨੇ ਉਹ ਕਹਿੰਦੇ ਨੇ ਦੁਨੀਆ ਤੇ ਰੱਬ ਦਾ ਘਰ ਹੈ ਯਾਰ, ਬੜੀ ਸੁਹਾਵਣੀ ਦੁਨੀਆ, ਬੜੇ ਚੰਗੇ ਲੋਕ ਨੇ, ਇੱਥੇ ਤਾਂ ਪਸ਼ੂਆਂ ਪੰਛੀਆਂ ਦੀਆਂ ਡਾਰਾਂ ਫਿਰਦੀਆਂ ਵੇਖੀਆਂ ਜਾਂਦੀਆਂ ਨੇ, ਨਦੀਆਂ ਨੇ, ਝੀਲਾਂ ਨੇ, ਦਰਿਆ ਨੇ, ਮੋਰ ਕੁਹੂ ਕੁਹੂ ਕਰ ਰਹੇ ਨੇ, ਕੋਇਲਾਂ ਬੋਲ ਰਹੀਆਂ ਨੇ, ਇੱਥੇ ਤਾਰੇ ਨੇ, ਆਕਾਸ਼ ਮੰਡਲ ਵਿੱਚ ਕਿੰਨੀ ਸੁੰਦਰਤਾ ਹੈ, 4 ਚੁਫੇਰੇ ਸਫਲਤਾਵਾਂ ਦੇ ਮੌਕੇ ਨੇ, 4 ਚੁਫੇਰੇ ਪ੍ਰਸੰਨਤਾਵਾਂ ਨੇ। ਉਹ ਐਵੇਂ ਸੋਚਦੇ ਨੇ, ਉਹਨਾਂ ਨੂੰ ਐਵੇਂ ਮਿਲ ਜਾਂਦਾ, ਚੰਗਾ ਮਿਲ ਜਾਂਦਾ। ਹੁਣ ਇਹ ਸਾਡੇ ਤੇ ਡਿਪੈਂਡ ਕਰਦਾ ਕਿ ਅਸੀਂ ਕੀ ਪਾਣਾ ਚਾਹੁੰਦੇ ਹਾਂ। ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮ ਕੀਏ ਮਨ ਭਾਉਂਦੇ, ਰਾਹ ਭੀੜੇ ਅੱਗੇ ਜਾਵਣਾ। ਅੱਗੇ ਜਾਵਣਾ ਦਾ ਮਤਲਬ ਜਿੱਥੇ ਖੁਸ਼ੀ ਵਿੱਚ ਅਸੀਂ ਜਾਣਾ ਚਾਹੁੰਦੇ ਹਾਂ, ਹਾਸਲ ਕਰਨਾ ਚਾਹੁੰਦੇ ਹਾਂ ਖੁਸ਼ੀ,
ਔਰ ਹੁਕਮ ਕੀਏ ਮਨ ਭਾਉਂਦੇ, ਮਨ ਭਾਉਂਦੇ ਹੁਕਮ ਚਲਾ ਰਹੇ ਹਾਂ, ਹੰਕਾਰ ਦੇ ਅੰਦਰ ਅਸੀਂ ਆਰਡਰ ਦੇ ਰਹੇ ਹਾਂ, ਇਹ ਨਹੀਂ ਕਰ, ਮੇਰੇ ਗਲੀ ਦੇ ਵਿੱਚੋਂ ਲੰਘ ਕੇ ਵੇਖੀ। ਅਸੀਂ ਹੁਕਮ ਚਲਾ ਰਹੇ ਹਾਂ, ਮਨ ਭਾਉਂਦੇ ਦਾ ਮਤਲਬ ਨਜਾਇਜ਼ ਹੁਕਮ, ਤੇ ਚਾਹੁੰਦੇ ਆ ਖੁਸ਼ੀ, ਤੇ ਉਹ ਖੁਸ਼ੀ ਤੇ ਭੀੜੇ ਰਾਹ ਦੇ ਵਿੱਚੋਂ ਨਿਕਲਣਾ ਪੈਣਾ, ਨਿਮਰਤਾ ਦੇ ਵਿੱਚੋਂ, ਤੇ ਅਸੀਂ ਹੰਕਾਰ ਵਿੱਚ ਫੁੱਟੇ ਆ। ਭਗਤ ਕਬੀਰ ਜੀ ਨੇ ਬੜਾ ਪਿਆਰਾ ਬਚਨ ਕੀਤਾ, ਕਹਿਣ ਲੱਗੇ, ਕਬੀਰ ਮੁਕਤ ਦੁਆਰਾ ਸੰਕੁਰਾ ਰਾਈ ਦਸੇ ਭਾਏ। ਮੰਨ ਲਓ ਸਪੋਜ਼ ਕਿ ਮੁਕਤੀ ਦਾ ਦੁਆਰਾ ਰਾਈ ਦੇ ਦਾਣੇ ਦੇ 10ਵੇਂ ਹਿੱਸੇ ਜਿੰਨਾ, ਮਨ ਤੋਂ ਮੈਗਲ ਹੋਏ ਰਹੋ, ਤੇ ਮਨ ਹੰਕਾਰ ਦੇ ਨਾਲ ਹਾਥੀ ਬਣਿਆ ਪਿਆ, ਨਿਕਸੋ ਕਿਉਂਕਿ ਜਾਏ, ਉਸ ਦਰਵਾਜ਼ੇ ਤੋਂ ਨਿਕਲ ਕੇ ਕਿਵੇਂ ਮੁਕਤੀ ਹਾਸਲ, ਹਾਥੀ ਕਿਵੇਂ ਨਿਕਲੇ। ਫਿਰ ਇਹਦਾ ਸੋਲੂਸ਼ਨ ਦੱਸਦੇ ਨੇ, ਐਸਾ ਸਤਿਗੁਰ ਜੇ ਮਿਲੇ ਤੁਠਾ ਕਰੇ ਪਸਾਓ, ਮੁਕਤ ਦੁਆਰਾ ਮੋਕਲਾ ਸਹਜੇ ਆਵੋ ਜਾਓ। ਕਿ ਜੇ ਗੁਰੂ ਮਿਲ ਪਵੇ, ਗੁਰੂ ਰਹਿਮਤ ਕਰਕੇ ਗਿਆਨ ਦੀ ਦਾਤ ਦਵੇ, ਤਾਂ ਮੁਕਤੀ ਦਾ ਦੁਆਰਾ ਮੋਕਲਾ ਹੋ ਜਾਂਦਾ, ਜਦੋਂ ਮਰਜ਼ੀ ਆਓ ਜਾਓ। ਪਰ ਸਾਡੀ ਸਮਝ 'ਚ ਫਿਰ ਵੀ ਨਹੀਂ ਬੈਠਾ ਵੀ ਗੁਰੂ ਉਪਦੇਸ਼ ਦਵੇਗਾ ਤੇ ਮੁਕਤੀ ਦਾ ਦੁਆਰਾ ਮੋਕਲਾ ਕਿਵੇਂ ਹੋ ਜਾਏਗਾ। ਅੱਗੇ ਗੁਰੂ ਜੀ ਨੇ ਇਹਨੂੰ ਹੋਰ ਸ਼ਲੋਕ ਵਿੱਚ ਫਿਰ ਖੋਲਿਆ, ਕਹਿਣ ਲੱਗੇ, ਨਾਨਕ ਮੁਕਤ ਦੁਆਰਾ ਅਤ ਨੀਕਾ, ਕਿ ਮੁਕਤੀ ਦਾ ਰਾਸਤਾ ਬੜਾ ਨਿੱਕਾ ਹੈ। ਨਾਨਾ ਹੋਏ ਸੋ ਜਾਏ, ਜਿਹੜਾ ਨਿੱਕੇ ਤੋਂ ਵੀ ਨਿੱਕਾ ਹੋ ਜਾਏਗਾ ਉਹਦੇ ਵਿੱਚੋਂ ਲੰਘ ਸਕਦਾ। ਮੰਨ ਲਓ ਮੁਕਤੀ ਦਾ ਦੁਆਰਾ ਰਾਈ ਦੇ ਦਾਣੇ ਦੇ 10ਵੇਂ ਹਿੱਸੇ ਜਿੰਨਾ, ਤੇ ਤੁਸੀਂ ਰਾਈ ਦੇ ਦਾਣੇ ਦੇ 12ਵੇਂ ਹਿੱਸੇ ਜਿੰਨਾ ਬਰੀਕ ਬਣ ਜਾਓ, ਉਹਦੇ ਵਿੱਚੋਂ ਲੰਘ ਜਾਓ, ਮੁਕਤੀ ਦਾ ਦੁਆਰਾ ਮੋਕਲਾ ਹੋ ਜਾਏਗਾ। ਤਾਂ ਗੁਰੂ ਜੀ ਕਹਿੰਦੇ ਨੇ, ਅੱਗੇ ਜਿਹੜਾ ਹੈ ਨਾ ਰਾਹ ਭੀੜੇ, ਅੱਗੇ ਜਾਵਣਾ, ਭੀੜੇ ਰਾਹ ਦੇ ਵਿੱਚੋਂ ਜਾਣਾ, ਅੱਗੇ ਭਾਵ ਨਿਮਰਤਾ ਦੇ ਵਿੱਚੋਂ ਲੰਘ ਕੇ ਰੱਬ ਤੱਕ ਪਹੁੰਚਣਾ। ਨਿਮਰਤਾ ਆਏਗੀ ਤਾਂ ਜੀਵਨ ਦੇ ਅੰਦਰ ਗੁਣ ਚੰਗਿਆਈਆਂ ਤੱਤ ਆਉਣਗੇ। ਪਰ ਤੂੰ ਤੇ ਹੁਕਮ ਕੀਏ ਮਨ ਭਾਉਂਦੇ, ਤੂੰ ਤੇ ਮਨ ਪਾਉਂਦੇ ਹੰਕਾਰ ਵਾਲੇ ਹੁਕਮ ਕਰਦਾ ਫਿਰਨਾ। ਨੰਗਾ ਦੋਜਕ ਚਾਲਿਆ ਤਾਂ ਦਿਸੇ ਖਰਾ ਡਰਾਵਣਾ। ਹੁਣ ਨੰਗਾ ਦੋਜਕ ਐਸੇ ਦੁਨੀਆ ਦੀ ਗੱਲ ਹੈ। ਨੰਗੇ ਦਾ ਮਤਲਬ ਜ਼ਰੂਰੀ ਨਹੀਂ ਕਿ ਉਹਦੇ ਕੱਪੜੇ ਹੀ ਲਾਏ ਜਾਣ। ਇੱਥੇ ਨੰਗੇ ਦਾ ਮਤਲਬ ਹੈਗਾ ਪਰਦੇ ਫਾਸ਼ ਕਰਨੇ, ਕਿ ਉਹਨਾਂ ਨੇ ਵੀ ਉਹ ਤੇ ਫਲਾਣਾ ਬੰਦਾ ਤੇ ਨੰਗਾ ਹੋ ਗਿਆ ਕਹਿੰਦੇ ਆ ਨਾ। ਨੰਗੇ ਦਾ ਮਤਲਬ ਇਹ ਨਹੀਂ ਕਿ ਉਹਨੇ ਕੱਪੜੇ ਲਾ ਦਿੱਤੇ ਹੁੰਦੇ ਨੇ। ਨੰਗੇ ਦਾ ਮਤਲਬ ਹੁੰਦਾ ਹੈ ਕਿ ਉਹਦਾ ਜਿਹੜਾ ਪਰਦੇ ਦੇ ਅੰਦਰ ਕੀਤਾ ਹੋਇਆ ਕਰਮ ਸੀ ਨਸ਼ਰ ਹੋ ਗਿਆ, ਚੋਰੀ ਫੜੀ ਗਈ, ਨੰਗਾ ਹੋ ਗਿਆ, ਨੰਗਾ ਚਿੱਟਾ ਫੜਿਆ ਗਿਆ। ਹੁਣ ਨੰਗਾ ਦੋਜਕ ਚਾਲਿਆ, ਜਦੋਂ ਇਹੋ ਜਿਹੇ ਕਰਮ ਕਰਨ ਵਾਲਾ ਬੰਦਾ 4 ਬੰਦਿਆਂ ਦੇ ਵਿੱਚ ਉਹਦਾ ਪਾਜ ਉਘੇੜਿਆ ਜਾਏ, ਤੇ ਦੋਜਕ ਚਾਲਿਆ ਦਾ ਮਤਲਬ ਉਹ ਵਿਕਾਰਾਂ ਦੇ ਵਿੱਚ ਪਿਆ ਰਹਿੰਦਾ ਨਾ, ਸਾਰੀ ਜ਼ਿੰਦਗੀ ਵਿਕਾਰਾਂ ਵਿੱਚ ਚਾਲਿਆ ਦਾ ਮਤਲਬ ਸੜਦਾ ਰਿਹਾ, ਕਦੇ ਕਾਮ ਵਿੱਚ ਸੜਿਆ, ਕ੍ਰੋਧ ਵਿੱਚ ਸੜਿਆ, ਇਹੀ ਦੋਜਕ ਹੈ, ਇਹੀ ਨਰਕ ਹੈ। ਤੇ ਬੰਦੇ ਦੇ ਜਦੋਂ ਪਰਦੇ ਫਾਸ਼ ਹੁੰਦੇ ਨੇ ਤਾਂ ਦਿਸੇ ਖਰਾ ਡਰਾਵਣਾ, ਤਾਂ ਬੜਾ ਡਰਾਵਣਾ ਆਪਣਾ ਆਪਾ ਦਿਸਦਾ ਹੈ, ਆਪਣਾ ਆਪਾ ਵੀ ਖਰਾ ਡਰਾਵਣਾ ਦਿਸਦਾ ਹੈ। ਤੇ ਜਦੋਂ ਇਹੋ ਜਿਹੇ ਬੰਦੇ ਦੇ ਪਰਦੇ ਫਾਸ਼ ਹੁੰਦੇ ਨੇ, ਉਹ ਬੰਦਾ ਵੀ ਬੜਾ ਡਰਾਵਣਾ ਦਿਸਦਾ ਹੈ। ਬਾਬਾ ਫਰੀਦ ਜੀ ਨੇ ਕਿਹਾ, ਫਰੀਦਾ ਤਿਨਾ ਮੁਖ ਡਰਾਵਣੇ, ਜਿਨੀ ਵਿਸਾਰਿਓ ਨ ਨਾਉ। ਤੁਸੀਂ ਅੱਜ ਤੋਂ ਮੇਰੇ ਖਿਆਲ 6-7-8 ਸਾਲ ਪਹਿਲਾਂ ਇੱਕ ਖਬਰ ਪੜ੍ਹੀ ਸੀ, ਪਟਿਆਲੇ ਦੇ ਕੋਲ ਪਾਤੜਾਂ ਇੱਕ ਖੂਹੀ ਐਸੀ ਮਿਲੀ ਜਿਹਦੇ ਵਿੱਚ ਮਾਸੂਮ ਬੱਚੀਆਂ ਜੋ ਜਨਮ ਤੋਂ ਪਹਿਲਾਂ ਹੀ ਮਾਰੀਆਂ ਗਈਆਂ, ਉਹਨਾਂ ਦੀਆਂ ਹੱਡੀਆਂ ਨਾਲ ਖੂਹੀ ਭਰੀ ਪਈ ਸੀ। ਕਿੰਨਾ ਡਰਾਵਣਾ ਦਿਸਦਾ ਹੋਏਗਾ ਨਾ ਉਹ ਡਾਕਟਰ ਜਿਨੇ ਉਹਨਾਂ ਬੱਚੀਆਂ ਨੂੰ ਕਤਲ ਕੀਤਾ ਪੇਟ ਵਿੱਚ। ਕਿੰਨੇ ਡਰਾਵਣੇ ਉਹ ਮਾਂ-ਬਾਪ ਦਿਸਦੇ ਹੋਣਗੇ ਨਾ, ਵੀ ਆਹ ਮਾਂ ਆਪਣੇ ਪੇਟ ਦੇ ਵਿੱਚ ਕੁੜੀ ਨੂੰ ਮਰਵਾ ਕੇ ਆ ਰਹੀ ਹੈ, ਇਹ ਸੱਸ ਨੇ ਕਿਹਾ ਸੀ ਮਰਵਾਉਣ ਲਈ, ਇਹਦੇ ਪਤੀ ਨੇ, ਕਿੰਨਾ ਡਰਾਵਣਾ ਦਿਸੇਗਾ। ਜਦੋਂ ਬੰਦੇ ਨੂੰ ਪਤਾ ਲੱਗ ਜਾਏ ਵੀ ਯਾਰ ਇਹਨਾਂ ਦੇ ਗੁਆਂਢੀ ਨੇ ਬੱਚਾ ਕਿਡਨੈਪ ਕੀਤਾ ਸੀ, ਉਹਨੂੰ ਕਿਡਨੈਪ ਕਰਕੇ ਮਾਰ ਦਿੱਤਾ ਮਾਸੂਮ ਬੱਚੇ ਨੂੰ, ਕਿੰਨਾ ਡਰਾਵਣਾ ਲੱਗਦਾ ਹੈ ਉਹ ਬੰਦਾ, ਉਹਦੇ ਵੱਲ ਵੇਖਣ ਤੇ ਜੀ ਨਹੀਂ ਨਾ ਕਰਦਾ। ਜਦੋਂ ਕਿਸੇ ਦੇ ਪਰਦੇ ਫਾਸ਼ ਹੁੰਦੇ ਨੇ, ਹੁਣ 2 ਮਿੰਟ ਵਾਸਤੇ ਮੈਂ ਹੀ ਹਾਂ, ਤੁਹਾਡੇ ਵੀਰਾਂ ਭੈਣਾਂ ਨਾਲ ਕਿੰਨੀਆਂ ਚੰਗੀਆਂ ਗੱਲਾਂ ਕਰ ਰਿਹਾ, ਤੇ ਤੁਸੀਂ ਮੇਰੇ ਨਾਲ ਮਿਲਣਾ ਵਰਤਣਾ ਚਾਹੁੰਦੇ ਹੋ, ਪਿਆਰ ਕਰਨਾ ਚਾਹੁੰਦੇ ਹੋ, ਤੇ ਜੇ ਕੱਲ ਨੂੰ ਮੈਂ ਕੋਈ ਐਸਾ ਕਰਮ ਕਰਦਾ ਫੜਿਆ ਜਾਵਾਂ, ਤੇ ਫਿਰ ਤੁਸੀਂ ਕੀ ਕਰੋਗੇ? ਤੁਸੀਂ ਕਹੋਗੇ ਨਾ ਯਾਰ ਐਸਾ ਨਲਾਇਕ ਬੰਦਾ, ਐਸਾ ਨੀਚ ਬੰਦਾ ਹੈ, ਤੇ ਪ੍ਰੇਤ ਹੈ, ਤੇ ਇੰਨਾ ਭਿਆਨਕ ਕੰਮ ਕਰਨ ਵਾਲਾ ਬੰਦਾ। ਤਾਂ ਗੁਰੂ ਜੀ ਕਹਿੰਦੇ ਨੇ ਜਦੋਂ ਕਿਸੇ ਦੇ ਪਰਦੇ ਫਾਸ਼ ਹੁੰਦੇ ਨੇ ਐਸੇ ਇਨਸਾਨ ਦੇ, ਜੋ ਸਾਰੀ ਜ਼ਿੰਦਗੀ ਵਿਕਾਰਾਂ ਦੇ ਵਿੱਚ ਰਿਹਾ, ਫਿਰ ਉਹ ਦੋਜਕ ਦੀ ਅੱਗ ਵਿੱਚ ਸੜਦਾ ਹੈ, ਭਾਵ ਕਿ ਪਛਤਾਉਂਦਾ ਹੈ। ਤੇ ਅਗਲਾ ਬਚਨ ਕਰਦੇ ਨੇ, ਕਰ ਔਗਣ ਪਛੁਤਾ, ਅਵਗੁਣ ਕਰਕੇ ਜ਼ਿੰਦਗੀ ਦੇ ਅੰਦਰ ਪਛਤਾਵਾ ਮਿਲਦਾ ਹੈ। ਤਾਂ ਇੱਥੇ 3-4 ਕਿਸਮ ਦੇ ਲੋਕ ਬਿਆਨ ਕੀਤੇ ਨੇ। ਇੱਕ ਤੇ ਉਹ ਜਿਹੜੇ ਸਿਮਲ ਰੁੱਖ ਵਰਗੇ ਨੇ, ਜਿਨ੍ਹਾਂ ਨੇ ਕਦੇ ਕਿਸੇ ਦੀ ਹੈਲਪ ਨਹੀਂ ਕੀਤੀ, ਤੇ 2 ਨੰਬਰ ਦੇ ਧੰਦੇ, ਡਰਾਵਣੇ ਨੇ ਨਾ ਉਹ। ਉਸ ਤੋਂ ਬਾਅਦ ਉਹ ਲੋਕ ਡਰਾਵਣੇ ਨੇ ਜਿਹੜੇ ਲੋਕ
ਬੜੇ ਨਿਮ ਕੇ ਮੱਥੇ ਟੇਕਦੇ ਨੇ ਸ਼ਿਕਾਰ ਨੂੰ ਮਾਰਨ ਵਾਸਤੇ। ਤੇ ਜਦੋਂ ਉਹਨਾਂ ਦਾ ਪਤਾ ਲੱਗਦਾ ਨਾ ਯਾਰ ਫਲਾਣਾ ਬੰਦਾ ਤੇ ਰੋਜ਼ ਗੁਰਦੁਆਰੇ, ਉਹ ਤੇਰੇ ਕੀ ਉਹਨੇ ਇਹ ਕੰਮ ਕਰ ਦਿੱਤਾ, ਉਹ ਕਿਸੇ ਦੀ ਧੀ ਭੈਣ ਨੂੰ ਕੱਢ ਕੇ ਲੈ ਗਿਆ, ਜਾਂ ਉਹਨੇ ਕਿਸੇ ਦੇ ਕਤਲ ਕਰ ਦਿੱਤਾ ਹੈ, ਬੜੇ ਮੱਥੇ ਟੇਕਦਾ ਹੁੰਦਾ ਸੀ ਯਾਰ। ਇੱਕ ਉਹ ਲੋਕ ਜਿਹੜੇ ਇਹੋ ਜਿਹੇ ਕੰਮ ਕਰਦੇ ਨੇ। ਤੀਜੇ ਉਹ ਲੋਕ ਜਿਹੜੇ ਧਰਮੀ ਅਖਵਾਉਂਦੇ ਨੇ, ਜਿਨ੍ਹਾਂ ਨੇ ਧਰਮ ਦਾ ਬਾਣਾ ਪਾਇਆ ਹੋਇਆ, ਪੜ ਪੁਸਤਕ ਸੰਧਿਆ ਬਾਦਨ ਸਿਲ ਪੂਜਸ ਬਗੁਲ ਸਮਾਧਨ ਮੁਖਚੂਤ ਵਿਭੂਖਣ ਸਾਰਨ, ਜਿਹੜੇ ਧਾਰਮਿਕ ਪਹਿਨਾਵੇ ਪਹਿਨ ਕੇ ਤੇ ਇਹੋ ਜਿਹੇ ਝੂਠ ਬੋਲਦੇ ਨੇ ਸ਼ਿੰਗਾਰ ਕੇ ਕਿ ਉਹ ਸੱਚ ਪ੍ਰਤੀਤ ਹੁੰਦੇ ਨੇ। ਇਹਨਾਂ ਦੇ ਜਦੋਂ ਪਰਦੇ ਫਾਸ਼ ਹੁੰਦੇ ਨੇ ਫਿਰ ਇਹ ਡਰਾਵਣੇ ਨਜ਼ਰ ਪੈਂਦੇ ਨੇ। ਤੇ ਇਸ ਕਰਕੇ ਇਹਨਾਂ ਕਰਮਾਂ ਤੋਂ ਅਸੀਂ ਬਚਣਾ, ਸੰਸਾਰ ਨੂੰ ਵੀ ਬਚਾਉਣਾ ਹੈ। ਔਰ ਇਹ ਗੱਲ ਦੱਸਣੀ ਹੈ ਕਿ ਗੁਰੂ ਦੇ ਦੱਸੇ ਰਾਹਾਂ ਤੇ ਚੱਲ ਕੇ ਇਹਨਾਂ ਸਾਰਿਆਂ ਦੇ ਅੰਦਰ ਤਬਦੀਲੀ ਆ ਸਕਦੀ ਹੈ। ਜੇ ਕੋਈ ਐਸਾ ਕਰਮ ਕਰ ਰਿਹਾ ਹੈ ਤਾਂ ਉਹਨੂੰ ਨਿਰਾਸ਼ ਹੋਣ ਦੀ ਲੋੜ ਨਹੀਂ, ਉਹਨੂੰ ਕ੍ਰੋਧ ਵਿੱਚ ਆਉਣ ਦੀ ਲੋੜ ਨਹੀਂ। ਉਹਨੂੰ ਜ਼ਰੂਰਤ ਹੈ ਕਿ ਉਹ ਆਪਣੀ ਗਲਤੀ ਨੂੰ ਪ੍ਰਵਾਨ ਕਰੇ, ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਮੁਤਾਬਕ ਜ਼ਿੰਦਗੀ ਜੀਵੇ, ਗੁਰੂ ਦੇ ਚਰਨਾਂ ਵਿੱਚ ਹਾਜ਼ਰ ਹੋਵੇ ਕਿ ਪਾਤਸ਼ਾਹ ਗਲਤੀ ਹੋ ਗਈ, ਮੁਆਫ ਕਰ ਦਿਓ ਤੇ ਅੱਗੋਂ ਤੋਂ ਮੈਨੂੰ ਸਿੱਧੇ ਮਾਰਗ ਤੇ ਪਾਓ, ਤਾਂ ਉਹਦਾ ਵੀ ਜਿਹੜਾ ਹੈ ਭਲਾ ਹੋ ਸਕਦਾ ਹੈ। ਤੇ ਜੇਕਰ ਐਸਾ ਨਹੀਂ ਕਰਦਾ, ਮਾੜੀ ਜ਼ਿੰਦਗੀ ਕੋਈ ਜੀਂਦਾ ਹੈ ਨਾ, ਤਾਂ ਗੁਰੂ ਜੀ ਕਹਿੰਦੇ ਨੇ ਪਿਆਰਿਓ, ਔਗਣ ਕਰਕੇ ਪਾਪ ਕਮਾ ਕੇ 2 ਨੰਬਰ ਦੇ ਧੰਦੇ ਕਰਕੇ ਐਸੀ ਜ਼ਿੰਦਗੀ ਜੀ ਕੇ ਅਖੀਰ ਜ਼ਿੰਦਗੀ ਵਿੱਚ ਪਛਤਾਵਾ ਹੱਥ ਆਏਗਾ, ਪਛਤਾਵੇ ਤੋਂ ਸਿਵਾ ਕੁਛ ਨਹੀਂ ਆਏਗਾ। ਤਾਂ ਮੈਂ ਇੱਥੇ ਹੀ ਇਸ ਵਿਚਾਰ ਨੂੰ ਸਮਾਪਤ ਕਰਦਾ ਹਾਂ। ਮੇਰੇ ਤੋਂ ਬੋਲਦਿਆਂ ਕਈ ਗਲਤੀਆਂ ਭੁੱਲਾਂ ਹੋ ਗਈਆਂ ਹੋਣਗੀਆਂ, ਜਿਨ੍ਹਾਂ ਨੂੰ ਆਪ ਮੁਆਫ ਕਰੋਗੇ, ਕਿਉਂਕਿ ਆਪ ਸਾਰੇ ਹੀ ਵੀਰ ਭੈਣਾਂ, ਸਾਰੇ ਹੀ ਪੜ੍ਹੇ ਲਿਖੇ ਹੋ, ਮੇਰੇ ਨਾਲੋਂ ਸਾਰੇ ਹੀ ਸਿਆਣੇ, ਗਿਆਨਵਾਨ ਔਰ ਤਜਰਬੇਕਾਰ ਹੋ। ਮੇਰੀ ਆਪ ਨੇ ਡਿਊਟੀ ਲਾਈ ਹੈ ਵਿਚਾਰ ਕਰਨ ਦੀ, ਮੈਂ ਵਿਚਾਰ ਕਰ ਰਿਹਾ, ਤੁਸੀਂ ਬੈਠ ਕੇ ਸੁਣ ਰਹੇ ਹੋ। ਪਰ ਇਹਦੇ ਵਿੱਚ ਮੈਂ ਵੱਡਾ ਜਾਂ ਤੁਸੀਂ ਛੋਟੇ, ਜਾਂ ਤੁਸੀਂ ਵੱਡਾ ਔਰ ਮੈਂ ਛੋਟਾ ਨਹੀਂ। ਅਸੀਂ ਇੱਕ ਪਰਿਵਾਰ ਦੀ ਤਰ੍ਹਾਂ ਭੈਣ ਭਰਾ ਹਾਂ। ਅਸੀਂ ਸਾਰੇ ਭੈਣ ਭਰਾਵਾਂ ਨੇ ਆਪਣੇ ਪਿਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਰਾਹੀਂ ਸੈਲਫ ਐਨਾਲਿਸਿਸ ਕਰਨਾ ਹੈ ਕਿ ਅਸੀਂ ਕਿੱਥੇ ਖੜੇ ਹਾਂ। ਜੇ ਸਾਡੀ ਜ਼ਿੰਦਗੀ ਬਾਣੀ ਤੇ ਪੂਰੀ ਉਤਰਦੀ ਹੈ ਤਾਂ ਸਾਡਾ ਜੀਵਨ ਮੁਬਾਰਕ ਹੈ, ਤੇ ਜੇ ਕਿਤੇ ਕਮੀ ਪੇਸ਼ੀ ਹੈ ਤਾਂ ਉਹਨਾਂ ਕਮੀਆਂ ਪੇਸ਼ੀਆਂ ਨੂੰ ਦੂਰ ਕਰਕੇ ਅਸੀਂ ਗੁਰੂ ਦੀ ਨਜ਼ਰ ਵਿੱਚ ਪ੍ਰਵਾਨ ਹੋਣ ਦਾ ਯਤਨ ਕਰਨਾ ਹੈ। ਹੁਣ ਵੀਰ ਤਰਲੋਚਨ ਸਿੰਘ ਜੀ ਅਨਮਿਊਟ ਹੋ ਗਏ ਨੇ, ਅਗਲੀ ਕਾਰਵਾਈ ਉਹ ਕਰਨਗੇ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਗਿਆਨੀ ਜੀ ਆਪ ਜੀ ਦਾ। ਗੁਰੂ ਨਾਨਕ ਦੇਵ ਜੀ ਦੀ ਇਹ ਜਿਹੜੀ ਅਗੰਮੀ ਬਾਣੀ ਹੈ, ਇਹਦੇ ਵਿੱਚ ਅੱਜ 3 ਹਿੱਸਿਆਂ ਦੇ ਵਿੱਚ ਉਹਨਾਂ ਨੇ ਕੀਤੀ ਹੈ ਗੱਲ। ਤੇ ਪਹਿਲਾ ਤਾਂ ਸੀਗਾ ਸਿਮਲ ਰੂਪ ਸਰਾਇਰਾ, ਸਿਮਲ ਰੂਪ ਹਾਂਜੀ ਰੁਖ ਸਰਾਇਰਾ, ਸੌਰੀ। ਤੇ ਅੱਗੇ ਸੀ ਪੜ ਪੁਸਤਕ ਸੰਧਿਆ ਬਾਦਨ, ਹਾਂਜੀ। ਤੇ ਉਹਦੇ ਵਿੱਚ ਪੁਜਾਰੀ ਦਾ ਜਾਂ ਬ੍ਰਾਹਮਣਵਾਦ ਜੋ ਵੀ ਸੀਗਾ ਉਹਦੇ ਬਾਰੇ ਦੀ ਵਿਆਖਿਆ ਕੀਤੀ ਹੈ। ਤੇ ਕੱਪੜ ਰੂਪ ਸੁਹਾਵਣਾ ਉਹਦੇ ਵਿੱਚ ਵੀ। ਤੇ ਉਹਨਾਂ ਨੇ ਜਿਹੜਾ ਆਪਣਾ ਨਜ਼ਰੀਆ ਦਿੱਤਾ ਉਹ ਤਕਰੀਬਨ ਇਹੀ ਹੈ ਜੀ, ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ। ਗੁਣਾਂ ਚੰਗਿਆਈਆਂ ਦਾ ਤੱਤ ਜਿਹੜਾ ਹੈਗਾ ਉਹ ਮਿੱਠਤ ਨੀਵੀਂ ਆ। ਇਹ ਸਾਨੂੰ ਸਾਰਿਆਂ ਨੂੰ ਅਪਣਾਉਣ ਦੀ ਜ਼ਰੂਰਤ ਹੈਗੀ ਜੀ। ਸਾਰੇ ਇਕੱਲੇ ਇਕੱਲੇ ਤੇ ਸਾਡੇ ਤੇ ਲਾਗੂ ਹੁੰਦੀ ਆ। ਕਿੰਨਾ ਕੁ ਕੋਈ ਅਪਣਾਉਂਦੇ ਆ ਉਹ ਤਾਂ ਹਰੇਕ ਨੂੰ ਆਪਣੀ ਆਪਣੀ ਲਾਈਫ ਦੇ ਵਿੱਚ ਪਤਾ ਹੈ ਜੀ। ਤੇ ਪਰ ਉਹ 500 ਸਾਲ ਤੋਂ ਘੱਟੋ ਘੱਟ ਸਾਨੂੰ ਇਹ ਚੱਲੀ ਆਉਂਦੀ ਮਰਿਆਦਾ, ਉਹ ਸਾਡੇ ਵਿੱਚ ਅਜੇ ਤਾਈਂ ਵੀ ਕਈ ਜਗ੍ਹਾ ਦੇ ਵਿੱਚ ਦੇਖਣ ਨੂੰ ਆਉਂਦੀ ਹੈ, ਬੜੀ ਪਈ ਹੈ। ਸਾਨੂੰ ਉਹ ਤੇ ਨਿਕਲਣਾ ਪੈਣਾ। ਤੇ ਇਸ ਪਰਟੀਕੂਲਰ ਗੁਰਬਾਣੀ ਦੇ ਵਿੱਚ ਅੱਗੇ ਵੀ ਜਾ ਕੇ ਵੀ ਬਹੁਤ ਵੱਡੇ ਜਿਹੜੇ ਵਿਆਖਿਆ ਹੋਊਗੀ, ਜਿਹੜੇ ਸਾਡੇ ਤੇ ਮੜੀਆਂ ਹੋਈਆਂ ਚੀਜ਼ਾਂ ਆ ਉਹਨਾਂ ਚੋਂ ਨਿਕਲਣ ਵਾਸਤੇ ਉਹਨਾਂ ਦੇ ਖਿਲਾਫ ਹੋਣਗੇ। ਤੇ ਅੱਜ ਦੇ ਵਿੱਚ ਵੀ ਕਾਫੀ ਜਾਣੀ ਸਮਝਣ ਵਾਸਤੇ ਸਾਡੇ ਲਈ ਸਿੱਖਿਆ ਹੈਗੀ ਆ। ਤੇ ਬਹੁਤ ਬਹੁਤ ਧੰਨਵਾਦ ਜੀ ਗਿਆਨੀ ਜੀ ਦਾ। ਤੇ ਇੱਕ ਦੋ ਸੁਨੇਹੇ ਹੈ ਜੀ। ਸਭ ਤੋਂ ਪਹਿਲਾਂ ਤਾਂ ਇਹ ਹੈ ਜੀ ਕਿ ਬਹੁਤ ਖੁਸ਼ੀ ਦੀ ਗੱਲ ਹੈ ਅੱਜ ਇੱਕ, ਤੇ ਸਾਡੇ ਕੁਲਵਿੰਦਰ ਸਿੰਘ ਸੈਣੀ, ਹਰਵਿੰਦਰ ਕੌਰ ਸੈਣੀ ਸਲੋਹ ਤੋਂ, ਉਹਨਾਂ ਦੇ ਘਰ ਦੇ ਵਿੱਚ ਉਹ ਨਾਨਾ ਨਾਨੀ ਬਣੇ ਆ। ਤੇ ਅਸੀਂ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦੇ ਹਾਂ। ਹਾਂਜੀ। ਤੇ ਸਾਡੇ ਸਾਰਿਆਂ ਵੱਲੋਂ ਉਹਨਾਂ ਨੂੰ ਤੇ ਬੱਚੀ ਨੂੰ ਵੀ ਬਹੁਤ ਬਹੁਤ ਵੈਲਕਮ, ਤੇ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ। ਤੇ ਸਾਡੇ ਨਾਲ ਅੱਜ ਪਹਿਲੀ ਵਾਰ ਭਾਈ ਅਵਤਾਰ ਸਿੰਘ ਜੀ ਨਿਊ ਕਾਸਲ ਤੋਂ ਜੁੜੇ ਆ ਜੀ। ਤੁਹਾਨੂੰ ਵੀ ਬਹੁਤ ਵੈਲਕਮ ਜੀ। ਅਸੀਂ ਆਸ ਕਰਦੇ ਹਾਂ ਕਿ ਤੁਸੀਂ ਅੱਗੇ ਨੂੰ ਵੀ ਇਸੇ ਤਰ੍ਹਾਂ ਜੁੜੋਗੇ ਜੀ। ਤੇ ਸਕਰੀਨ ਤੇ ਸਾਡੀ ਆ ਰਹੀ ਜੀ ਭਾਈ ਸਾਹਿਬ ਕਮਰਜੀਤ ਸਿੰਘ, ਉਹਦਾ ਆਈਪੈਡ ਲਿਖਿਆ ਹੈ ਕਮਰਜੀਤ ਸਿੰਘ।
ਵੈਲਕਮ ਸਰ, ਅਸੀਂ ਤੁਹਾਡੀ ਪਿਕਚਰ ਦੇਖ ਰਹੇ ਹਾਂ। ਤੁਸੀਂ ਵੀ ਜੋ ਅੱਜ ਦੀ ਕਥਾ ਹੋਈ ਹੈ ਉਹਦੇ ਵਿੱਚ ਕੁਝ ਹਿੱਸਾ ਲੈਣਾ ਚਾਹੋਗੇ ਤਾਂ ਤੁਸੀਂ ਜ਼ਰੂਰ, ਮੈਂ ਤੁਹਾਡੇ ਕੋਲ ਆਊਂਗਾ ਜੀ। ਤੇ ਸਾਡੇ ਵਿਰਕ ਸਾਹਿਬ ਵੀ ਕੱਲ ਜਿਹੜੇ ਸੀਗੇ ਉਹ ਵੀ ਜੁੜੇ ਹੋਏ ਨਾਲ। ਹਾਂਜੀ ਵਿਰਕ ਸਾਹਿਬ, ਠੀਕ ਠਾਕ ਹੋ ਜੀ? ਹਾਂਜੀ, ਚਲੋ ਤੁਹਾਡੇ ਕੋਲ ਵੀ ਆਉਂਦੇ ਆ। ਤੇ ਐਨੀਵੇ, ਜਿੱਦਾਂ ਹਮੇਸ਼ਾ ਦੀ ਤਰ੍ਹਾਂ ਆਪਾਂ ਕਹਿੰਦੇ ਹੁੰਦੇ ਆ ਕਿ ਤੁਸੀਂ ਅਨਮਿਊਟ ਹੋ ਜਾਓ ਤਾਂ ਅਸੀਂ ਆਪ ਦੇ ਜੋ ਵੀ ਸੁੱਖ ਸੁਨੇਹੇ, ਜੋ ਵੀ ਅੱਜ ਦੀ ਕਥਾ ਬਾਰੇ ਹੈਗੇ ਆ ਉਹ ਲੈਣੇ ਆ। ਤੁਸੀਂ ਕੁਝ ਪੁੱਛਣਾ ਗਿਆਨੀ ਜੀ ਨੂੰ ਤੇ ਉਹਦੇ ਮੁਤਾਬਕ ਤੁਸੀਂ ਗੱਲਬਾਤ ਕਰ ਸਕਦੇ ਆ। ਇੱਕ ਭਾਈ ਸਾਹਿਬ ਸਾਡੇ ਬੈਠੇ ਹੈ, ਸਕਰੀਨ ਤੇ ਨਜ਼ਰ ਆ ਰਹੇ ਆ, ਪਰ ਉਹਨਾਂ ਨੇ ਆਪਣਾ ਨਾਂ ਨਹੀਂ ਲਿਖਿਆ, ਆਪਣਾ ਟੈਲੀਫੋਨ ਨੰਬਰ ਹੀ यहाँ ਤੁਸੀਂ ਸਮਾਈਲ ਕਰ ਰਹੇ ਜੀ। ਤੇ ਵੈਲਕਮ ਜੀ। ਮੈਨੂੰ ਤੁਹਾਡੇ ਨਾਂ ਦਾ ਨਹੀਂ ਪਤਾ, ਪਰ ਬਹੁਤ ਵਧੀਆ ਹੋਇਆ ਤੁਸੀਂ ਵੀ ਆਏ ਆ। ਤੇ ਮੈਂ ਤੁਹਾਨੂੰ ਆ ਕੇ ਮੈਂ ਅਨਮਿਊਟ ਕਰ ਦਿੰਦਾ ਜੀ ਥੋੜੇ ਚਿਰ ਤਾਈਂ। ਜੇ ਤੁਸੀਂ ਕੋਈ ਗੱਲ ਕਰਨੀ ਚਾਹੋਗੇ ਤਾਂ ਤੁਸੀਂ ਜ਼ਰੂਰ ਕਰ ਦਿਓ। ਹਾਂਜੀ, ਹੋਰ ਹੁਣ ਮੈਂ ਬੇਨਤੀ ਕਰਾਂ, ਹਰਵਿੰਦਰ ਕੌਰ ਦਿੱਲੀ ਤੋਂ ਆਪਣੇ ਹੈਗੇ ਆ ਜੀ, ਉਹਨਾਂ ਨੇ ਅਨਮਿਊਟ ਹੋਏ ਆ ਜੀ। ਤੁਸੀਂ ਕੋਈ ਕਹਿਣਾ ਜੀ? ਹਾਂਜੀ, ਪੁੱਛ ਲਓ। हाँ थोड़ा जी ਉੱਚੀ जी, ਬੋਲਿਓ ਜੀ। वाहिगुरु जी का खालसा वाहिगुरु जी की फतेह। वाहिगुरु जी का खालसा वाहिगुरु जी की फतेह जी। ਫਤਿਹ ਜੀ, ਫਤਿਹ। बहुत अच्छा लगता है, ਤੁਸੀਂ ਕਥਾ ਬਹੁਤ ਵਿਸਤਾਰ ਨਾਲ ਬੜਾ ਅੱਛਾ ਸਮਝਾਉਂਦੇ ਹੋ, ਬਹੁਤ ਤੁਹਾਡਾ ਧੰਨਵਾਦ। ਪਰ ਜੇ ਤੁਸੀਂ ਫੋਨ ਨੰਬਰ ਨੇ ਦਿੱਤਾ ਸੀ, ਫੋਨ ਨੰਬਰ ਲੱਗਾ ਨਹੀਂ ਤੁਹਾਡਾ, ਜਾਂ ਤੇ ਉਹ ਮੈਨੂੰ ਸੁਣਨ 'ਚ ਗਲਤੀ ਲੱਗ ਗਈ ਹੈ। ਨਹੀਂ ਜੀ, ਫੋਨ ਨਹੀਂ ਲੱਗਣਾ, ਤੁਸੀਂ ਨਾ WhatsApp ਤੇ ਕਰੋਗੇ ਤਾਂ ਹੈ, ਕਿਉਂਕਿ ਮੇਰਾ ਨੰਬਰ ਇੰਡੀਆ ਦਾ ਹੈ ਔਰ ਮੈਂ ਇਸ ਟਾਈਮ UK ਹੈਗਾ ਵਾਂ। ਤੇ ਮੇਰਾ ਨੰਬਰ ਦੁਬਾਰਾ ਸੁਣ ਲਓ, ਮੇਰਾ ਨੰਬਰ ਸਾਰੇ ਵੀਰ ਭੈਣਾ 98 726 13 340। एक मिनट वीर जी, एक मिनट कोई ना। हाँ एक मिनट दोबारा बोलना वीर जी। 98 726 98 726 26, हाँ जी, 13 340 13 340 340। +91 लगा। हाँ जी, Thank you, thank you so much. So nice of you, Virji. हाँ जी, तो एक ना प्लस ਗੱਲ ਕਰਨੀ ਹੈ। ਤੁਸੀਂ ਨਾ +91 ਤੁਸੀਂ ਪਹਿਲਾਂ +91 ਲਾ ਕੇ ਤੇ ਇਹਨੂੰ ਸੇਵ ਕਰ ਲਿਓ ਤੇ WhatsApp ਤੇ ਗੱਲ ਕਰੋਗੇ ਤਾਂ ਗੱਲ ਹੋਏਗੀ, ਕਿਉਂਕਿ ਮੈਂ UK ਹੈਗਾ ਤੇ ਮੇਰਾ UK ਨੰਬਰ ਵੀ ਚੱਲਦਾ WhatsApp ਤੇ। ਅੱਛਾ ਠੀਕ ਹੈ, +91 ਲਗਾ ਕੇ ਫਿਰ ਮੈਂ ਤੁਹਾਡੇ ਨਾਲ ਗੱਲ ਕਰਾਂਗੀ। ਧੰਨਵਾਦ। ਇੱਕ ਮਿੰਟ ਜਰਾ। ਹਾਂਜੀ ਭੈਣ ਜੀ। ਹਾਂਜੀ ਵੀਰ ਜੀ, ਇਸ ਲਈ ਤੁਹਾਡਾ ਨਾ ਮੈਨੂੰ ਲਿੰਕ ਠੀਕ ਤਰ੍ਹਾਂ ਮਿਲਦਾ ਨਹੀਂ, ਮੈਂ ਬੜਾ ਮੁਸ਼ਕਿਲ ਤੁਹਾਨੂੰ ਜੁਆਇਨ ਕਰਨੀ ਆਪਣੇ ਚ। ਤੁਸੀਂ ਆਪਣਾ ਮੈਨੂੰ ਲਿੰਕ ਦੇ ਦਿਓ, ਤੁਹਾਡਾ ਲਿੰਕ ਹੈ, ਜਾਂ ਮੈਨੂੰ ਗਰੁੱਪ ਵਿੱਚ ਐਡ ਕਰ ਲਓ ਆਪਣੇ। ਅੱਜ ਥੋੜੀ ਜਿਹੀ ਇੰਟਰਨੈਟ ਦੀ ਇੱਥੇ ਪ੍ਰੋਬਲਮ ਪੈ ਰਹੀ ਹੈ ਜੀ, ਉਹਦੇ ਕਰਕੇ ਕਾਫੀ ਮੁਸ਼ਕਲਾਂ ਆ ਰਹੀਆਂ ਤੇ ਮੈਂ ਕਿ ਕੱਲ ਤਾਈਂ ਸਾਡਾ ਸਿਸਟਮ ਠੀਕ ਹੋ ਜਾਊਗਾ। ਠੀਕ ਹੈ ਜੀ, ਆਪਣੇ ਗਰੁੱਪ ਵਿੱਚ ਇਹਨੂੰ ਐਡ ਕਰ ਲਓ ਤੁਸੀਂ। ਮੈਂ ਅੱਛਾ ਜੀ, ਮੈਂ ਉਹਦੇ ਬਾਰੇ ਮੈਂ ਡਿਸਕਸ ਕਰਨੀ ਪੈਣੀ ਆ ਤੇ ਮੈਂ ਉਹਦੇ ਬਾਰੇ ਤੁਹਾਡੇ ਨਾਲ ਫੇਰ ਗੱਲ ਕਰਦਾ। ਥੈਂਕ ਯੂ ਜੀ, ਪਲੀਜ਼ ਕਰ ਲੈਣਾ, ਪਲੀਜ਼। ਮਿਹਰਬਾਨੀ, ਥੈਂਕ ਯੂ ਜੀ। ਅੱਛਾ ਜੀ, ਹਾਂਜੀ, ਕੰਵਰਜੀਤ ਸਿੰਘ ਜੀ ਤੁਸੀਂ। ਹਾਂਜੀ ਹਾਂਜੀ, ਕੁੰਵਰਜੀਤ ਸਿੰਘ ਜੀ, ਮੈਂ ਨਰਿੰਦਰ ਸਿੰਘ ਜੀ, ਮੈਂ ਉਹਦਾ ਫਾਦਰ ਬੋਲ ਰਿਹਾ ਜੀ। ਕੁੰਵਰਜੀਤ ਮੇਰੇ ਬੇਟੇ ਦਾ ਆਈ ਫਰੈਂਡ ਹੈਗਾ ਜੀ। ਅੱਛਾ ਜੀ, ਹਾਂ, ਆਵਾਜ਼ ਉਧਰੋਂ ਨਰਿੰਦਰ ਸਿੰਘ ਕੋਲੋਂ ਆ ਰਹੀ ਹੈ ਤਾਂ ਬੋਲ ਤੁਸੀਂ ਰਹੇ ਦੂਜੀ ਸਕਰੀਨ ਤੋਂ। ਹਾਂਜੀ ਹਾਂਜੀ, ਆਈ ਫਰੈਂਡ। ਹਾਂਜੀ ਹਾਂਜੀ, ਸਭ ਠੀਕ ਹੈ ਵੀਰ ਜੀ, ਥੈਂਕ ਯੂ ਜੀ। ਹਾਂਜੀ, ਓਕੇ। ਕਰੋ ਗੱਲ। ਨਹੀਂ ਬਸ ਇਹੀ ਸੀਗਾ, ਬਹੁਤ ਵਧੀਆ ਲੱਗਿਆ ਅੱਜ ਇਹਨਾਂ ਨੇ ਲਾਈਫ ਦੇ ਬਾਰੇ ਜੋ ਦੱਸਿਆ ਸਾਨੂੰ ਜੀ, ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸਮਝਾਤਾ ਭਾਈ ਸਾਹਿਬ ਨੇ। ਧੰਨਵਾਦ। ਠੀਕ ਹੈ ਜੀ, ਤੁਹਾਡੇ ਜੁੜਨ ਦਾ ਬਹੁਤ ਬਹੁਤ ਧੰਨਵਾਦ ਜੀ ਨਾਲ। ਥੈਂਕ ਯੂ। ਤੇ ਹਾਂਜੀ, ਤੇ ਹਾਂਜੀ, ਸਤਨਾਮ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਗਿਆਨੀ ਜੀ, फतेह जी। आपने बड़ी ही विस्तार ਨਾਲ ਸਮਝਾਇਆ ਹੈ। ਸਭ ਕੋ ਨਿਵੇ ਆਪਕੋ ਪਰ ਕੋ ਨਿਵੇ ਨਾ ਕੋਏ। ਇਨਸਾਨ ਆਪਣੇ ਸਵਾਰਥਾਂ ਲਈ ਲਿਖ ਜਾਂਦਾ ਹੈ ਤੇ ਦੂਸਰਿਆਂ ਦੀ ਖਾਤਰ ਨਹੀਂ ਲਿਖਦਾ, ਪਰ ਜੇ ਦੂਸਰਿਆਂ ਦੀ ਖਾਤਰ ਲਿਖ ਜਾਵੇ ਤੇ ਇਹ ਰੱਬ ਦੇ ਬਹੁਤ ਨੇੜੇ, ਰੱਬ ਦਾ ਰਾਸਤਾ ਖੁੱਲ ਜਾਂਦਾ ਹੈ। ਤੇ ਜਿਸ ਤਰ੍ਹਾਂ ਆਪਨੇ ਦੱਸੀ ਸਟੋਰੀ ਬੱਚੇ ਦੀ, ਬਈ ਕੁੱਤਾ ਖਾ ਰਿਹਾ ਸੀ ਸੜਕ ਤੇ, ਤਾਂ ਉਹਨੂੰ ਉਸਨੇ ਆਪਣਾ ਟਿਫਨ ਦਿੱਤਾ, ਤੇ ਅਸਲੀ ਨਿਮਰਤਾ ਇਹੀ ਹੈ, ਸੇਵਾ ਇਹੀ ਹੈ, ਅਸਲੀ ਸੇਵਾ ਇਹੀ ਹੈ ਜੀ। ਸਹੀ ਗੱਲ। ਧਰ ਤਰਾਜੂ ਤੋਲੀਏ ਨਿਵੇ ਸੋ ਗੋਰਾ ਹੋਏ। ਇਸ ਬੰਦਿਆਂ ਦੇ ਇਸ ਸੇਵਾ ਦੇ ਹੀ ਤਰਾਜੂ ਜੇ ਤਕੜੀ ਤੋਲਿਆ ਜਾਵੇ ਤੇ ਇਹਨਾਂ ਦਾ ਪਲੜਾ ਹੀ ਭਾਰੀ ਹੁੰਦਾ ਹੈ।
ਹਮੇਸ਼ਾ ਇਹਨਾਂ ਇਦਾਂ ਦੀਆਂ ਗੁਨਾਹਾਂ ਦਾ ਹੀ ਭੱਲੜ ਭਾਰੀ ਹੋਊਗਾ ਤੇ ਅਪਰਾਧੀ ਦੁਨਾ ਜੋ ਨਿਵੇ ਹੰਤਾ ਅਪਰਾਧੀ ਦੁਨਾ ਨਿਵੇ ਜੋ ਹੰਤਾ ਮਿਰਗਾ ਹੈ। ਜੋ ਹੰਤਾ ਨਿਵੇ ਇਹਦੀ ਥੋੜਾ ਜਿਹਾ ਮੈਨੂੰ ਦੁਬਿਧਾ ਜੀ ਸੀਗੀ ਤੇ ਆਪਨੇ ਜਿਸ ਤਰ੍ਹਾਂ ਇਹਦੇ ਵਿੱਚ ਸ਼ਾਸਤਰ ਵੀ ਦੱਸਿਆ ਉਹਨੂੰ ਵੀ ਪੜਿਆ ਤਾਂ ਉੱਥੋਂ ਹੀ ਥੋੜੀ ਜਿਹੀ ਦੁਬਿਧਾ ਲੱਗਦੀ ਸੀ, ਪਰ ਆਪਨੇ ਜੋ ਵਿਸਤਾਰ ਨਾਲ ਦੱਸਿਆ ਬੜੀ ਚੰਗੀ ਤਰ੍ਹਾਂ ਸਮਝ ਆਈ। ਬਹੁਤ ਬਹੁਤ ਧੰਨਵਾਦ ਜੀ ਆਪ ਦਾ, ਬਹੁਤ ਹੀ ਧੰਨਵਾਦ। ਇਸੇ ਕਰਕੇ ਵੀ ਕਥਾ ਵਾਚਕਾਂ ਦੀ ਬਹੁਤ ਜ਼ਰੂਰੀ ਤੇ ਲੋੜ ਆ ਜੀ, ਜੋ ਲੋੜ ਹੈ। ਧੰਨਵਾਦ। ਹਾਂਜੀ ਧੰਨਵਾਦ ਜੀ। ਆਪਣੇ ਅਰਜਨ ਸਿੰਘ ਗਰੇਵਾਲ ਸਾਹਿਬ ਤੁਸੀਂ ਕੁਝ ਕਹਿਣਾ ਤਾਂ ਅਨਮਿਊਟ ਹੋ ਜਾਓ ਜੀ। ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ ਜੀ ਫਤਿਹ। ਕੀ ਹਾਲ ਹੈ ਸਿੰਘੋ? ਗਿਆਨ ਜੀ ਬਹੁਤ ਬਹੁਤ ਧੰਨਵਾਦ, ਬੜੀ ਸੋਹਣੀ ਕਥਾ ਕਰਦੇ ਹੋ, ਬਹੁਤ ਸੋਹਣੀ। ਧੰਨਵਾਦ ਜੀ, ਧੰਨਵਾਦ। ਥੈਂਕ ਯੂ ਸੋ ਮਚ। ਧੰਨਵਾਦ। ਸਾਡੇ ਦੋਏ ਭਾਈ ਸਾਹਿਬ ਗਿਆਨੀ ਸਾਹਿਬ ਉੱਥੋਂ ਗੁਰਦੁਆਰੇ ਤੋਂ ਆ ਰਹੇ ਆ ਜੀ। ਵੈਲਕਮ ਤੁਹਾਨੂੰ ਵੀ, ਤੁਸੀਂ ਵੀ ਰੋਜ਼ ਹੀ ਆ ਜਾਇਆ ਕਰੋ ਬੇਸ਼ੱਕ ਲੰਗਰ ਪਾਣੀ ਛਕਣ ਤੋਂ ਬਾਅਦ। ਇਹ ਦੋਵੇਂ ਹੀਰੇ ਬੰਦੇ ਨੇ ਜੀ, ਹੀਰੇ ਬੰਦੇ, ਬਹੁਤ ਵਧੀਆ ਇਨਸਾਨ ਨੇ, ਚੰਗਾ ਇਹਨਾਂ ਦਾ ਸੁਭਾਅ ਔਰ ਕੀਰਤਨ ਬੜਾ ਪਿਆਰਾ ਤੇ ਮਿਲਵਰਤਨ ਬਹੁਤ ਚੰਗਾ। ਥੈਂਕ ਯੂ ਜੀ, ਥੈਂਕ ਯੂ। ਓਕੇ ਜੀ, ਥੈਂਕ ਯੂ ਜੀ ਤੁਹਾਡਾ ਵੀ ਬਹੁਤ ਬਹੁਤ। ਹਾਂਜੀ ਕਰਮਜੀਤ ਸਿੰਘ ਬੱਤਰਾ। ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ ਜੀ। ਹਮੇਸ਼ਾ ਦੀ ਤਰ੍ਹਾਂ ਬਹੁਤ ਬਹੁਤ ਧੰਨਵਾਦ। ਹਰ ਚੀਜ਼ ਬਿਲਕੁਲ ਕ੍ਰਿਸਟਲ ਕਲੀਅਰ। ਵੀਰ ਜੀ 10 ਕੋਲ ਟਾਈਮ ਘੱਟ ਹੁੰਦਾ ਹੈ, ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਰੱਖਦਾ ਹੈ ਤੇ ਥੋੜੇ ਆਰਾਮ ਨਾਲ ਸਮਝਦੇ ਹੋਏ ਕਰਦਾ ਹਾਂ ਤੇ ਕਈ ਵਾਰੀ 1.5 ਸਾਲ 2 ਸਾਲ ਲੱਗ ਜਾਂਦੇ ਨੇ। ਕੁਝ ਲੋਕ ਭਰਮ ਪਾਉਂਦੇ ਨੇ ਵੀ ਨਹੀਂ ਇੰਨੇ ਪੀਰੀਅਡ ਵਿੱਚ ਕਰੋ, ਪਰ ਮੈਂ ਆਪਣੇ ਆਨੰਦ ਵਿੱਚ ਕਰਦਾ ਹਾਂ। ਆਪਦੇ ਕੀ ਵਿਚਾਰ ਨੇ ਇਸ ਬਾਰੇ? ਟਾਈਮ ਦੇਖੋ, ਸਹਿਜ ਪਾਠ ਵਾਸਤੇ ਕੋਈ ਟਾਈਮ ਨਹੀਂ ਹੈਗਾ। ਜਿੰਨਾ ਵੀ ਤੁਸੀਂ ਬੇਸ਼ੱਕ ਇੱਕ ਸ਼ਬਦ ਪੜੋ ਤੇ ਬੇਸ਼ੱਕ ਤੁਸੀਂ ਜਿੰਨੇ ਚ ਮਰਜ਼ੀ ਪਾਓ। ਮੈਂ ਆਪ ਇੱਕ ਸਹਿਜ ਪਾਠ ਕੀਤਾ ਸੀ ਤੇ ਉਹਦਾ ਭੋਗ ਮੈਂ 10 ਸਾਲ ਵਿੱਚ ਪਾਇਆ ਸੀ। ਮਤਲਬ ਅਰਥਾਂ ਸਮੇਤ ਪੜ੍ਹ ਕੇ ਸਮਝ ਕੇ। ਇਸ ਲਈ ਕੋਈ ਟਾਈਮ ਨਹੀਂ। ਇੱਕ ਦਿਨ ਜਿਵੇਂ ਦੁਕਾਨ ਵੀ ਜਾਣਾ ਤੇ ਕਦੀ ਇੱਕ ਪੇਜ ਹੁੰਦਾ, ਕਦੀ 2 ਹੋ ਪਾਉਂਦੇ ਨੇ, ਕਦੀ ਨਹੀਂ ਵੀ ਹੋ ਪਾਉਂਦਾ ਹੈਗਾ। ਹਾਂ, ਤੁਸੀਂ ਉਹਨੂੰ ਕੰਟੀਨਿਊ ਰੱਖੋ ਤੇ ਬਾਕੀ ਮਤਲਬ ਜਿੰਨਾ ਵੀ ਘੱਟ ਵੱਧ ਜਿੰਨਾ ਹੋ ਜਾਵੇ ਉਹਨੂੰ ਸਮਝ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਿਰਮਲ ਸਿੰਘ ਜੀ ਤੁਸੀਂ ਆ ਜਾਓ। ਕੁਛ ਤੁਹਾਡੇ ਦਰਸ਼ਨ ਨਹੀਂ ਹੋ ਰਹੇ, ਪਤਾ ਨਹੀਂ ਕਿੱਥੇ ਲੁਕੇ ਹੋ ਤੁਸੀਂ। ਪਿੱਛੇ ਥੋੜਾ ਜਿਹਾ ਅੱਗੇ ਨੂੰ ਆ ਜਾਓ, ਸਾਈਡ ਤੇ ਹੋ ਕੇ ਬੈਠੇ। ਹਾਂਜੀ ਹਾਂਜੀ ਹਾਂ ਠੀਕ ਹੈ, ਹਾਂ ਠੀਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਾਕੀ ਮੈਂ ਸਮਝਦਾ ਕਿ ਏਦਾਂ ਇਸ ਅੱਜ ਦੇ ਜਿਹੜਾ ਜਿੰਨੀ ਵੀ ਕਥਾ ਕੀਤੀ ਗਈ ਨਿਮਰਤਾ ਤੇ ਜਿਹੜਾ ਜ਼ੋਰ ਦਿੱਤਾ ਗਿਆ। ਮੈਂ ਕਹਿੰਦਾ ਵੀ ਨਿਮਰਤਾ ਦੇ ਨਾਲ ਹੀ ਰਹਿਣਾ ਚਾਹੀਦਾ, ਪਿੱਛੇ ਲੋਕ ਕੇ ਰਹਿਣਾ ਚਾਹੀਦਾ, ਆਪਣੇ ਆਪ ਨੂੰ ਬਹੁਤਾ ਨਹੀਂ ਸ਼ੋਅ ਕਰਨਾ ਚਾਹੀਦਾ, ਕਿਉਂਕਿ ਜਿਹੜੇ ਅੰਦਰੋਂ ਖੁਸ਼ ਹੁੰਦੇ ਤੇ ਬਾਹਰੋਂ ਖੁਸ਼ ਹੁੰਦੇ ਆ, ਉਹ ਉਹਨਾਂ ਦਾ ਉਹ ਜਿਹੇ ਬੰਦੇ ਤੋਂ ਆਪਾਂ ਪਰਾਂ ਰਹਿਣਾ ਚਾਹੀਦਾ। ਤੇ ਬਾਕੀ ਹੈ ਕਿ ਇਸ ਅੱਜ ਦੀ ਜਿੰਨੀ ਵੀ ਕਥਾ ਹੋਈ ਹੈ ਕਿ ਜਿੰਨੇ ਵੀ ਸੰਸਾਰ 'ਚ ਲੋਕ ਪਿੱਛੇ ਹੋਏ ਆ ਜਾਂ ਹੁਣ ਇਸ ਵੇਲੇ ਹੈਗੇ ਆ, ਉਹਨਾਂ ਦੇ ਔਗੁਣਾਂ ਤੇ ਜਿਹੜੇ ਕੀ ਚੰਗਿਆਈਆਂ ਤੇ ਅੰਦਰੋਂ ਕਿਵੇਂ ਤੇ ਬਾਹਰੋਂ ਕਿਵੇਂ, ਇਹਨਾਂ ਦੀ ਵਿਆਖਿਆ ਬਹੁਤ ਸੋਹਣੀ ਇਹਨਾਂ ਨੇ ਕੀਤੀ ਹੈ ਤੇ ਮੈਂ ਇਹਨਾਂ ਦਾ ਬਹੁਤ ਧੰਨਵਾਦੀ ਹਾਂ। ਤੇ ਗੁਰੂ ਨਾਨਕ ਦੀ ਫਿਲਾਸਫੀ ਨੂੰ ਅੱਗੇ ਮੁੱਖ ਰੱਖਦੇ ਹੋਏ ਜਿਹੜਾ ਗਿਆਨ ਹੈ, ਗੁਰੂ ਦਾ ਗਿਆਨ, ਉਹ ਲੈ ਕੇ ਜੇ ਆਪਾਂ ਚੱਲਾਂਗੇ ਤਾਂ ਆਪਣੇ ਜੀਵਨ ਸੁਧਾਰ ਲਵਾਂਗੇ। ਕਿਉਂਕਿ ਇੱਥੇ ਸੰਸਾਰ ਦੇ ਵਿੱਚ ਆਪਾਂ ਸਦਾ ਰਹਿਣਾ ਨਹੀਂ ਹੈ, ਨੇਕੀ ਖੱਟ ਕੇ ਜਾਵਾਂਗੇ ਤੇ ਕੁਛ ਰਹਿ ਜਾਊਗਾ ਥੋੜੇ ਚਿਰ ਲਈ, ਜਿੰਨੇ ਕਿ ਜਿੱਥੇ ਤੱਕ ਕੀ ਕਰਾਂਗੇ। ਤੇ ਬਾਕੀ ਹੈ ਵੀ ਜੇ ਹੈਗਾ ਗੁਰੂ ਨਾਨਕ ਨੇ ਮੋਦੀ ਖਾਨ ਨੇ ਕਿਵੇਂ ਹੈਗਾ ਆਪਣੇ ਆਪ ਨੂੰ ਸ਼ੋਅ ਕੀਤਾ ਸੀ ਕਿ ਹੈਗਾ ਜੇ ਫਾਇਦਾ ਵੀ ਆ, ਪ੍ਰੋਫਿਟ ਵੀ ਆ, ਤੇ ਉਹਨੂੰ ਅਗਰ ਭਲਾਈ ਤੇ ਥਾਂ ਹੈਗਾ ਖਰਚਿਆ ਜਾਵੇ ਤੇ ਉਹ ਸਖੀਰਤਾ ਆ। ਤੇ ਇਹੋ ਜਿਹੇ ਆਪਾਂ ਆਪਣਾ ਵੀ ਆਪਾਂ ਇਹੋ ਜਿਹਾ ਜੀਵਨ ਬਣਾਈਏ ਕਿ ਆਪਾਂ ਭਲਾਈ ਕਰਕੇ ਜਾਈਏ। ਤੇ ਜਿਹੜੀ ਹੈਗਾ ਆਪਣੇ ਹੈਗਾ ਜੋੜ ਕੇ ਰੱਖ ਕੇ ਜਾਣਾ, ਇਹਨਾਂ ਦੀ ਖਾਸ ਰੱਖ ਕੇ ਜਾਣਾ, ਕੀ ਪਤਾ ਉਹ ਕਿਹੋ ਜਿਹੇ ਨਿਕਲਣੇ ਜਾਂ ਉਹ ਮਾੜੇ ਨਿਕਲਣੇ ਆ ਤੇ ਉਹਨਾਂ ਨੇ ਦੂਏ ਦਿਨ ਸਭ ਕੁਝ ਖਰਾਬ ਕਰ ਦੇਣਾ। ਤੇ ਇਸ ਤਰ੍ਹਾਂ ਦੇ ਜਿਹੜੇ ਗੁਰੂ ਨਾਨਕ ਦੀ ਫਿਲਾਸਫੀ ਹੈ ਕਿ ਚੰਗਾ ਕਰਕੇ ਜਾਓ, ਮਾੜਾ ਚੰਗਾ ਜੇ ਤੁਸੀਂ ਇਸ ਸੰਸਾਰ ਦੇ ਕਰੋਗੇ ਤੇ ਫਲ ਵੀ ਤੁਸੀਂ ਆਪਣੇ ਆਪ ਹੀ ਤੇ ਭੁੱਖ ਕੇ ਜਾਓਗੇ ਤੇ ਸੰਸਾਰ ਦੇ ਵਿੱਚ ਵੀ। ਪਰ ਇੱਕ ਦੋ ਗੱਲਾਂ ਜਿਹੜੀਆਂ ਕਿ ਕਈ ਵਾਰੀ ਉਹ ਕਲੀਅਰ ਨਹੀਂ ਹੁੰਦੀਆਂ ਕਿ ਉਹਦੇ ਬਾਰੇ ਫਿਰ ਕਿਤੇ ਆਪਾਂ ਮੈਂ ਗਿਆਨੀ ਉਹਨਾਂ ਨਾਲ ਬਹਿ ਕੇ ਕਿਤੇ ਗੱਲਬਾਤ ਕਰਾਂਗਾ ਕਿ ਬਈ ਜਿਹੜਾ ਇਸ ਸੰਸਾਰ ਦੇ ਵਿੱਚ ਵੀ ਇੱਕ ਬੰਦੇ ਤਾਂ ਆਪਾਂ ਗੁਰੂ ਨਾਨਕ ਦੀ ਗੱਲ ਕਰ ਰਹੇ ਹਾਂ, ਪਰਮਾਤਮਾ ਦੀ ਗੱਲ ਕਰ ਰਹੇ ਹਾਂ,
ਤੇ ਜੇ ਹੈਗਾ ਇਸ ਸੰਸਾਰ ਵਿੱਚ ਅਸੀਂ ਲੇਖਾ ਜੋਖਾ ਨਹੀਂ ਦੇ ਸਕਦੇ ਤਾਂ ਫਿਰ ਅਸੀਂ ਕਿੱਥੇ ਜਾ ਕੇ ਦੇਵਾਂਗੇ। ਤੇ ਤੁਸੀਂ ਇਹਦੇ ਬਾਰੇ ਵੀ ਬਾਕੀ ਇੱਕ ਚੀਜ਼ ਮੈਂ ਇਹ ਪੁੱਛਣਾ ਚਾਹੁੰਦਾ, ਮੈਂ ਕਹਿੰਦਾ ਸਿੰਪਲ ਜੀ ਕਢਵਾਈ ਸਮੇਂ ਇੱਕ ਸ੍ਰੀ ਸਾਹਿਬ ਤੇ ਇੱਕ ਦੋ ਚੀਜ਼ਾਂ ਹੋਰ ਹੈ, ਉਹਨਾਂ ਬਾਰੇ ਥੋੜੀ ਜਿਹੀ ਜੇ ਚਾਨਣਾ ਪਾ ਸਕਣ ਜ਼ਰੂਰ ਦੱਸ ਦਿਓ ਕਿ ਜੇ ਕਢਵਾਈ ਆਪਾਂ ਕਰਦੇ ਹਾਂ ਸਿੰਪਲ ਤੌਰ ਤੇ ਜਿਹੜਾ ਸ੍ਰੀ ਸਾਹਿਬ ਇੱਕ ਦੋ ਚੀਜ਼ਾਂ ਹੋਰ ਨਾ ਦੱਸੇ ਜੀ ਕੜਾ ਜਾਂ ਹੋ। ਹਾਂਜੀ, ਉਹਦੇ ਵਿੱਚ ਨਾ ਜਦੋਂ ਅਸੀਂ ਰਹਿਤ ਮਰਿਆਦਾ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਲਿਖਿਆ ਜੀ ਉਚੇਚੇ ਤੌਰ ਤੇ ਕਿ ਕੁੜਮਾਈ ਕਰਨੀ ਜ਼ਰੂਰੀ ਨਹੀਂ। ਅੱਗੇ ਲਿਖਿਆ ਕਿ ਜੇ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਦੋਵੇਂ ਹੀ ਪਰਿਵਾਰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਇਕੱਠੇ ਹੋ ਕੇ ਤੇ ਬੱਚੇ ਦੀ ਝੋਲੀ ਦੇ ਵਿੱਚ ਇੱਕ ਕਿਰਪਾਨ, ਇੱਕ ਕੜਾ ਔਰ ਥੋੜਾ ਜਿਹਾ ਮਿੱਠਾ। ਉਹ ਮਿੱਠਾ ਲਿਖਿਆ ਕੋਈ ਵੀ ਪਤਾਸੇ ਹੋ ਸਕਦੇ ਨੇ, ਗੁੜ ਹੋ ਸਕਦਾ ਹੈ ਜਾਂ ਬਰਫੀ ਵਗੈਰਾ ਕੁਝ ਮਿੱਠਾ ਪਾਣਾ। ਤਾਂ ਕਿਰਪਾਨ ਜਿਹੜੀ ਉਹ ਸਰਬ ਲੋਹੇ ਦੀ ਜਾਂ ਸਟੀਲ ਦੀ, ਔਰ ਕੜਾ ਵੀ ਸਟੀਲ ਵਗੈਰਾ ਦਾ, ਸੋਨੇ ਦਾ ਨਹੀਂ। ਅੱਛਾ, ਇਹਨਾਂ ਦੋਵਾਂ ਦੇ ਹੈਗਾ ਕਿਰਪਾਨ ਪਾਉਣ ਦਾ ਕਢਵਾਈ ਸਮੇਂ ਕੀ ਇੰਪੋਰਟੈਂਸ ਹੈ? ਉਹਦੀ ਇੰਪੋਰਟੈਂਸ ਦੇਖੋ, ਉਹਦੇ ਵਾਸਤੇ ਨਾ ਇੱਕ ਤਾਂ ਅਸੀਂ ਅੰਮ੍ਰਿਤਧਾਰੀ ਹੁੰਦੇ ਆ ਇਸ ਕਰਕੇ ਵੀ, ਦੂਜੇ ਨੰਬਰ ਤੇ ਗੱਲ ਇਹ ਹੈਗੀ ਹੈ ਵੀ ਜਿਹੜੀ ਰਹਿਤ ਮਰਿਆਦਾ ਬਣਾਈ ਗਈ ਉਹ ਬਣਾਈ ਗਈ ਕਿ ਸਾਰੇ ਇੱਕੋ ਤਰ੍ਹਾਂ ਹੀ ਕਰਨ, ਕਿ ਦੁਬਦਾ ਨਾ ਰਵੇ ਕਿਸੇ ਦੇ ਅੰਦਰ ਨਾ ਵੀ ਅਸੀਂ ਐਵੇਂ ਕਰ ਲਈਏ। ਪਹਿਲਾਂ ਤਾਂ ਲਿਖਿਆ ਵੀ ਕੁੜਮਾਈ ਕਰਨੀ ਕੋਈ ਜ਼ਰੂਰੀ ਨਹੀਂ ਹੈ, ਪਰ ਜੇ ਕਰਨੀ ਹੈ ਤੇ ਸਾਰੇ ਐਵੇਂ ਕਰ ਲਓ। ਉਹਦੇ ਵਿੱਚ ਪ੍ਰੋਬਲਮ ਇਹ ਹੁੰਦੀ ਵੀ ਤੁਸੀਂ ਹੋਰ ਤਰ੍ਹਾਂ ਆਪਣੇ ਬੇਟੇ ਦੀ ਕੁੜਮਾਈ ਕੀਤੀ, ਮੈਂ ਹੋਰ ਤਰ੍ਹਾਂ, ਕਿਸੇ ਹੋਰ ਤਰ੍ਹਾਂ, ਤਾਂ ਉਹ ਸਾਰੀ ਏਕਤਾ ਹੋ ਜਾਏ, ਇੱਕ ਸੁਰਤਾ ਹੋ ਜਾਏ, ਇੱਕ ਡਿਸਿਪਲਿਨ ਬਣ ਜਾਏ। ਰਹਿਤ ਮਰਿਆਦਾ ਡਿਸਿਪਲਿਨ ਵਾਸਤੇ ਹੈ। ਜੇ ਮਰਿਆਦਾ ਦੇ ਵਿੱਚ ਇੱਕ ਆਪਾਂ ਸਿੰਪਲ ਚੀਜ਼ ਆ ਦੀ ਕਿ ਇੱਕ ਕੋਈ ਵੀ ਚੀਜ਼ ਅਗਰ ਆਪਣਾ ਪੱਲਾ ਫੜਾ ਕੇ ਉਸ ਮਿੱਠੇ ਜਿਹੜੇ ਡਲੀ ਰੱਖਦੇ ਹੋ ਤੇ ਉਹ ਨਹੀਂ ਹੈਗਾ, ਇੱਕ ਮਰਿਆਦਾ ਹੀ ਕਰਨੀ ਹੈ। ਤੇ ਇਹ ਜਿਹੜੀ ਹੈਗਾ ਵੀ ਸ੍ਰੀ ਸਾਹਿਬ ਜਾਂ ਹੈਗਾ ਇਹ ਸਪੈਸ਼ਲੀ ਇਹ ਚੀਜ਼ ਮੈਂ ਤੁਸੀਂ ਕੀਤੀ। ਇਹਨਾਂ ਦਾ ਦੇਖੋ, ਜਿੱਥੋਂ ਤੱਕ ਕਿਰਪਾਨ, ਜਿਵੇਂ ਅਸੀਂ ਕਿਰਪਾਨ ਪਾਉਂਦੇ ਹਾਂ ਜਾਂ ਕਛਹਿਰਾ ਜਾਂ ਸਾਡੇ ਕੇਸ ਨੇ, 5 ਕਕਾਰ ਨੇ, ਤਾਂ ਇਹਨਾਂ ਦੇ ਪਿੱਛੇ ਇੱਕ ਨਾ ਬਹੁਤ ਵੱਡੀ ਫਿਲਾਸਫੀ ਹੈ। ਹਾਂ, ਉਹ ਪੰਜਾਂ ਦੇ ਫਿਲਾਸਫੀ ਆ, ਜਾਂ ਤਾਂ ਪੰਜੇ ਪਾਏ ਜਾਣ, ਦੇਖੋ ਚੀਜ਼ਾਂ, ਕਿਉਂਕਿ ਆਪਾਂ ਜਿਹੜੀ ਐਕਸਪ੍ਰੈਸ਼ਨ ਦਿੰਦੇ ਆ ਤੇ ਉਹਨਾਂ ਦਾ ਕੋਈ ਬੈਕਗਰਾਉਂਡ ਵੀ ਹੋਣੀ ਚਾਹੀਦੀ ਹੈ। ਸਿਰਫ ਦੋ ਕਿਉਂ ਨਹੀਂ, ਉਹਦੇ ਵਿੱਚ ਨਾ ਦੇਖੋ ਪ੍ਰਧਾਨ ਜੀ, ਉਹਦੇ ਵਿੱਚ ਇਹ ਗੱਲ ਹੈਗੀ ਵੀ ਰਹਿਤ ਮਰਿਆਦਾ ਵਿੱਚ ਲਿਖਿਆ ਵੀ ਸਿੱਖ ਦਾ ਵਿਆਹ ਸਿੱਖ ਬੱਚੀ ਦੇ ਨਾਲ ਹੀ ਹੋਵੇ, ਪਹਿਲੀ ਗੱਲ। ਦੂਜੇ ਨੰਬਰ ਤੇ ਨਾ ਫਿਰ ਸਿੱਖ ਦੀ ਡੈਫੀਨੇਸ਼ਨ ਲਿਖੀ ਹੈ ਵੀ ਜਿਹੜਾ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਔਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਔਰ ਸਿੱਖਿਆ ਅਨੁਸਾਰ ਜੀਵਨ ਬਤੀਤ ਕਰਦਾ ਹੈ ਔਰ ਦਸ਼ਮੇਸ਼ ਪਾਤਸ਼ਾਹ ਦੇ ਖੰਡੇ ਬਾਟੇ ਤੇ ਅੰਮ੍ਰਿਤ ਤੇ ਨਿਸ਼ਚਾ ਰੱਖਦਾ, ਉਹ ਸਿੱਖ ਹੈ। ਤਾਂ ਉਹਦੇ ਕੋਲ ਕਕਾਰ ਤਾਂ ਪਹਿਲਾਂ ਹੋਣਗੇ ਹੀ, ਸਿਰਫ ਉਹਨੂੰ ਇਹ ਦੋ ਚੀਜ਼ਾਂ ਪੇਸ਼ ਕਰਨੀਆਂ ਨੇ। ਕਛਹਿਰਾ ਵਗੈਰਾ ਤੁਹਾਨੂੰ ਪਾਇਆ ਹੀ, ਕਕਾਰ ਤਾਂ ਉਹਦੇ ਕੋਲ ਪਹਿਲਾਂ ਹੈ ਹੀ ਨੇ। ਸਿਰਫ ਇਹ ਨਾ ਡਿਸਿਪਲਿਨ ਵਾਸਤੇ ਹੈਗਾ ਵੀ ਇੱਕ ਤਰ੍ਹਾਂ ਕਰ ਲਓ, ਹੋਰ ਕੋਈ ਵੱਖਰੀ ਇਹਦੀ ਉਹ ਚੀਜ਼ ਨਹੀਂ ਹੈ। ਬਾਕੀ ਜਿਹੜੀ ਫਿਲਾਸਫੀ ਦੇਖੋ ਕਿਰਪਾਨ ਦੇ ਪਿੱਛੇ ਕਿ ਅਸੀਂ ਗਰੀਬ ਦੇ ਰਾਖੇ ਵਾਸਤੇ, ਮਤਲਬ ਹਿਊਮਨ ਰਾਈਟਸ ਵਾਸਤੇ ਲੜਨਾ ਹੈ। ਕਛਹਿਰਾ ਸਾਡਾ ਹੈਗਾ, ਕਛਹਿਰੇ ਦਾ ਮਤਲਬ ਹੈਗਾ ਕਿ ਅਸੀਂ ਪਰ ਧੀ ਭੈਣ ਨੂੰ ਆਪਣੀ, ਇਹਨਾਂ ਦਾ ਪਤਾ ਇਹਨਾਂ ਚੀਜ਼ਾਂ ਦਾ, ਕੱਲੀ ਕੱਲੀ ਚੀਜ਼ ਆ, ਪੰਜਾਂ ਕਕਾਰਾਂ ਦਾ ਬਿਲਕੁਲ ਵਿਆਖਿਆ ਰੂਪ ਹੈ, ਸਾਰੀ ਚੀਜ਼ ਪਤਾ ਹੈ। ਇਸ ਵਿੱਚ ਇਹ ਬਸ ਨਾ ਫਿਰ ਇਹ ਇੱਕ ਸੁਰਤਾ ਵਾਸਤੇ, ਇੱਕ ਸੁਰਤਾ ਵਾਸਤੇ ਇਹ ਚੀਜ਼ਾਂ ਠੀਕ ਹੈ ਜੀ। ਬਹੁਤ ਸੋਹਣਾ ਤੁਹਾਡਾ ਧੰਨਵਾਦ ਕਿ ਤੁਸੀਂ ਕਾਫੀ ਕੁਛ ਹੈਗਾ ਜਿਹੜੀਆਂ ਗਲਤਫਹਿਮੀਆਂ ਨੂੰ ਐਕਸਪਲੇਨ ਕੀਤਾ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਸਤਿੰਦਰ ਸਿੰਘ ਜੀ, ਮੈਂ ਤੁਹਾਡੇ ਕੋਲ ਆਉਣਾ ਜੇ ਤੁਸੀਂ ਕੁਝ ਅੱਜ ਬਚਨ ਕਰਨੇ। ਉਹਦੇ ਬਾਅਦ ਦੇ ਵਿੱਚ ਮੈਂ ਜੇ ਵਿਰਕ ਸਾਹਿਬ ਨੇ ਕੁਝ ਕਹਿਣਾ ਤਾਂ ਤੁਸੀਂ ਵੀ ਅਨਮਿਊਟ ਹੋ ਜਾਓ, ਤੇ ਹੋਰ ਤਾਂ ਕੋਈ ਹੈ ਨਹੀਂ। ਜੇ ਹਰਨੇਕ ਸਿੰਘ ਜੀ ਤੁਸੀਂ ਕੁਝ ਕਹਿਣਾ ਤਾਂ ਤੁਸੀਂ ਕਹਿ ਲਓ, ਤੇ ਉਹਦੇ ਬਾਅਦ ਸਮਾਪਤੀ ਕਰ ਦੇਣੀ। ਹਾਂਜੀ, ਸਤਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ ਫਤਿਹ ਵੀਰ ਜੀ, ਕੀ ਹਾਲ ਹੈ ਭਾਈ ਸਾਹਿਬ ਜੀ? ਚੜ੍ਹਦੀ ਕਲਾ ਜੀ, ਚੜ੍ਹਦੀ ਹੈ ਤੁਹਾਡੀ ਸਾਰੇ ਵੀਰਾਂ ਭਰਾਵਾਂ ਦੀ। ਥੈਂਕ ਯੂ। ਅੱਜ ਵੀਰ ਜੀ ਤੁਸੀਂ ਭਾਈ ਸਾਹਿਬ ਜੀ ਜੋ ਤੁਸੀਂ ਸ਼ਬਦ ਪੜ੍ਹੇ ਅੱਜ ਤੱਕ, ਵਾਕਈ ਲੱਗਦਾ ਕਿ ਆਪ ਆਪਣਾ ਸਹਿਜ ਪਾਠ ਕਰਨਾ ਚਾਹੀਦਾ ਹੈ, ਤਾਂ ਹੀ ਕੁਝ ਸਮਝ ਆਏਗੀ, ਕੁਝ ਸੇਧ ਆਏਗੀ। ਕਹਿੰਦਾ ਨਾ ਆਪਣਾ ਬਿਨ ਸਤਿਗੁਰੂ ਵਾਟ ਨਾ ਪਾਵੇ। ਹਾਂਜੀ। ਲੇਕਿਨ ਭਾਈ ਸਾਹਿਬ ਜੀ ਕਈ ਵਾਰ ਨਾ ਇਹਦੇ 'ਚ ਇਹ ਲੋਕ ਦੇਖੋ, ਮੈਂ ਸ਼ਾਇਦ ਗਲਤ ਵਰਡ ਯੂਜ਼ ਕਰਾਂਗਾ, ਤੇ ਸਾਡੇ ਕੌਮ ਦੇ ਪੰਡਿਤ ਜਿਹੜੇ ਨੇ ਉਹੀ ਕਈ ਵਾਰ ਸਾਨੂੰ ਕੁਆਏ ਪਾ ਦਿੰਦੇ ਨੇ, ਨਹੀਂ ਤੁਸੀਂ ਸੁੱਚ ਝੂਠ ਆ ਕਰਨਾ ਹੈ, ਤੁਸੀਂ ਇਸ ਤਰ੍ਹਾਂ ਕਰਨਾ ਹੈ, ਤੁਸੀਂ ਉਸ ਤਰ੍ਹਾਂ ਕਰਨਾ ਹੈ। ਉਹ ਇੰਨੀ ਫਾਰਮੈਲਿਟੀਜ਼ ਵਿੱਚ ਪਾ ਦਿੰਦੇ ਨੇ ਕਿ ਇੱਕ ਆਮ ਆਦਮੀ ਜਿਸ ਤਰ੍ਹਾਂ ਹੁਣ ਆਪਣਾ ਨਾਗਪੁਰ ਵਾਲੇ ਵੀਰ ਜੀ ਨੇ ਕਿਹਾ ਜੀ, ਕੋਈ ਕਹਿੰਦੇ ਜੀ ਇੰਨੀ ਜਲਦੀ ਪਾਠ ਕਰ ਦੇਣਾ ਚਾਹੀਦਾ, ਫਿਰ ਤੁਸੀਂ ਦੱਸਿਆ ਵੀ 10 ਸਾਲ ਤੱਕ ਤੁਸੀਂ ਪਾਠ ਕਰ ਸਕਦੇ ਹੋ, ਤੇ ਉਹੀ ਗਲਤ ਫਹਿਮੀਆਂ ਪਾ ਦਿੰਦੇ ਨੇ ਤੇ ਸਾਰਾ ਗੜਬੜ ਹੋ ਜਾਂਦੀ ਹੈ। ਨਹੀਂ ਭਾਈ ਸਾਹਿਬ? ਉਹ ਵੀਰ ਜੀ ਉਹ ਹੈ ਨਾ ਵੀ ਮੁੱਖ ਝੂਠ ਵਿਭੂਖਣ ਸਾਰਨ, ਵੀ ਬੋਲ ਝੂਠ ਰਹੇ ਨੇ ਲੇਕਿਨ ਉਹਨੂੰ ਸ਼ਿੰਗਾਰ ਕੇ ਬੋਲ ਰਹੇ ਨੇ।
ਇਸ ਲਈ ਨਾ ਉਹਦੇ ਵਾਸਤੇ ਇੱਕ ਸਿੰਪਲ ਜੀ ਗੱਲ ਹੈ। ਦੇਖੋ ਤੁਸੀਂ ਸੋਨਾ ਖਰੀਦਿਆ, ਮੰਨ ਲਓ ਮੈਂ ਤੁਹਾਨੂੰ ਸੋਨਾ ਵੇਚਿਆ ਔਰ ਤੁਸੀਂ ਇੱਕ ਕੜਾ ਜਿਹੜਾ ਹੈ ਉਹ ਮੇਰੇ ਤੋਂ ਤੁਸੀਂ ਖਰੀਦ ਲਿਆ 20,000 ਦਾ, ਸੋਨੇ ਦਾ ਕੜਾ ਸੀ। ਤੁਸੀਂ ਸੁਨਿਆਰੇ ਵੀਰ ਕੋਲ ਗਏ ਵੇਚਣ ਵਾਸਤੇ ਤੇ ਉਹਨੇ ਕੜਾ ਤੁਹਾਨੂੰ ਵਾਪਸ ਕਰਤਾ ਵੀ ਇਹਦੇ ਤੇ 5 ਰੁਪਏ ਲੈਣੇ ਨੇ ਤੇ ਲੈ ਲੈ। ਤੇ ਤੁਸੀਂ ਕਿਹਾ ਯਾਰ 5 ਰੁਪਏ, ਮੈਂ ਤਾਂ 20,000 ਦਾ ਖਰੀਦਿਆ ਪੀਲੇ ਰੰਗ ਦਾ। ਉਹ ਕਹਿਣ ਲੱਗੇ ਤੂੰ 20 ਦਾ, ਇਹਦੇ ਵਿੱਚ ਮੇਰੀ ਗਲਤੀ ਨਹੀਂ, ਇਹ ਤੇ ਪਿੱਤਲ ਦਾ ਹੈ, ਬਿਲਕੁਲ ਉੱਤੇ ਪਾਲਿਸ਼ ਸੋਨੇ ਦੀ ਹੋਈ ਹੈ, ਤੈਨੂੰ ਭੁਲੇਖਾ ਲੱਗਾ, ਮੈਂ 20,000 ਦਾ ਨਹੀਂ ਲੈ ਸਕਦਾ। ਤੁਸੀਂ ਕਹੋਗੇ ਵੀ ਕਿਵੇਂ? ਆ ਦੇਖ ਮੇਰਾ ਸੋਨਾ ਵੀ, ਤੇਰਾ ਵੀ ਪੀਲਾ, ਮੇਰਾ ਵੀ। ਉਹ ਫਿਰ ਨਾ ਪੱਥਰੀ ਕੱਢਦਾ, ਉਹਦੇ ਉੱਤੇ ਰਗੜਦਾ, ਕਹਿੰਦਾ ਦੇਖ ਤੇਰੇ ਪੀਲੇ ਕਹਿਣ ਨਾਲ ਕੁਛ ਨਹੀਂ ਹੁੰਦਾ, ਪੱਥਰੀ ਦੱਸ ਰਹੀ ਹੈ ਕਿ ਨਕਲੀ ਹੈ, ਵੱਟੀ। ਉਹ ਕਸਵੱਟੀ ਤੇ ਪਰਖ ਕੇ ਫਿਰ ਲੈਂਦਾ ਹੈ। ਇਸ ਲਈ ਗੱਲ ਮੈਂ ਕਹਿ ਰਿਹਾ ਵਾਂ ਜਾਂ ਕੋਈ ਵੱਡਾ ਅਮੀਰ ਜਾਂ ਵੱਡਾ ਕਥਾਵਾਚਕ ਜਾਂ ਛੋਟਾ ਜਾਂ ਸੰਤ ਕਹਿ ਰਿਹਾ, ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਸਾਡੇ ਕੋਲ ਕਸਵੱਟੀ ਹੈ ਗੁਰਬਾਣੀ ਦੀ, ਉਸ ਚੀਜ਼ ਨੂੰ ਗੁਰਬਾਣੀ ਤੇ ਪਰਖੋ। ਜੇ ਗੁਰਬਾਣੀ ਤੇ ਪੂਰੀ ਉਤਰਦੀ ਹੈ, ਸੱਚ ਹੈ, ਨਹੀਂ ਤਾਂ 5 ਰੁਪਏ ਦਾ ਕੜਾ ਹੈਗਾ ਵਾਪਸ ਕਰ ਦਿਓ, ਭਾਵੇਂ ਜਿਹਦਾ ਮਰਜ਼ੀ। ਗੁਰਬਾਣੀ ਤੇ ਪਰਖੋ। ਗੁਰਬਾਣੀ ਸਾਡੇ ਵਾਸਤੇ ਸਭ ਤੋਂ ਮਤਲਬ ਸੱਚੀ ਸੁੱਚੀ, ਔਰ ਗੁਰਬਾਣੀ ਮਤਲਬ ਮਹਾਨ ਹੈ। ਗੁਰਬਾਣੀ ਸਾਡੇ ਵਾਸਤੇ ਪਰਖ ਦੀ ਕਸਵੱਟੀ ਹੈ। ਹਰ ਚੀਜ਼ ਨੂੰ ਅਸੀਂ ਗੁਰਬਾਣੀ ਦੀ ਕਸਵੱਟੀ ਤੇ ਪਰਖਣਾ, ਫਿਰ ਭੁਲੇਖਾ ਨਹੀਂ ਲੱਗੇਗਾ। ਧੰਨਵਾਦ। ਉਹੀ ਜੀ ਭਾਈ ਸਾਹਿਬ ਜੀ, ਉਹੀ ਹੋ ਗਿਆ ਨਾ ਕਿ ਅਗਰ ਮੈਂ ਗੁਰਬਾਣੀ ਨੂੰ ਸਮਝਣਾ ਤੇ ਮੈਨੂੰ ਫਿਰ ਆਪ ਗੁਰਬਾਣੀ ਨੂੰ ਪੜ੍ਹਨਾ ਪਏਗਾ ਨਾ, ਫਿਰ ਫਾਰਮੈਲਿਟੀ ਵਿੱਚ ਨਾ ਪਾਵਾਂ, ਫਾਰਮੈਲਿਟੀ ਵਿੱਚ ਨਾ ਪਾਵਾਂ ਕੋਈ, ਹੈ ਨਾ। ਨਾ ਠੀਕ ਹੈ ਭਾਈ ਸਾਹਿਬ ਜੀ, ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਧੰਨਵਾਦ ਜੀ ਤੁਹਾਡਾ ਵੀ। ਸਾਡਾ ਦੁਕਾਨ ਤੇ ਇਹੀ ਹੈ ਜੀ, ਅਸੀਂ ਗੁਰਬਾਣੀ ਪੜ੍ਹਦੇ ਨਹੀਂ, ਜੇ ਪੜ੍ਹ ਲੈਂਦੇ ਤਾਂ ਸਮਝਦੇ ਨਹੀਂ, ਤੇ ਜੇ ਸਮਝ ਆ ਗਈ ਫਿਰ ਠੀਕ ਹੈ, ਜੇ ਨਹੀਂ ਸਮਝੇ ਫਿਰ ਆਪਾਂ ਪੁੱਛਣ ਤੁਰਦੇ ਹਾਂ। ਫਿਰ ਡਿਪੈਂਡ ਕਰਦਾ ਸਾਨੂੰ ਸਮਝਾਉਣ ਵਾਲਾ ਕਿੰਨਾ ਕੁ ਆਪ ਜਾਣਦਾ ਸਾਰਾ ਕੁਝ, ਤੇ ਸਾਨੂੰ ਗਲਤ ਪਾਸੇ ਵੀ ਲਾ ਸਕਦਾ ਜੇ ਅਸੀਂ ਆਪਣਾ ਉਹ ਕਸੌਟੀ ਤੇ ਨਹੀਂ ਲਾਉਂਦੇ। ਜਦੋਂ ਗਲਤ ਲੱਗ ਗਿਆ ਤਾਂ ਫਿਰ ਪਿੱਛਾ ਮੁੜਨਾ ਮੁਸ਼ਕਲ ਹੋ ਜਾਂਦਾ। ਅਸੀਂ ਕਈ ਗੱਲਾਂ ਐਸੀਆਂ ਗਲਤ ਹੀ ਚੱਲੀ ਜਾਂਦੇ ਆ, ਤੇ ਉਹਦੇ ਵਾਸਤੇ ਸਾਨੂੰ ਸਹੀ ਇਨਫੋਰਮੇਸ਼ਨ ਦੀ ਲੋੜ ਹੈ, ਸਹੀ ਗੁਰਬਾਣੀ ਦੇ ਸਹੀ ਅਰਥ ਜਿਹੜੇ ਆ ਉਹਨਾਂ ਦੀ ਲੋੜ ਹੈਗੀ ਆ। ਤੇ ਚਲੋ ਠੀਕ ਹੈ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿੰਦਰ ਸਿੰਘ ਜੀ। ਤੇ ਸੰਤੋਖ ਸਿੰਘ ਜੀ, ਤੁਸੀਂ ਅਨਮਿਊਟ ਹੋਏ ਸੀਗੇ, ਤੁਸੀਂ ਕੁਝ ਕਹਿਣਾ ਸੀਗਾ? ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਗਿਆਨੀ ਜੀ, ਆਪ ਜੀ ਨੇ ਅਸਲੀ ਨਿਮਰਤਾ ਦੀ ਗੱਲ ਕੀਤੀ ਸੀ ਜੀ, ਤੇ ਨਿਮਰਤਾ ਦੀ ਗੱਲ ਕਰਦੇ ਸੀ ਤੁਸੀਂ ਜੀ। ਤੇ ਆਵਾਜ਼ ਆ ਰਹੀ ਮੇਰੀ ਜੀ? ਹਾਂਜੀ ਆ ਰਹੀ ਹੈ, ਤੁਸੀਂ ਗੱਲ ਕਰੋ ਜੀ ਆਪਣੀ। ਤੇ ਦਾਸ 3 ਹਫ਼ਤੇ ਹੋਏ ਇੰਡੀਆ ਤੋਂ ਆਇਆ ਸੀਗਾ। ਹਾਂਜੀ। ਉੱਥੇ ਕੋਈ ਭਈਆ ਸਬਜ਼ੀ ਵੇਚਦਾ ਸੀਗਾ। ਹਾਂਜੀ। ਉਹ ਵਿਚਾਰਾ ਜਦੋਂ ਵੀ ਕੋਈ ਗਰੀਬ ਹੁੰਦਾ ਸੀਗਾ ਤਾਂ ਉਹਨੂੰ ਸਬਜ਼ੀ ਫ੍ਰੀ ਦੇ ਰਿਹਾ ਸੀਗਾ। ਓ ਵਾਹ। ਹਾਂਜੀ, ਭਈਆ ਜਿਹੜਾ ਕਿ ਪਹਿਲਾਂ ਆਪ ਬਹੁਤ ਗਰੀਬ ਸੀਗਾ, ਤੇ ਜਦ ਮੈਂ ਉਹਦੇ ਮੇਰੇ ਘਰ ਦੇ ਮੂਹਰੇ ਆਉਣ ਕੇ ਸਬਜ਼ੀ ਵੇਚਣੀ ਤਾਂ ਮੈਂ ਉਹਨੂੰ ਸਬਜ਼ੀ ਲੈਣ ਜਾਣਾ, ਤਾਂ ਮੈਂ ਉਹਨੂੰ ਪੁੱਛਣ ਲੱਗ ਪਿਆ, ਭਾਈ ਸਾਹਿਬ ਜੀ ਤੁਸੀਂ ਪਾਣੀ ਪੀਓਗੇ? ਤੁਹਾਡਾ ਬਹੁਤ ਧੰਨਵਾਦ, ਤੁਸੀਂ ਸਾਡੇ ਲਈ ਸਬਜ਼ੀਆਂ ਲੈ ਕੇ ਆਏ ਆ, ਫਰੂਟ ਲੈ ਕੇ ਆਏ ਆ। ਤਾਂ ਉਹਨੇ ਕਹਿਣਾ ਨਹੀਂ ਜੀ ਸਰਦਾਰ ਜੀ, ਤੁਸੀਂ ਜੋ ਲੈ ਲਓ। ਮਗਰ ਉਹ ਗਰੀਬਾਂ ਨੂੰ ਫ੍ਰੀ ਦੇ ਰਿਹਾ ਸੀਗਾ। ਤੇ ਮੈਂ ਦਿਲੋਂ ਇੰਨਾ ਹੈਰਾਨ ਹੋਣਾ। ਮਗਰ ਮੈਨੂੰ ਉਹਦੇ ਕਿੰਨਾ ਕੁਝ ਸਿੱਖਿਆ ਉਹਦੇ ਕੋਲੋਂ। ਮੈਂ ਆਪਣਾ ਪਾਣੀ ਠੰਡਾ ਪਾਣੀ ਜਲ ਕਰੀ ਜਾਂ ਚਾਹ ਪਾਣੀ ਪਿਲਾਉਣ ਲੱਗ ਪਿਆ ਸਬਜ਼ੀ ਵਾਲਿਆਂ ਨੂੰ। ਵੈਰੀ ਗੁੱਡ। ਮੈਂ ਕਿਹਾ ਜੀ ਬੜਾ ਭਲਾ ਕੰਮ ਕਰਦੇ ਤੁਸੀਂ। ਇਸ ਕਰਕੇ ਜਿਹੜੀ ਨਿਮਰਤਾ ਦੀ ਤੁਸੀਂ ਗੱਲ ਦੱਸੀ, ਉਸ ਭਈਏ ਤੋਂ ਮੈਂ ਸਿੱਖਿਆ ਵੀ ਨਿਮਰਤਾ ਕੀ ਹੁੰਦੀ। ਵਾਹ ਜੀ ਵਾਹ, ਵੈਰੀ ਗੁੱਡ, ਬਹੁਤ ਧੰਨਵਾਦ। ਚੰਗਾ ਗੁਣ ਕਿਤੋਂ ਵੀ ਸਿੱਖਿਆ ਜਾ ਸਕਦਾ। ਬਹੁਤ ਚੰਗਾ ਲੱਗਾ ਜੀ ਤੁਹਾਡੇ ਤੋਂ ਸੁਣ ਕੇ, ਧੰਨਵਾਦ। ਹਾਂਜੀ ਬਹੁਤ ਵਧੀਆ ਜੀ। ਚੰਗਿਆਈਆਂ ਤਾਂ ਇਦਾਂ ਹੀ ਆ ਜੀ, ਕਈ ਵਾਰੀ ਕਾਪੀ ਕਰਨੀਆਂ ਪੈਂਦੀਆਂ, ਕਈ ਵਾਰੀ ਆਪਣੇ ਸਮਝ ਆਉਂਦੀ, ਕਈ ਵਾਰੀ ਤੁਹਾਡੇ ਕੋਲ ਕਾਪੀ ਕਰ ਲੈਂਦਾ ਕੋਈ। ਤੇ ਹਾਂ ਇਹ ਚੀਜ਼। ਹਾਂਜੀ ਸਾਡੇ ਵਿਰਕ ਸਾਹਿਬ, ਤੁਸੀਂ ਕੁਝ ਕਰ ਲਓ ਅਨਮਿਊਟ। ਅੱਛਾ ਠੀਕ ਹੈ ਜੀ। ਹਾਂਜੀ ਸਾਡੇ ਅਖੀਰ ਦੇ ਵਿੱਚ ਹਰਨੇਕ ਸਿੰਘ ਜੀ ਅਨਮਿਊਟ ਹੋਏ ਹੋ ਆ, ਤੇ ਤੁਸੀਂ ਕਹੋ ਜੀ, ਦੱਸੋ ਜੀ। ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਜੀ ਫਤਿਹ ਜੀ। ਵੀਰ ਜੀ ਕੀ ਹਾਲ ਹੈ? ਹਾਂਜੀ, ਤੁਸੀਂ ਰੋਜ਼ ਦੀ ਤਰ੍ਹਾਂ ਬਹੁਤ ਵਧੀਆ ਤਰੀਕੇ ਨਾਲ ਵਿਆਖਿਆ ਕਰਦੇ ਤਾਂ ਉਦਾਹਰਨਾਂ ਦੇ ਕੇ ਸਾਡੀ ਰੂਹ ਖੁਸ਼ ਕਰਦੇ ਆ, ਔਰ ਸਾਨੂੰ ਕਾਫੀ ਕੁਝ ਸਮਝਾਉਂਦੇ ਆ, ਜਿਹੜਾ ਕਿ ਮੈਂ ਹੌਲੀ ਹੌਲੀ ਲਰਨ ਕਰ ਰਿਹਾ ਤੁਹਾਡੇ ਤੋਂ। ਬਹੁਤ ਵਧੀਆ ਤਰੀਕੇ ਨਾਲ ਤੁਸੀਂ ਸਮਝਾ ਰਹੇ ਹੈਗੇ ਆ। ਨਿਮਰਤਾ ਬਾਰੇ ਤਾਂ ਗੱਲ ਕਰੀ ਦਿੱਤੀ। ਨਿਮਰਤਾ ਦਾ ਮਤਲਬ ਇਹ ਆ ਜੀ, ਤੁਸੀਂ ਨਿਮਰਤਾ ਨਾਲ ਕਿਸੇ ਨੂੰ ਪੈਰੀਂ ਹੱਥ ਲਾਉਣੇ, ਗੋਡੇ ਲਾਉਣੇ, ਤੁਹਾਡੇ ਦਿਲੋਂ ਰਿਸਪੈਕਟ ਹੋਣੀ ਚਾਹੀਦੀ। ਦਿਲ ਤੁਹਾਡਾ ਖੁਦ ਦਾ ਸਾਫ਼ ਹੋਣਾ ਚਾਹੀਦਾ। ਇਹ ਨਹੀਂ ਕਿ ਤੁਹਾਡੇ ਦਿਲ ਦੇ ਵਿੱਚ ਲਾਲਚ ਹੋਵੇ, ਮੈਂ ਇਹਦੇ ਗੋਡੀ ਹੱਥ ਲਾਇਆ ਤੇ ਇਹ ਤੋਂ ਮੈਂ ਲਾਲਚ ਕਿਸ ਤਰ੍ਹਾਂ ਪੂਰਾ ਕਰਾਂ। ਜਿਸ ਤਰ੍ਹਾਂ ਦਾ ਤੁਸੀਂ
ਹਿਰਨ ਨੂੰ ਮਾਰਨ ਵਾਲਾ ਬੰਦਾ ਸੀ, ਉਹ ਮਾਰਨ ਲਈ ਗੋਡੀ ਜਾਂਦਾ ਸੀਗਾ, ਉਹਦੇ ਦਿਲ 'ਚ ਸਿਰਫ ਲਾਲਚ ਸੀ, ਨਿਮਰਤਾ ਨਹੀਂ ਸੀ, ਉਹਦੇ ਦਿਲ 'ਚ ਲਾਲਚ ਸੀ ਮੈਂ ਇਹਨੂੰ ਕਿਸੇ ਤਰ੍ਹਾਂ ਮਾਰਾਂ ਕਿੱਦਾਂ। ਬਿਲਕੁਲ। ਤੋ ਨਿਮਰਤਾ ਉਹੀ ਚੰਗੀ ਆ ਜਿਹੜੀ ਤੁਹਾਡੇ ਦਿਲੋਂ ਅੰਦਰੋਂ ਤੁਸੀਂ ਸੱਚਾਈ ਨਾਲ ਕਿਸੇ ਦੀ ਰਿਸਪੈਕਟ ਕਰਦੇ ਆ। ਜੇ ਗੁਰਦੁਆਰੇ ਦਾ ਤੁਸੀਂ ਦੱਸਿਆ ਮੱਥਾ ਟੇਕਦੇ ਆ, ਜੇ ਤੁਹਾਡੇ ਅੰਦਰੋਂ ਰਿਸਪੈਕਟ ਹੀ ਹੈ ਨਹੀਂ, ਤੁਹਾਡਾ ਵਿਸ਼ਵਾਸ ਨਹੀਂ ਰੱਬ ਤੇ, ਤਾਂ ਮੱਥਾ ਟੇਕਣ ਦਾ ਤਾਂ ਕੋਈ ਮਤਲਬ ਨਹੀਂ ਹੈ। ਹਾਂਜੀ, ਧੰਨਵਾਦ। ਤੇ ਦੂਜਾ ਤੁਸੀਂ ਦੱਸਿਆ ਸੀਗਾ ਆਪਣੇ ਜਿਹੜੀ ਗੁਰਬਾਣੀ ਬਾਰੇ ਜ਼ਿਆਦਾਤਰ ਮੈਂ ਵੀ ਦੇਖਿਆ, ਤੁਸੀਂ ਤਾਂ ਚਲੋ ਬਹੁਤ ਸਾਡੇ ਨਾਲ ਜਾਣੀ ਜਾਣਿਆ, ਗੁਰਬਾਣੀ ਦਾ ਸਹਾਰਾ ਲੈ ਕੇ ਬਹੁਤ ਸਾਰੇ ਜਿਹੜੇ ਜਿੱਦਾਂ ਬਡਵਾਗ ਸਿੰਘ ਦਾ ਡੇਰਾ ਹੈਗਾ, ਉਹ ਦੇਖੋ ਉਹ ਵੀ ਗੁਰਬਾਣੀ ਪਹਿਲਾਂ ਪੜ੍ਹਦੇ ਆ। ਦੇਖਿਆ ਮੈਂ ਉਹਨਾਂ ਨੂੰ ਦੇਖਿਆ, ਕਿਉਂਕਿ ਮੈਂ ਇੱਕ ਵਾਰੀ ਬਾਹਰ ਪਿਆ ਸੀ ਉਹਨਾਂ ਨਾਲ, ਬਹੁਤ ਚਿਰਾਂ ਦੀ ਗੱਲ ਆਈ, 35-40 ਸਾਲ ਦੀ, ਤੇ ਮੈਂ ਉਹਨਾਂ ਖੁਦ ਦੇਖਿਆ ਉਹ ਕਿਸ ਹਿਸਾਬ ਨਾਲ ਕਰਦੇ ਆ। ਉਹ ਤੁਹਾਨੂੰ ਅੱਗੇ ਵੀ ਆਪਣੀ ਗੱਲ ਹੋਈ ਸੀ। ਫਿਰ ਬਹੁਤ ਸਾਰੇ ਡੇਰੇ ਵਾਲੇ ਆ, ਉਹ ਵੀ ਗੁਰਬਾਣੀ ਦਾ ਹੀ ਸਹਾਰਾ ਲੈ ਕੇ ਲੋਕਾਂ ਨੂੰ ਪਾਗਲ ਬਣਾਉਂਦੇ। ਇਹਦਾ ਕੀ ਮਤਲਬ ਹੈ ਕਿ ਜਿਹੜੇ ਇੰਨੇ ਸਮਝਦਾਰ ਬੰਦੇ ਆ ਔਰ ਉਹਨਾਂ ਦੇ ਮਗਰ 30-40 ਹਜ਼ਾਰ ਬੰਦਾ ਲੱਗਾ, ਉਹ ਕੀ ਸਮਝ ਨਹੀਂ ਸਕਦਾ ਹੋਊਗਾ, ਜਾਂ ਕਿ ਉਹ ਸਮਝਾਉਂਦੇ ਹੀ ਇਸ ਤਰ੍ਹਾਂ ਹੈ? ਵੀਰ ਜੀ ਉਹਦਾ ਸਿਰਫ ਇੰਨਾ ਕਿ ਸਾਡੇ ਅੰਦਰ ਨਾ ਚੀਜ਼ਾਂ ਬਿਠਾ ਦਿੱਤੀਆਂ ਗਈਆਂ ਔਰ ਅਸੀਂ ਖੁਦ ਗੁਰਬਾਣੀ ਦਾ ਮੀਨਿੰਗ ਨਹੀਂ ਪੜਿਆ, ਅਸੀਂ ਅਰਥ ਨਹੀਂ ਸਮਝੇ। ਜੇ ਅਸੀਂ ਆਪ ਪੜ੍ਹਦੇ ਨਾ, ਜਿਵੇਂ ਮੰਨ ਲਓ 2 ਮਿੰਟ ਵਾਸਤੇ ਮੈਂ 2 ਮਿੰਟ ਤੁਹਾਡੇ ਲੈਣਾ, ਕਿ ਅਸੀਂ 5 ਮਿੰਟ ਡੇਲੀ ਕੱਢੀਏ ਆਪਣੇ, ਸਿਰਫ 5 ਮਿੰਟ, ਤੇ ਤੁਸੀਂ 5 ਮਿੰਟ ਵਿੱਚ ਆਪਣੇ ਬੱਚਿਆਂ ਨੂੰ ਕੋਲ ਬਿਠਾ ਕੇ, ਘਰ ਵਾਲੀ ਨੂੰ, ਜਿੰਨੇ ਵੀ ਪਰਿਵਾਰ ਦੇ ਮੈਂਬਰ, ਤਾਂ ਇੱਕ ਸ਼ਬਦ ਦਾ ਮੀਨਿੰਗ ਡੇਲੀ ਪੜ੍ਹ ਲਓ। ਅੱਜ ਮੂਲ ਮੰਤਰ ਦਾ, ਕੱਲ ਨੂੰ ਪਹਿਲੀ ਪੌੜੀ ਦਾ, ਤੇ 40-45 ਦਿਨਾਂ ਜਪਜੀ ਸਾਹਿਬ ਪੜ੍ਹਿਆ ਜਾਣਾ, ਫਿਰ ਰਹਿਰਾਸ, ਫਿਰ ਅੱਗੇ ਸੋਹਿਲਾ, ਫਿਰ ਅੱਗੇ ਸ੍ਰੀ ਰਾਗ। ਇੱਕ ਸ਼ਬਦ ਡੇਲੀ ਪੜ੍ਹੋ ਤੇ 10 ਸਾਲ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਭੋਗ ਪੈ ਜਾਏਗਾ ਅਰਥਾਂ ਸਮੇਤ। ਤੇ ਠੀਕ 6 ਮਹੀਨੇ ਦੇ ਅੰਦਰ ਤੁਹਾਨੂੰ ਗੁਰਬਾਣੀ ਦੀ ਫਿਲਾਸਫੀ ਦਾ ਪਤਾ ਲੱਗ ਜਾਏਗਾ, ਤੇ ਸਿਰਫ 6 ਮਹੀਨਿਆਂ ਵਿੱਚ ਤੁਹਾਡੇ ਪਰਿਵਾਰ ਦੀ ਬਾਹਰਲੀ ਸਾਂਝ ਬਣ ਜਾਏਗੀ, ਅੰਦਰੂਨੀ ਸਾਂਝ ਬਣ ਜਾਏਗੀ। ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਕਹਿਣਾ ਨਹੀਂ ਪਵੇਗਾ ਕਿ ਤੂੰ ਯਾਰ ਸ਼ਰਾਬ ਨਾ ਪੀਆ ਕਰ, ਆਪ ਹੀ ਛੁੱਟ ਜਾਏਗੀ। ਉਸ ਪਰਿਵਾਰ ਵਿੱਚ ਕਦੇ ਤਲਾਕ ਨਹੀਂ ਹੋਏਗੀ, ਕਦੇ ਲੜਾਈ ਝਗੜਾ ਨਹੀਂ ਹੋਏਗਾ, ਕਿਉਂਕਿ ਬਾਣੀ ਦਾ ਪਤਾ ਲੱਗ ਜਾਏਗਾ। ਹੁਣ ਸਾਨੂੰ ਪਤਾ ਨਹੀਂ, ਅਸੀਂ ਆਪ ਪੜ੍ਹਦੇ ਨਹੀਂ, ਤੇ ਬਾਬਿਆਂ ਤੇ ਵਿਸ਼ਵਾਸ ਕਰ ਲਿਆ, ਉਹਨਾਂ ਨੇ ਫਿਰ ਸਾਨੂੰ ਲੁੱਟਣਾ ਸ਼ੁਰੂ ਕਰਤਾ। ਉਹੀ ਗੱਲ, ਝੂਠ ਵਿਭੂਖਣ ਸਾਰੰਗ। ਹਾਂਜੀ, ਬਹੁਤ ਸਾਰੇ ਬਾਬੇ ਜਿਹੜੇ ਆ, ਮੈਂ ਸੁਣਿਆ ਵੀ ਆ, ਉਦਾਂ 1-2 ਖਾਸ ਕੇ ਉਹ ਰੈਂਕਾਂ ਜਿਹੜੀ ਚੰਗੀ ਪੁਲਿਸ 'ਚ ਰੈਂਕ ਹੈਗੇ ਬੰਦੇ ਜਾਣਦੇ ਵੀ ਆ ਇੰਡੀਆ ਦੇ ਵਿੱਚ ਵੀ, ਪਰ ਉਹ ਬਹੁਤ ਸਾਰੇ ਜਿਹੜੇ ਪੜ੍ਹੇ ਲਿਖੇ ਬੰਦੇ ਆ, ਵੈਲ ਐਜੂਕੇਟਡ, ਏਦਾਂ ਨਹੀਂ ਕਿ ਅਨਪੜ੍ਹ, ਜਿਹੜੇ ਖਾਸ ਵੈਲ ਐਜੂਕੇਟਡ ਆ, ਉਹ ਵੀ ਉਹਨਾਂ ਨੂੰ ਫੋਲੋ ਕਰਦੇ। ਉਹਦਾ ਭਾਈ ਸਾਹਿਬ ਰੀਜ਼ਨ ਇਹ ਹੈਗਾ ਵੀ ਇੱਕ ਝੂਠ ਨੂੰ ਨਾ 100 ਵਾਰੀ ਬੋਲੋ, ਉਹ ਸੱਚ ਲੱਗਣ ਲੱਗ ਜਾਂਦਾ। ਇਹਨਾਂ ਚੀਜ਼ਾਂ ਨੂੰ ਪ੍ਰਚਾਰ ਹੀ ਇਹਨਾਂ ਦਿੱਤਾ ਗਿਆ ਕਿ ਅਸੀਂ ਉਸ ਚੀਜ਼ ਤੋਂ ਡਰ ਗਏ ਔਰ ਉਹ ਸਾਡੇ ਦਿਮਾਗ ਦੇ ਵਿੱਚ ਬਹਿ ਗਈਆਂ, ਤੇ ਉਹਨਾਂ ਨੂੰ ਅਸੀਂ ਕੱਢ ਨਹੀਂ ਪਾਏ। ਉਹਦਾ ਰੀਜ਼ਨ ਸਿਰਫ ਇਹ ਹੈਗਾ ਵੀ ਜਿਹੜੇ ਹਾਈਲੀ ਐਜੂਕੇਟਡ ਬੰਦੇ ਵੀ ਨੇ ਨਾ, ਉਹਨਾਂ ਨੇ ਵੀ ਗੁਰਬਾਣੀ ਦੇ ਮੀਨਿੰਗ ਆਪ ਕਰੀਬ ਨਹੀਂ ਪੜ੍ਹੇ ਹੁੰਦੇ। ਬਾਕੀ ਵਿਦਿਆ ਉਹਨਾਂ ਕੋਲ ਬਹੁਤ ਹੈ, ਪਰ ਧਰਮ ਵਾਲੇ ਪਾਸੇ ਸਟੱਡੀ ਨਹੀਂ ਕੀਤੀ ਹੁੰਦੀ ਬਹੁਤੇ ਵੀਰਾਂ ਨੇ, ਇਸ ਕਰਕੇ ਉਹ ਫਸ ਜਾਂਦੇ ਨੇ। ਜਦੋਂ ਤੁਸੀਂ ਆਪ ਪੜ੍ਹੋਗੇ ਫਿਰ ਨਹੀਂ ਫਸੋਗੇ। ਹਾਂਜੀ, ਓਕੇ ਜੀ, ਥੈਂਕ ਯੂ ਵੈਰੀ ਮਚ ਗਿਆਨੀ, ਬਹੁਤ ਵਧੀਆ, ਧੰਨਵਾਦ ਜੀ, ਧੰਨਵਾਦ। ਥੈਂਕ ਯੂ ਜੀ। ਮੁਸ਼ਕਿਲ ਇੱਥੇ ਪੈਂਦੀ ਹੈ ਜੀ, ਜਦੋਂ ਨਹੀਂ ਨੌਲੇਜ ਹੁੰਦੀ ਨਾ ਕਿਸੇ ਚੀਜ਼ ਦੀ, ਉੱਥੇ ਹੀ ਫਸਦਾ ਬੰਦਾ। ਤੇ ਜਿਨ੍ਹਾਂ ਨੇ ਜਾਲ ਵਿਛਾਇਆ ਹੁੰਦਾ, ਉਹ ਤਾਂ ਆਪਣਾ ਪੂਰੀ ਤਰ੍ਹਾਂ ਤਿਆਰੀ ਕਰਕੇ ਆਏ ਹੁੰਦੇ ਆ, ਤਾਂ ਬੰਦਾ ਇੱਕ ਪਾਸੇ ਹੀ ਧਿਆਨ ਰੱਖ ਸਕਦਾ। ਜੇ ਤੁਸੀਂ ਕਿਤੇ ਕੋਈ ਬਿਜ਼ਨਸ ਦੇ ਵਿੱਚ ਕਰਦੇ ਆ ਜਾਂ ਕੋਈ ਡਾਕਟਰੀ ਕਰਦੇ ਆ, ਉੱਥੇ ਹੀ ਤੁਹਾਡੀ ਸਾਰੀ ਉਮਰ ਲੱਗ ਜਾਂਦੀ ਹੈ ਸਟੱਡੀ ਕਰਨ ਵਾਸਤੇ, ਜਾਣਨ ਵਾਸਤੇ। ਤੇ ਦੂਏ ਪਾਸੇ ਵਾਲਾ ਤੁਹਾਨੂੰ ਪਤਾ ਨਹੀਂ ਹੁੰਦਾ। ਪਰ ਹੁਣ ਜਿਹੜਾ ਧਾਰਮਿਕ ਆ, ਉਹ ਏਦਾਂ ਹੀ ਆ ਵੀ ਆਪਣੇ ਜਨਮ ਤੋਂ ਲੈ ਕੇ ਹੁਣ ਤੱਕ ਜੋ ਸਾਨੂੰ ਸਾਡੇ ਮਾਂ-ਪਿਓ ਦੇ ਥਰੂ, ਸਾਨੂੰ ਸਮਾਜ ਦੇ ਥਰੂ, ਸੁਸਾਇਟੀ ਦੇ ਥਰੂ, ਗੁਰਦੁਆਰਿਆਂ ਦੇ ਥਰੂ, ਗਿਆਨੀਆਂ ਦੇ ਥਰੂ ਜੋ ਕੁਛ ਦੱਸਿਆ ਗਿਆ, ਉਹ ਸਾਡੇ ਤੇ ਪ੍ਰਭਾਵ ਪਿਆ ਆ। ਉਹ ਚੰਗਾ ਜਾਂ ਮਾੜਾ ਇਹਦਾ ਡਿਸਾਈਡ ਅਸੀਂ ਕਰ ਹੀ ਨਹੀਂ ਸਕਦੇ। ਉਹ ਕਹਿੰਦੇ ਠੀਕ ਹੀ ਆ, ਜੋ ਕੁਛ ਕਹਿੰਦੇ ਉਹ ਬਿਲਕੁਲ ਠੀਕ ਹੈ, ਉਹ ਗਲਤ ਨਹੀਂ ਹੋ ਸਕਦੇ। ਹਾਂਜੀ, ਇਸੇ ਕਰਕੇ ਅਸੀਂ ਕਿੰਤੂ ਪਰੰਤੂ ਕਰ ਹੀ ਨਹੀਂ ਸਕਦੇ। ਹਾਂਜੀ, ਇਸ ਕਰਕੇ ਨਾ ਜਿਹੜੀ ਸਾਨੂੰ ਸੀ ਨਾ, ਜਿਵੇਂ ਹੁਣ ਇੱਕ ਡਾਕਟਰ ਹੈਗਾ, ਤਾਂ ਉਹ ਡਾਕਟਰ ਦੇਖੋ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਨੇ ਔਰ ਸਾਡੇ ਨਾਲੋਂ ਵੀ ਜ਼ਿਆਦਾ ਆਪਣੇ ਮਰੀਜ਼ ਨੂੰ ਪਿਆਰ ਕਰਦੇ ਨੇ ਕਿ ਉਹ ਠੀਕ ਹੋਏ। ਇਸੇ ਤਰ੍ਹਾਂ ਨਾ ਸਾਡੀ ਜਿਹੜੀ ਪ੍ਰਚਾਰਕ ਵੀਰ ਨੇ, ਇਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਜਦੋਂ ਅਸੀਂ ਪੰਥ ਤੋਂ ਪੈਸੇ ਲੈ ਰਹੇ ਹਾਂ, ਤੁਹਾਡੇ ਸਾਨੂੰ ਗੁਰਦੁਆਰੇ ਜੇ ਗ੍ਰੰਥੀਆਂ ਤਾਂ ਤਨਖਾਹ ਮਿਲਦੀ ਹੈ, ਜਿਵੇਂ ਕਥਾ ਕਰਨਾ ਤਾਂ ਵਿੱਚੋਂ ਮੈਨੂੰ ਪੈਸੇ ਮਿਲਦੇ ਨੇ, ਤਾਂ ਮੇਰਾ ਫਰਜ਼ ਬਣਦਾ ਸੀ ਕਿ ਮੈਂ ਇਹਨਾਂ ਨੂੰ ਸਹੀ ਇਮਾਨਦਾਰੀ ਦੇ ਨਾਲ ਸਹੀ ਗਾਈਡ ਕਰਾਂ। ਉਹ ਅਸੀਂ ਆਪਣੀ ਜਦੋਂ ਪ੍ਰਚਾਰਕ ਜਾਂ ਜਿਹੜਾ ਵੀ ਪ੍ਰਚਾਰਨ ਵਾਲਾ ਹੈ, ਉਹਦੇ ਕੋਲ ਨੌਲੇਜ ਨਹੀਂ ਹੁੰਦਾ, ਜਾਂ ਉਹ ਜਾਣ ਬੁੱਝ ਕੇ ਤੁਹਾਡੇ ਵਿਸ਼ਵਾਸ ਦਾ ਗਲਤ ਫਾਇਦਾ ਉਠਾਉਂਦਾ, ਤਾਂ ਉਹਦੀ ਗਲਤੀ ਹੁੰਦੀ। ਅਸੀਂ ਵਿਸ਼ਵਾਸ ਕਰੀ ਜਾਂਦੇ ਹਾਂ, ਉਹ ਸਾਨੂੰ ਇਮੋਸ਼ਨਲ ਬਲੈਕਮੇਲ ਕਰੀ ਜਾਂਦੇ ਨੇ। ਇਸ ਲਈ ਸਾਨੂੰ ਆਪ ਪੜ੍ਹਨ ਦੀ ਵੀ ਲੋੜ ਹੈ ਥੋੜੀ। ਬਿਲਕੁਲ ਸਹੀ ਗੱਲ ਹੈ ਜੀ, ਥੈਂਕ ਯੂ ਜੀ ਤੁਹਾਡਾ।
ਸਾਡੇ ਨਾਲ ਹਰਵਿੰਦਰ ਕੌਰ ਸੈਣੀ ਮੇਰਾ ਖਿਆਲ ਕੁਝ ਕਹਿਣਾ ਚਾਹੁੰਦੇ ਹੋ, ਅਨਮਿਊਟ ਹੋਇਓ ਆ, ਤੇ ਤੁਸੀਂ ਕਹਿਣਾ ਜੀ ਕੁਝ? ਹਾਂਜੀ ਭਾਈ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਦੀ ਕਥਾ ਅੱਜ ਬਹੁਤ ਸੋਹਣੀ ਸੀਗੀ, ਬਹੁਤ ਕੁਝ ਸਿੱਖਣ ਨੂੰ ਮਿਲਦਾ ਰੋਜ਼। ਤੇ ਦੂਸਰਾ ਜੋ ਭਾਜੀ ਤਲੋਚਨ ਸਿੰਘ ਉਹਨਾਂ ਨੇ ਕਿਹਾ ਆ, ਮੇਰੇ ਹੋਈ ਆ ਗ੍ਰੈਂਡ ਡਾਟਰ ਜੀ, ਮੈਂ ਤਾਂ ਬਾਅਦ ਵਿੱਚ ਨਾਨਾ ਨਾਨੀ ਆ, ਸਾਰਿਆਂ ਤੋਂ ਵੱਡੇ ਨਾਨਾ ਨਾਨੀ ਇਹ ਆ ਪਹਿਲਾਂ। ਅੱਛਾ, ਨਾਲੇ ਭੈਣ ਵਧਾਈ ਹੋਏ ਤੁਹਾਨੂੰ, ਸਾਡੇ ਸਾਰੀ ਕਲਾਸ ਵੱਲੋਂ ਤੁਹਾਨੂੰ ਬਹੁਤ ਸਾਰੀਆਂ ਵਧਾਈਆਂ, ਮੁਬਾਰਕਾਂ। ਹਾਂਜੀ, ਬਸ ਬੱਚੀ ਦੇ ਸਿਰ ਤੇ ਬਾਬਾ ਜੀ ਮਿਹਰ ਭਰਿਆ ਹੱਥ ਰੱਖਣ। ਹਾਂਜੀ ਹਾਂਜੀ, ਇਹ ਅਰਦਾਸ ਆ। ਤੇ ਇਹਨਾਂ ਦਾ ਭਾਜੀ ਉਹਨਾਂ ਦਾ, ਮੇਰੀ ਸਿਸਟਰ ਦਾ, ਸਾਨੂੰ ਬਹੁਤ ਚੰਗੇ ਬੰਦੇ ਆ, ਮੈਂ ਤੁਹਾਨੂੰ ਕਹਿ ਨਹੀਂ ਸਕਦੀ ਗਿਆਨੀ ਦੱਸ। ਹਾਂਜੀ, ਉਹ ਤਾਂ ਭੈਣ ਠੀਕ ਹੈ। ਹੁਣ ਪਾਰਟੀ ਕਦੋਂ ਦੇ ਰਹੇ ਹੋ? ਹਾਂਜੀ, ਇਹਨਾਂ ਦਾ ਸਾਨੂੰ ਬਹੁਤ ਸਪੋਰਟ ਆ। ਠੀਕ, ਬਸ ਮੈਂ ਕਹਿਣਾ ਚਾਹੁੰਦੀ ਸੀ ਇਦਾਂ ਦੇ। ਉਹ ਤਾਂ ਗੱਲ ਛੱਡੋ ਜੀ, ਹੁਣ ਤੁਸੀਂ ਪਾਰਟੀ ਦੱਸ ਦਿਓ। ਕਹਿੰਦੇ ਗਿਆਨੀ ਹੁਣ ਕਹਿੰਦੇ ਪਾਰਟੀ ਕਦੋਂ ਦੇ ਰਹੇ ਤੁਸੀਂ, ਇਦਾਂ ਭੱਜੋ ਨਾ ਹੁਣ ਥੋੜਾ ਜਿਹਾ। ਪਾਰਟੀ ਪਹਿਲਾਂ ਗੁਰਦੁਆਰੇ ਖੁੱਲਣ ਦਿਓ, ਫਿਰ ਅਸੀਂ। ਚਲੋ ਅਸੀਂ ਸਾਰਿਆਂ ਦੇ ਐਡਰੈਸ ਲੈ ਕੇ ਨਾ, ਇਹਨਾਂ ਕੱਲੇ ਨੂੰ ਪੀਜ਼ੇ ਦੀ ਇੱਕ ਪਲੇਟ ਭੇਜਣੀ ਆ, ਉਹਦਾ ਧਿਆਨ ਕਰਨਾ, ਆਪਣਾ ਨੰਬਰ ਲੈ ਲੈਣਾ ਮੈਂ ਸਾਰਿਆਂ ਦੇ। ਹਾਂਜੀ ਜ਼ਰੂਰ, ਇੱਕ ਡੱਬਾ ਸਾਰਿਆਂ ਦੇ ਭੇਜਣਾ ਪੈਣਾ। ਕੋਈ ਨਾ, ਤੁਸੀਂ ਭੈਣ ਘਬਰਾਉਣ ਦੀ ਲੋੜ ਨਹੀਂ, WhatsApp ਤੇ ਭੇਜ ਦਿਓ, ਡਾਊਨਲੋਡ ਕਰ ਲਵਾਂਗੇ ਅਸੀਂ। ਹਾਂਜੀ ਚਲੋ ਵਧੀਆ ਜੀ, ਅੱਜ ਕੱਲ੍ਹ ਸੌਖਾ ਕੰਮ ਹੈ। ਸੌਖਾ ਕੰਮ ਹੈ ਜੀ, ਬਹੁਤ ਵਧੀਆ। ਨਾਲੇ ਬਟਨ ਹੀ ਦੱਬਣਾ ਪੈਣਾ। ਥੈਂਕ ਯੂ ਜੀ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਇਸੇ ਨੋਟ ਤੇ ਅਸੀਂ ਮੇਰਾ ਖਿਆਲ ਇੱਥੇ ਸਮਾਪਤੀ ਕਰਦੇ ਹਾਂ ਜੀ, ਤੇ ਅਸੀਂ ਕੱਲ ਨੂੰ ਇਸੇ ਤਰ੍ਹਾਂ ਮੁੜ ਕੇ ਆਵਾਂਗੇ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਹੋਰਨਾਂ ਨੂੰ ਵੀ ਦੱਸਿਓ, ਜਿੰਨੇ ਜੁੜੇ ਆ। ਕੱਲ ਨੂੰ ਤੁਸੀਂ ਵੀ ਆਇਓ ਨਾਲ, ਹੋਰਨਾਂ ਨੂੰ ਵੀ ਦੱਸ ਕੇ ਲੈ ਕੇ ਆਇਓ ਜੀ। ਤੇ ਕੱਲ ਨੂੰ 2 ਵਜੇ ਆਪਾਂ ਫੇਰ ਜੁੜਾਂਗੇ ਜੀ। ਇੱਥੇ ਬੁਲਾਈਏ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।